ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਇ। ਜਿਸਮੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਓ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਓ ਤੁਮ ਕਥਾ ਸੁਧਾਰੀ। ਦੋਹਰਾ ਡਿਗ ਖਵਾਜੇ ਮਰ ਦੂਧ ਕੇ ਲਿਖਿਆ ਨਰੰਗ ਪਠਾਏ। ਖਸਮ ਖੁਦਾਏ ਕੁਰਾਨ ਦੀ ਖਸਮ ਬਕੰਬਰ ਖਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਜੀ ਦੀ ਸਾਜੀ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰ ਲਓ। ਸਤਿਗੁਰੂ ਕਲਗੀਧਰ ਪਿਤਾ ਜੀ ਮਹਾਰਾਜ ਦੇ ਚਰਨਾਂ ਵਿੱਚ ਸੁਰਤੀ ਜੋੜੀਏ। ਸੰਧਿਆ ਦੇ ਦੀਵਾਨ ਸਜੇ ਹਨ ਹਰ ਰੋਜ਼। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਗੋਦ ਵਿੱਚ ਬੈਠ ਕੇ ਹਰ ਸਮੇਂ ਆਪ ਜੀ ਗੁਰਬਾਣੀ ਦਾ ਆਨੰਦ ਮਾਣਦੇ ਹੋ। ਸੰਧਿਆ ਦੇ ਦੀਵਾਨਾਂ 'ਚ ਵਿਸ਼ੇਸ਼ ਕਰਕੇ ਗੁਰੂ ਇਤਿਹਾਸ ਦੀ ਕਥਾ ਚੱਲ ਰਹੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਕਿਲ੍ਹਾ ਛੁਡਾਉਣ ਵਾਸਤੇ ਪਹਾੜੀ ਰਾਜਿਆਂ ਨੇ, ਸੂਬਿਆਂ ਨੇ, ਬਾਦਸ਼ਾਹ ਔਰੰਗਜ਼ੇਬ ਨੇ ਬਹੁਤ ਜ਼ੋਰ ਲਾ ਲਿਆ, ਪਰ ਗੁਰੂ ਸਾਹਿਬ ਜੀ ਨਹੀਂ ਮੰਨੇ। ਤਾਂ ਇਹਨਾਂ ਨੇ ਕੂਟਨੀਤੀ ਚੱਲ ਕੇ ਮਾਤਾ ਜੀ ਵਿੱਚ ਤੇ ਗੁਰੂ ਸਾਹਿਬ ਜੀ ਦੇ ਵਿੱਚ ਵਿਚਾਰਾਂ ਦਾ ਭੇਦ ਪਾ ਦਿੱਤਾ। ਮਾਤਾ ਜੀ ਨੂੰ ਰਾਜੀ ਕਰ ਲਿਆ ਕਿਲ੍ਹਾ ਛੱਡਣ ਵਾਸਤੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਾਤਾ ਜੀ ਨੂੰ ਤੇ ਸਿੰਘਾਂ ਨੂੰ ਬਾਰ-ਬਾਰ ਕਿਹਾ ਕਿ ਮਾਤਾ ਜੀ ਔਰ ਖਾਲਸਾ ਜੀ ਬਾਹਰ ਨਿਕਲੋਗੇ ਤੇ ਨੁਕਸਾਨ ਹੋਵੇਗਾ। ਤੁਸੀਂ ਅੰਦਰ ਰਹਿਣ 'ਚ ਨੁਕਸਾਨ ਸਮਝ ਰਹੇ ਹੋ, ਪਰ ਤੁਹਾਨੂੰ ਬਾਹਰ ਦੇ ਨੁਕਸਾਨ ਦਾ ਪਤਾ ਨਹੀਂ ਹੈ। ਕੋਈ ਵੀ ਜਾਨ ਬਚੇਗੀ ਨਹੀਂ। ਬਹੁਤ ਮੁਸ਼ਕਲ ਸਮਾਂ ਬਣੇਗਾ, ਕਿਉਂਕਿ ਇਹੋ ਜਿਹੀਆਂ ਕਸਮਾਂ ਇਹ ਰਾਜਨੀਤਿਕ ਲੋਕ ਰੋਜ਼ ਖਾਂਦੇ ਹਨ। ਇਹਨਾਂ ਨੂੰ ਕਸਮਾਂ ਦੀ, ਧਰਮ ਦੀ, ਮਜ਼ਹਬ ਦੀ, ਪ੍ਰਮਾਤਮਾ ਦੀ, ਪੈਗੰਬਰ ਦੀ ਕੋਈ ਪਰਵਾਹ ਨਹੀਂ ਹੁੰਦੀ। ਇਹਨਾਂ ਦਾ ਤਾਂ ਸਿਰਫ ਆਪਣੇ ਸਿਆਸੀ ਸਵਾਰਥ ਹੁੰਦਾ ਹੈ। ਮਹਾਰਾਜ ਜੀ ਬਾਰ-ਬਾਰ ਸਮਝਾਉਂਦੇ, ਪਰ ਸਿੰਘ ਕਿੱਥੇ ਸਮਝਦੇ ਸਨ। ਭੁੱਖ ਨੇ ਨਿਢਾਲ ਕੀਤੇ ਪਏ, ਹਾਲੋਂ ਬਿਹਾਲ ਕੀਤੇ ਪਏ ਹਨ। ਉੱਧਰੋਂ ਬਾਦਸ਼ਾਹ ਔਰੰਗਜ਼ੇਬ ਫੌਜਾਂ ਨੂੰ ਵੀ ਬਾਰ-ਬਾਰ ਕਹਿ ਰਿਹਾ ਹੈ ਕਿ ਤੁਸੀਂ ਛੇਤੀ ਨਾਲ ਅਨੰਦਪੁਰ ਦਾ ਘੇਰਾ ਫਤਿਹ ਕਰੋ। ਤੁਸੀਂ ਇੰਨਾ ਸਮਾਂ ਲਾ ਦਿੱਤਾ ਹੈ। ਉਹ ਅਫਸਰ ਵੀ ਬੜੇ ਦੁਖੀ ਹਨ। ਗੁਰੂ ਨਾਲ ਲੜ ਕੇ ਜਿੱਤ ਵੀ ਨਹੀਂ ਸਕਦੇ ਤੇ ਗੁਰੂ ਸਾਹਿਬ ਜੀ ਨੂੰ ਧੋਖੇ ਨਾਲ ਕਿਲ੍ਹੇ ਤੋਂ ਬਾਹਰ ਕੱਢ ਕੇ ਮਾਰਨਾ ਚਾਹੁੰਦੇ ਹਨ। ਸੋ ਇਹ ਹੁਣ ਐਸੀ ਪ੍ਰਸਥਿਤੀ ਵਿੱਚ ਅੰਦਰ ਅਨੰਦਪੁਰ ਸਾਹਿਬ ਦੇ ਵੀ ਬੜੀ ਭਾਰੀ ਹਲਚਲ ਮਚ ਗਈ ਹੈ। ਇੱਕ ਗੁਰੂ ਕਲਗੀਧਰ ਨੂੰ ਛੱਡ ਕੇ ਬਾਕੀ ਕੋਈ ਵੀ ਸਿੰਘ ਅੰਦਰ ਰਹਿਣਾ ਨਹੀਂ ਚਾਹੁੰਦਾ ਤੇ ਮਾਤਾ ਜੀ ਵੀ ਨਹੀਂ ਰਹਿਣਾ ਚਾਹੁੰਦੇ। ਐਸੀ ਪ੍ਰਸਥਿਤੀ ਦੇ ਵਿੱਚ ਮਹਾਰਾਜ ਨੇ ਸ਼ਰਤ ਵੀ ਲਾ ਦਿੱਤੀ, ਜਿਹਨੇ ਜਾਣਾ ਫਿਰ ਜਾਓ। ਜੇ ਭਾਈ ਤੁਸੀਂ ਨਹੀਂ ਰਹਿ ਸਕਦੇ, ਮਹਾਰਾਜ ਨੇ 20 ਦਿਨ ਆਖਿਆ ਸੀ। 20 ਦਿਨ, 19 ਦਿਨ, 18 ਦਿਨ, 17 ਦਿਨ, 16 ਦਿਨ ਕਰਦੇ ਕਰਦੇ ਮਹਾਰਾਜ ਹਫ਼ਤੇ ਤੇ ਆ ਗਏ। ਕਹਿੰਦੇ ਹਫ਼ਤਾ ਹੀ ਰੁਕ ਜਾਓ। ਸਿੰਘ ਕਹਿੰਦੇ ਮਹਾਰਾਜ 1 ਮਿੰਟ ਨਹੀਂ ਰੁਕਿਆ ਜਾਂਦਾ। ਮਹਾਰਾਜ ਕਹਿੰਦੇ ਫਿਰ ਪਛਤਾਓਗੇ। ਜੇ ਨਹੀਂ ਰੁਕਿਆ ਜਾਂਦਾ ਸਾਨੂੰ ਛੱਡ ਕੇ ਚਲੇ ਜਾਓ, ਪਰ ਲਿਖ ਕੇ ਜਾਓ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨੇ। ਵਿਦਾਵਾ ਲਿਖ ਕੇ ਜਾਓ। ਸਿੰਘ 2-3 ਦਿਨ ਤਾਂ ਇਹ ਕਹਿੰਦੇ ਰਹੇ ਮਹਾਰਾਜ ਵਿਦਾਵਾ ਨਾ ਲਿਖਾਓ ਸਾਨੂੰ, ਅਸੀਂ ਤੁਹਾਡੇ ਤੋਂ ਬੇਮੁਖ ਹੋਣਾ ਨਹੀਂ ਚਾਹੁੰਦੇ। ਮਾਤਾ ਜੀ ਵੀ ਕਹਿੰਦੇ ਰਹੇ ਵੀ ਇੰਨੀ ਕਰੜੀ ਇਮਤਿਹਾਨ ਦੀ ਘੜੀ ਨਾ ਪਾਓ ਸਿੰਘਾਂ ਤੇ। ਪਰ ਮਹਾਰਾਜ ਕਹਿੰਦੇ ਫਿਰ ਸਾਡਾ ਵਚਨ ਮੰਨੋ, ਰਹੋ ਇੱਥੇ। ਐਸੀ ਪ੍ਰਸਥਿਤੀ ਨਾਜ਼ੁਕ ਬਣ ਚੁੱਕੀ ਸੀ ਅਨੰਦਪੁਰ ਸਾਹਿਬ ਦੇ ਵਿੱਚ। ਸਾਧ ਸੰਗਤ ਜੀ ਧੰਨ ਸਾਨੂੰ ਸਿੰਘ ਜਿਹੜੇ ਮਹਾਰਾਜ ਦੇ ਨਾਲ ਉਹ ਸਮਾਂ ਵੇਖ ਕੇ ਗਏ ਹਨ। ਸਾਡੇ ਵਰਗੇ ਤਾਂ ਉਸ ਖੇਡ ਦਾ 1 ਮਿੰਟ ਵੀ ਨਹੀਂ ਸਹਾਰ ਸਕਦੇ।
ਉਹ ਬੜੀ ਔਖੀ ਘਾਟੀ ਹੈ। ਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਤਾਂ ਹੀ ਹੁੰਦੀ ਹੈ। ਆਓ ਹੁਣ ਕਥਾ ਸਰਵਣ ਕਰੀਏ। ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਲਗੀਧਰ ਪਿਤਾ ਪੰਥ ਦੇ ਵਾਲੀ ਸ਼ਮਸ਼ੇਰੇ ਬਹਾਦਰ ਦੇਗ ਤੇਗ ਦੇ ਧਨੀ ਸਰਬੰਸ ਦਾਨੀ ਪਿਤਾ ਦੇ ਚਰਨਾਂ ਦਾ ਧਿਆਨ ਕਰਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਡਿਗ ਖਵਾਜੇ ਮਰਦੂਦ ਕੇ ਲਿਖਾ ਨਰੰਗ ਪਠਾਏ। ਖਵਾਜਾ ਮਰਦੂਦ ਮਲੇਰਕੋਟਲੇ ਵਾਲੇ ਸ਼ੇਰ ਮੁਹੰਮਦ ਦਾ ਭਰਾ ਸੀਗਾ। ਇਹ ਚਾਰ ਭਰਾ ਸੀਗਾ, ਸ਼ੇਰ ਮੁਹੰਮਦ ਔਰ ਖਵਾਜਾ ਮਰਦੂਦ, ਨਾਰ ਖਾਨ ਤੇ ਗਨੀ ਖਾਨ। ਇਹ ਚਾਰ ਭਰਾ ਇਤਿਹਾਸ ਵਿੱਚ ਆਉਂਦੇ ਆ, ਜਿਨ੍ਹਾਂ ਵਿੱਚੋਂ ਇਹ ਸਾਧ ਸੰਗਤ ਜੀ ਦੋ ਤਾਂ ਚਮਕੌਰ ਦੇ ਜੰਗ 'ਚ ਮਰ ਗਏ ਸਨ, ਤੇ ਜਿਹੜਾ ਸੀਗਾ ਖਵਾਜਾ ਮਰਦੂਦ ਇਹ ਚਮਕੌਰ ਦੇ ਜੰਗ 'ਚ ਗੁਰੂ ਸਾਹਿਬ ਦੇ ਤੀਰ ਤੋਂ ਲੁਕ ਕੇ ਛੁਪ ਕੇ ਬਚਿਆ ਸੀਗਾ, ਕੰਧ ਦੇ ਓਹਲੇ ਹੋ ਕੇ। ਤਾਂ ਮਹਾਰਾਜ ਨੇ ਲਿਖਿਆ ਸੀ ਨਾ ਕਿ ਖਵਾਜਾ ਮਰਦੂਦ ਛਾਇਆ ਦੀਵਾਰ, ਕਿ ਖਵਾਜਾ ਮਰਦੂਦ ਦੀਵਾਰ ਦੇ ਓਹਲੇ ਹੋ ਕੇ ਬਚਿਆ, ਨਹੀਂ ਤੇ ਅਸੀਂ ਉਹਨੂੰ ਵੀ ਇੱਕ ਤੀਰ ਬਖਸ਼ ਦਿੰਦੇ। ਇਹ ਬਚਨ ਜਫਰਨਾਮੇ 'ਚ ਆਉਂਦੇ ਆ। ਖਵਾਜਾ ਮਰਦੂਦ ਜਿਹੜਾ ਸੀ ਉਹ ਦਿੱਲੀ ਦੀ ਫੌਜ ਦਾ ਵੱਡਾ ਅਫਸਰ ਲੱਗਾ ਹੋਇਆ ਸੀ, ਯਾਨੀ ਕਹਿ ਲਓ ਸਾਰੀ ਫੌਜ ਦਾ ਵੱਡਾ ਜਰਨਲ। ਉਸ ਵੇਲੇ ਬਾਦਸ਼ਾਹ ਔਰੰਗਜ਼ੇਬ ਨੇ ਉਹਨੂੰ ਬਣਾ ਕੇ ਭੇਜਿਆ ਸੀ। ਉਹਦੇ ਕੋਲ ਬਾਰ-ਬਾਰ ਉੱਤੋਂ ਹੁਕਮ ਆ ਰਹੇ ਸੀ ਬਾਦਸ਼ਾਹ ਦੇ। ਬਾਦਸ਼ਾਹ ਲਿਖ ਕੇ ਭੇਜਦਾ ਸੀ, ਖਸਮ ਖੁਦਾਏ ਕੁਰਾਨ ਦੀ ਖਸਮ ਪੈਗੰਬਰ ਖਾਏ। ਕਿ ਐ ਖਵਾਜਾ ਮਰਦੂਦ, ਤੈਨੂੰ ਕਿਸੇ ਵੀ ਕੀਮਤ ਤੇ ਗੁਰੂ ਗੋਬਿੰਦ ਸਿੰਘ ਨੂੰ ਬਾਹਰ ਕੱਢਣਾ ਪਵੇਗਾ। ਭਾਵੇਂ ਤੈਨੂੰ ਕੁਰਾਨ ਦੀ, ਭਾਵੇਂ ਖੁਦਾ ਦੀ ਤੇ ਭਾਵੇਂ ਪੈਗੰਬਰ ਦੀ ਕਸਮ ਖਾਣੀ ਪਵੇ, ਖਾਓ। ਕਸਮਾਂ ਜਿੰਨੀਆਂ ਮਰਜ਼ੀ ਖਾਓ, ਪਰ ਗੁਰੂ ਗੋਬਿੰਦ ਸਿੰਘ ਨੂੰ ਕਿਲੇ ਤੋਂ ਬਾਹਰ ਕੱਢੋ। ਚੌਪਈ ਮੁਹੇ ਹਾਥ ਕੋ ਲਿਖਿਓ ਸੋ ਲੈ ਕੇ। ਤੇ ਬਾਦਸ਼ਾਹ ਨੇ ਇੱਕ ਕੁਰਾਨ ਦੇ ਪਹਿਲੇ ਵਰਕੇ ਉੱਤੇ ਚਿੱਠੀ ਲਿਖੀ ਸੀ। ਕੁਰਾਨ ਦੇ ਉੱਪਰ ਚਿੱਠੀ ਲਿਖ ਕੇ ਉਹਦੇ ਉੱਤੇ ਭੇਜਿਆ ਸੀ ਕਿ ਗੁਰੂ ਮਹਾਰਾਜ, ਮੈਨੂੰ ਪੈਗੰਬਰ ਦੀ, ਖੁਦਾ ਦੀ, ਕੁਰਾਨ ਦੀ ਕਸਮ ਹੈ, ਸੁਯਦ ਕਿਸੇ ਭਲੇ ਕੋ ਦੇ ਕੇ, ਕਿ ਤੁਸੀਂ ਅਨੰਦਪੁਰ ਦਾ ਕਿਲਾ ਛੱਡ ਦਿਓ। ਉਹ ਜਿਹੜੀ ਚਿੱਠੀ ਸੀ ਆਈ ਹੋਈ ਸੀ ਇੱਥੇ ਪਹਿਲਾਂ ਹੀ। ਬਾਦਸ਼ਾਹ ਕਹਿੰਦਾ ਕਿ ਤੁਸੀਂ ਇੰਝ ਕਰੋ, ਕਿਸੇ ਭਲੇ ਸ਼ਹੀਦ, ਮੁਸਲਮਾਨਾਂ ਵਿੱਚ ਸ਼ਹੀਦ ਜਿਹੜਾ ਖਾਨਦਾਨ ਹੈ ਨਾ, ਇਹ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ। ਹਜ਼ਰਤ ਮੁਹੰਮਦ ਸਾਹਿਬ ਦੇ ਬਹੁਤ ਨੇੜੇ ਦਾ ਪਰਿਵਾਰ ਮੰਨਿਆ ਜਾਂਦਾ ਸ਼ਹੀਦਾਂ ਦਾ। ਕਿ ਕਿਸੇ ਸ਼ਹੀਦ ਯਾਨੀ ਮੁਹੰਮਦ ਸਾਹਿਬ ਦੇ ਪਰਿਵਾਰ ਦੇ ਕਿਸੇ ਮੁਸਲਮਾਨ ਚੰਗੇ ਧਰਮੀ ਬੰਦੇ ਦੇ ਸਿਰ ਦੇ ਉੱਤੇ ਕੁਰਾਨ ਉਠਾ ਕੇ ਔਰ ਉਹਨੂੰ ਅੱਗੇ ਲਾ ਕੇ ਅਨੰਦਪੁਰ ਚਲੇ ਜਾਓ। ਸਿਰ ਪਰ ਧਰ ਕੇ ਜਾਏ ਕੁਰਾਨ, ਸ਼ਹੀਦ ਸਿਰ ਦੇ ਉੱਤੇ ਕੁਰਾਨ ਧਰ ਕੇ ਜਾਵੇ। ਮਿਲੇ ਗੁਰੂ ਸੰਗ ਕਰੇ ਬਖਾਨ, ਔਰ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਚ ਜਾ ਕੇ ਕੁਰਾਨ ਪਾਕ ਦੀ ਕਸਮ ਦਵੇ। ਜਿਸ ਬਿਦ ਕਰ ਗੁਰ ਮਨ ਪਤ ਆਵੈ, ਕਿਸੇ ਤਰ੍ਹਾਂ ਵੀ ਹੋਵੇ ਗੁਰੂ ਗੋਬਿੰਦ ਸਿੰਘ ਨੂੰ ਮਨਾ ਲਓ, ਗੁਰੂ ਕਲਗੀਧਰ ਜੀ ਨੂੰ ਰਾਜੀ ਕਰ ਲਓ, ਉਹਨਾਂ ਦਾ ਮਨ ਟਿਕ ਜਾਵੇ, ਉਹਨਾਂ ਦੇ ਮਨ 'ਚ ਵਿਸ਼ਵਾਸ ਆ ਜਾਵੇ ਤੇ ਉਹ ਕਿਲਾ ਛੱਡ ਦੇਣ। ਸੋ ਕਰ ਦਿਓ ਨਿਕਸ ਜਿਮ ਆਵੈ, ਜਿਵੇਂ ਕਿਵੇਂ ਹਰ ਹਾਲਤ ਵਿੱਚ ਵਲ ਛਲ ਧੋਖਾ ਕਪਟ ਕੁਛ ਨਾ ਸਮਝੋ, ਕਰ ਲਓ। ਗੁਰੂ ਗੋਬਿੰਦ ਸਿੰਘ ਨੂੰ ਕਿਲੇ ਤੋਂ ਬਾਹਰ ਕੱਢ ਕੇ ਉਹਨੂੰ ਗ੍ਰਿਫਤਾਰ ਕਰੋ ਜਾਂ ਸ਼ਹੀਦ ਕਰ ਦਿਓ। ਜਿਉਂ ਕਿਉਂ ਕਰ ਗੁਰ ਕਰੋ ਨਿਕਾਰਨ, ਇੱਕ ਵਾਰੀ ਜਿਵੇਂ ਕਿਵੇਂ ਕਿਲੇ ਚੋਂ ਗੁਰੂ ਨੂੰ ਬਾਹਰ ਕੱਢਣਾ ਜ਼ਰੂਰੀ ਹੈ, ਨਹੀਂ ਤਾਂ ਸਾਡੀ ਨੱਕ ਵੱਢੀ ਜਾਏਗੀ। ਔਰੰਗਜ਼ੇਬ ਵਾਸਤੇ ਬੜੀ ਨਮੋਸ਼ੀ ਵਾਲੀ ਇਹ ਗੱਲ ਸੀ ਕਿ ਕੁੱਲ ਫੌਜ ਸੀ ਉਹਦੇ ਕੋਲ 22 ਲੱਖ, ਜਿਹਦੇ ਵਿੱਚੋਂ 10 ਲੱਖ ਉਹ ਭੇਜ ਚੁੱਕਾ ਸੀ। ਇੰਨੀ ਫੌਜ ਘੇਰਾ ਪਾ ਕੇ ਬੈਠੀ, 7 ਮਹੀਨੇ ਹੋ ਗਏ। ਇੰਨੀ ਫੌਜ ਤਾਂ ਚੀਨ ਨੂੰ ਫਤਿਹ ਕਰ ਦੇਵੇ, ਇੰਨੀ ਫੌਜ ਤਾਂ ਪੂਰੇ ਵਰਲਡ ਨੂੰ ਫਤਿਹ ਕਰ ਦੇਵੇ, ਤੇ ਸਾਰੀ ਫੌਜ ਨੂੰ ਕੁਝ ਮੁੱਠੀ ਭਰ ਸਿੰਘ ਰੋਕ ਕੇ ਬੈਠੇ ਹੈ। ਅਨੰਦਪੁਰ ਦੇ ਵਿੱਚ ਇੱਕ ਗੁਰੂ ਹੈ, ਕੋਈ ਰਾਜਾ ਨਹੀਂ, ਕੋਈ ਬਾਦਸ਼ਾਹ ਨਹੀਂ, ਕੋਈ ਕਿਸੇ ਮੁਲਕ ਦਾ ਮਾਲਕ ਨਹੀਂ, ਉਹਦੇ ਕੋਲ ਕੋਈ ਜ਼ਗੀਰ ਨਹੀਂ, ਕੋਈ ਜਾਇਦਾਦ ਨਹੀਂ, ਕੋਈ ਪ੍ਰਾਪਰਟੀ ਨਹੀਂ, ਕੱਲੀ ਇੱਕ ਛੋਟੀ ਜਿਹੀ ਅਨੰਦਪੁਰ ਦੀ ਧਰਤੀ ਤੇ ਉਹਦੇ ਉੱਤੇ ਬੈਠਾ, ਉਹ ਆਕੀ ਹੋਇਆ ਬੈਠਾ, ਤੁਹਾਡੇ ਤੋਂ ਕਾਬੂ ਨਹੀਂ ਆਉਂਦਾ। ਕਹਿੰਦੇ ਬੜੇ ਦੁੱਖ ਦੀ ਗੱਲ ਹੈ, ਬੜੀ ਸ਼ਰਮ ਦੀ ਗੱਲ ਹੈ। ਲੋਕ ਵੀ ਲਾਂਘਣਾ ਪਾਉਂਦੇ ਸੀ।
ਔਰੰਗਜ਼ੇਬ ਕਹਿੰਦਾ ਵੀ ਸਾਡੀ ਨੱਕ ਵੱਢੀ ਜਾਣੀ ਹੈ ਜੇ ਗੁਰੂ ਨੂੰ ਅਸੀਂ ਕਿਲ੍ਹਾ ਨਾ ਖਾਲੀ ਕਰਵਾ ਸਕੇ। ਮੁਝ ਲਗ ਪਹੁੰਚੈ ਤਜ ਰਨ ਦਾਰਨ। ਹਾਂ, ਗੁਰੂ ਗੋਬਿੰਦ ਸਿੰਘ ਜੀ ਨੂੰ ਕਹੋ ਕਿ ਉਹ ਮੇਰੇ ਕੋਲ ਆ ਜਾਣ, ਔਰੰਗਾਬਾਦ ਜਾਂ ਅਹਿਮਦਨਗਰ ਆ ਜਾਣ, ਲੜਾਈ ਛੱਡ ਦੇਣ। ਲੜਾਈ ਦਾ ਰਸਤਾ ਠੀਕ ਨਹੀਂ ਹੈ, ਸੁਲਹ ਸਫਾਈ ਦਾ ਰਸਤਾ ਅਪਣਾ ਲੈਣ। ਕੋਈ ਵੀ ਉਹ ਮੰਗ ਰੱਖਣਗੇ, ਕੋਈ ਵੀ ਉਹ ਚੀਜ਼ ਕਹਿਣਗੇ, ਮੈਂ ਉਹਨਾਂ ਦੀ ਹਰ ਗੱਲ ਮੰਨਣ ਨੂੰ ਵੀ ਤਿਆਰ ਹਾਂ, ਪਰ ਮੇਰੇ ਨਾਲ ਗੱਲ ਤਾਂ ਕਰਨ, ਲੜਾਈ ਦਾ ਰਸਤਾ ਛੱਡ ਦੇਣ। ਹਾਂਜੀ, ਸਭ ਉਮਰਾਵ ਬ੍ਰਿੰਦ ਗਿਰ ਰਾਜੇ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਨਾਲ ਗੱਲ ਕਰੋ ਕਿ ਗੁਰੂ ਗੋਬਿੰਦ ਸਿੰਘ ਅਨੰਦਪੁਰ ਦਾ ਕਿਲ੍ਹਾ ਛੱਡਣ ਲਈ ਰਾਜੀ ਹੋ ਜਾਵੇ। ਸਾਰੇ ਉਮਰਾਵ ਪਹਾੜੀ ਰਾਜੇ ਇਕੱਠੇ ਹੋ ਕੇ, ਸੂਬੇਦਾਰ ਵਜ਼ੀਰ ਖਾਨ ਸਰਹੰਦ ਦਾ ਸੂਬਾ ਜ਼ੇਰਦਸਤ ਖਾਨ ਲਾਹੌਰ ਦਾ ਸੂਬਾ, ਇਸੇ ਤਰ੍ਹਾਂ ਹੋਰ ਸਾਰੇ ਸੂਬੇ ਇਕੱਠੇ ਹੋ ਜਾਓ। ਮਿਲੇ ਏਕ ਥਲ ਮਸਲਤ ਕਾਜੇ। ਸਾਰੇ ਇੱਕ ਥਾਂ ਤੇ ਇਕੱਠੇ ਹੋਏ। ਜਦੋਂ ਚਿੱਠ ਬਾਦਸ਼ਾਹ ਦਾ ਪਰਵਾਨਾ ਆਇਆ ਨਾ, ਇਹ ਉਸ ਜਦੋਂ ਕੋਈ ਉੱਤੋਂ ਕਮਾਉਂਦਾ ਸੀ ਉਹਦੇ ਤੇ ਸਾਰੇ ਵਿਚਾਰ ਕਰਦੇ ਹੀ ਸਨ ਇਕੱਠੇ ਹੋ ਕੇ। ਸਾਰੇ ਰਾਜੇ 22 ਧਾਰ ਦੇ ਰਾਜਾ ਭੀਮ ਚੰਦ ਦੇ ਨਾਲ ਇਕੱਠੇ ਹੋਏ। ਵਜ਼ੀਰ ਖਾਨ ਸੂਬੇਦਾਰ ਸਰਹੰਦ ਦਾ, ਜ਼ੇਰਦਸਤ ਖਾਨ ਲਾਹੌਰ ਦਾ, ਸ਼ੇਰ ਅਫਗਾਨ ਕਸ਼ਮੀਰ ਦਾ ਸੂਬਾ, ਪਸ਼ਾਵਰ ਤੇ ਮੁਲਤਾਨ ਤੇ ਸਹਾਰਨਪੁਰ ਦੇ ਸਾਰੇ ਸੂਬੇ ਇਕੱਠੇ ਹੋ ਕੇ ਸਲਾਹਾਂ ਕਰਦੇ ਨੇ। ਸਕਲ ਵਕੀਲ ਪਏ ਮੌਜੂਦ। ਸਾਰੇ ਵਕੀਲਾਂ ਨੂੰ ਵਿੱਚ ਬੁਲਾ ਲਿਆ, ਪੰਮੇ ਪ੍ਰੋਤ ਨੂੰ ਸੱਦ ਲਿਆ, ਸੈਯਦ ਨੂੰ ਸੱਦ ਲਿਆ, ਯਾਨੀ ਜਿਹਨਾਂ ਬੰਦਿਆਂ ਨੂੰ ਅੰਦਰ ਜਾਣਾ ਸੀ ਅਨੰਦਪੁਰ ਸਾਹਿਬ ਗੁਰੂ ਜੀ ਨਾਲ ਗੱਲ ਕਰਨ ਲਈ, ਉਹਨਾਂ ਸਾਰੇ ਬੰਦਿਆਂ ਨੂੰ, ਚਲਾਕ ਬੰਦਿਆਂ ਨੂੰ ਵਿੱਚ ਬਿਠਾਇਆ ਗਿਆ ਮੀਟਿੰਗ ਦੇ। ਤਬ ਬੋਲਿਓ ਖਵਾਜਾ ਮਰਦੂਦ। ਸਾਰਿਆਂ ਨੂੰ ਕੋਲ ਬਿਠਾ ਕੇ ਖਵਾਜਾ ਮਰਦੂਦ ਬੋਲਿਆ, ਹਜ਼ਰਤ ਲਿਖ ਭੇਜਿਓ ਪਰਵਾਨਾ। ਕਹਿਣ ਲੱਗਾ ਕਿ ਦੇਖੋ ਭਾਈ, ਬਾਦਸ਼ਾਹ ਸਲਾਮਤ ਨੇ, ਹਜ਼ਰਤ ਜਾਂਪਨਾ ਔਰੰਗਜ਼ੇਬ ਆਲਮਗੀਰ ਬਾਦਸ਼ਾਹ ਸਲਾਮਤ ਨੇ ਆਹ ਪਰਵਾਨਾ ਸਾਡੇ ਲਈ ਲਿਖ ਕੇ ਭੇਜਿਆ, ਸਾਨੂੰ ਹੁਕਮ ਭੇਜਿਆ। ਜਿਮ ਮਾਤਾ ਚਾਹੇ ਧਰਮ ਇਮਾਨਾ। ਤੁਸੀਂ ਮਾਤਾ ਨਾਲ ਗੱਲਬਾਤ ਕਰਨੀ ਹੈ, ਜਿਵੇਂ ਹੋਵੇ ਮਾਤਾ ਨੂੰ ਮਨਾਉਣਾ ਹੈ। ਇਹ ਕਈ ਵਾਰ ਗਏ ਨੇ ਅਨੰਦਪੁਰ ਸਾਹਿਬ, ਇੱਕ ਵਾਰੀ ਨਹੀਂ। ਰੋਜ਼ ਹੀ ਅੰਦਰ 2-4 ਵਕੀਲ ਮਾਤਾ ਕੋਲ, ਗੁਰੂ ਸਾਹਿਬ ਕੋਲ ਜਾ ਕੇ ਆਉਂਦੇ ਆ। ਹੁਣ ਤੁਸੀਂ ਸੁਣ ਹੀ ਰਹੇ ਹੋ ਕਥਾ। ਕਹਿੰਦੇ ਮਾਤਾ ਜਿਵੇਂ ਕਹਿੰਦੀ ਹੈ ਨਾ ਵੀ ਇਦਾਂ ਕਸਮ ਪਾਓ, ਇਦਾਂ ਪਾਓ, ਉਦਾਂ ਹੀ ਮਾਤਾ ਨੂੰ ਤਸੱਲੀ ਦਿਵਾਓ। ਮਾਤਾ ਦੀ ਤਸੱਲੀ ਹੋ ਗਈ, ਮਾਤਾ ਤੁਰ ਪਈ ਤੇ ਸਮਝੋ ਕੰਮ ਬਣ ਗਿਆ। ਹਾਂਜੀ, ਤਿਮ ਲਿਖ ਪਟੋ ਨਾ ਬਿਲਮ ਲਗਾਵੋ। ਉਸ ਤਰ੍ਹਾਂ ਹੀ ਲਿਖ ਕੇ ਵਧੀਆ ਤਰੀਕੇ ਨਾਲ ਗੱਲ ਸਾਰੀ ਸਪਸ਼ਟ ਕਰਕੇ ਲਿਖੋ, ਦੇਰੀ ਨਾ ਕਰੋ। ਹੁਣ ਸਭ ਰਾਜੇ ਦਿਜ ਭਲੇ ਬੁਲਾਵੋ। ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਤੋਂ ਬਾਹਰ ਕੱਢਣ ਵਾਸਤੇ ਦੇਖੋ ਕਿੰਨੇ ਉਤਾਵਲੇ ਹੋਏ ਪਏ ਹੈ, ਕਿੰਨੇ ਕਾਹਲੇ ਪਏ, ਘਬਰਾਏ ਹੋਏ ਹੈ ਸਾਰੇ ਰਾਜੇ ਵੀ ਤੇ ਸੂਬੇਦਾਰ ਵੀ। ਕਹਿੰਦੇ ਸਾਰੇ ਆਪੋ ਆਪਣੇ ਰਾਜੇ ਆਪਣੀਆਂ ਆਪਣੀਆਂ ਧਰਮ ਦੀਆਂ ਗਊਆਂ ਦੀਆਂ ਕਸਮਾਂ ਖਾਓ, ਭਾਵੇਂ ਗੀਤਾ ਦੀ ਕਸਮ ਖਾਓ। ਹਿੰਦੂ ਰਾਜੇ ਸਨ ਨਾ 22 ਧਾਰ ਦੇ, ਤੇ ਮੁਸਲਮਾਨ ਸਨ, ਤੁਰਕਾਂ ਦੀ ਫੌਜ ਸੀ। ਇਹ ਆਪਣੇ ਆਪਣੇ ਧਰਮ ਦੀਆਂ ਭਾਈ ਕਸਮਾਂ ਖਾਓ ਤੁਸੀਂ। ਹਾਂਜੀ, ਇਤ ਅੰਤਰ ਤੇ ਨਿਕਸਸ ਨਹਾਰੇ। ਇਧਰੋਂ ਜਿਹੜੇ ਅੰਦਰੋਂ ਨਿਕਲ ਵਾਲੇ ਹਨ ਸਿੰਘ, ਉਤ ਹਜ਼ਰਤ ਧੂਰਨ ਤਾ ਧਾਰੇ। ਇਧਰੋਂ ਅੰਦਰ ਵਾਲੇ ਕਾਹਲੀ ਕਰ ਰਹੇ, ਮਹਾਰਾਜ ਨੂੰ ਕਹਿ ਰਹੇ ਆ, ਮਹਾਰਾਜ ਜੀ ਕਿ ਤੁਸੀਂ ਕਿਰਪਾ ਕਰੋ ਛੇਤੀ ਚਲੋ। ਉਧਰੋਂ ਬਾਦਸ਼ਾਹ ਵੀ ਚਾਹੁੰਦਾ ਵੀ ਛੇਤੀ ਨਿਕਲ ਜਾਣ। ਦਿਨ ਮਹਿ ਇੱਕ ਦੋਏ ਸ਼ਤਰ ਸਊਰ। ਸਾਧ ਸੰਗਤ ਜੀ, ਇੱਕ ਦਿਓ ਘੋੜ ਸਵਾਰ ਬਾਹਰੋਂ ਰੋਜ਼ ਗੁਰੂ ਸਾਹਿਬ ਕੋਲ ਅੰਦਰ ਆਉਂਦੇ ਨੇ। ਭੇਜਤ ਸ਼ਾਹ ਅਹੋ ਬਹੁ ਦੂਰ। ਉਤੋਂ ਬਾਦਸ਼ਾਹ ਵੱਲੋਂ ਵੀ ਉਤੋਂ ਉਧਰੋਂ ਹੁਕਮ ਆਉਂਦੇ ਹੀ ਰਹਿੰਦੇ ਆ। ਉਹ ਸੁਤਰ ਸਊਰ, ਸੁਤਰ ਕਹਿੰਦੇ ਆ ਊਂਠ ਦੇ ਸਵਾਰ, ਸਾਂਢਣੀ ਸਵਾਰ। ਜਦੋਂ ਕੋਈ ਲੰਮਾ ਪੈਂਡਾ ਹਲ ਤੈਅ ਕਰਨਾ ਹੁੰਦਾ ਸੀ ਨਾ, ਤੇ ਔਰੰਗਜ਼ੇਬ ਬੈਠਾ ਸੀ ਅਹਿਮਦਨਗਰ, ਹਜ਼ੂਰ ਸਾਹਿਬ ਤੋਂ ਕੋਈ 300-350 ਕਿਲੋਮੀਟਰ ਉਰੇ ਹੈ। ਬਾਕੀ ਪੰਜਾਬ ਤੋਂ ਤੇ ਬੜੀ ਦੂਰ ਹੈ। ਅਨੰਦਪੁਰ ਸਾਹਿਬ ਤੋਂ ਤੇ ਲਗਭਗ 1500 ਕਿਲੋਮੀਟਰ ਦੂਰ ਹੈ, ਉਹ ਬਹੁਤ ਦੂਰ ਦੱਖਣ ਦੇ ਵਿੱਚ। ਉੱਥੋਂ ਰੋਜ਼ ਕੋਈ ਨਾ ਕੋਈ ਪਰਵਾਨਾ ਲਿਖਿਆ ਪਹੁੰਚ ਰਿਹਾ ਸੀ। ਉਹ ਲੈ ਕੇ ਕੌਣ ਆਉਂਦੇ ਸੀ ਉਦੋਂ? ਸਾਂਢਣੀ ਸਵਾਰ ਊਂਠਾਂ ਦੇ ਉੱਤੇ। ਉਹ ਊਂਠ ਜਿਹੜੇ ਹੁੰਦੇ ਆ ਨਾ, ਉਹ ਲਗਾਤਾਰ ਤੁਰੇ ਹੀ ਜਾਂਦੇ ਆ। ਊਂਠ ਨੂੰ ਕੁਦਰਤ ਵੱਲੋਂ ਹੀ ਪ੍ਰਮਾਤਮਾ ਨੇ ਇਹੋ ਜਿਹਾ ਸਰੀਰ ਦਿੱਤਾ, ਥਕਾਵਟ ਨਹੀਂ ਮੰਨਦਾ, ਪਾਣੀ ਉਹਦੇ ਅੰਦਰ ਬਹੁਤ ਹੁੰਦਾ ਤੇ ਤੁਰੀ ਜਾਂਦਾ।
ਸੋ ਊਂਠ ਸਵਾਰ ਆਉਂਦੇ ਨੇ ਰੋਜ਼। ਖਵਾਜਾ ਮਰਦੂਦ ਦੱਸ ਰਿਹਾ ਆਪਣੇ ਸਾਥੀਆਂ ਨੂੰ ਮੀਟਿੰਗ ਦੇ ਵਿੱਚ ਕਿ ਰੋਜ਼ ਸਾਂਢਣੀ ਸਵਾਰ ਆਉਂਦੇ ਨੇ ਤੇ ਕੋਈ ਨਾ ਕੋਈ ਪਰਵਾਨਾ, ਕੋਈ ਨਾ ਕੋਈ ਸੁਨੇਹਾ ਬਾਦਸ਼ਾਹ ਵੱਲੋਂ ਰੋਜ਼ ਆ ਰਿਹਾ। ਹਾਂਜੀ, ਜੇਰ ਦਸਤ ਬੋਲਿਓ ਇੱਕ ਮਾਈ। ਜ਼ਬਰਦਸਤ ਖਾਨ, ਜ਼ੇਰਦਸਤ ਖਾਨ ਜਿਹਨੂੰ ਖਾਲਸਾ ਜ਼ੇਰਦਸਤ ਕਹਿੰਦਾ, ਵੈਸੇ ਉਹ ਆਪਣੇ ਆਪ ਨੂੰ ਜ਼ਬਰਦਸਤ ਖਾਨ ਖਵਾਉਂਦਾ ਸੀਗਾ। ਜ਼ਬਰ ਤੇ ਜ਼ੇਰ ਉਰਦੂ ਦੀਆਂ ਦੋ, ਫਾਰਸੀ ਦੀਆਂ ਦੋ ਹੀ ਮਾਤਰਾ ਹੁੰਦੀਆਂ ਨੇ। ਜ਼ਬਰ ਉੱਤੇ ਲੱਗਦੀ ਹੈ ਤੇ ਜ਼ੇਰ ਥੱਲੇ ਲੱਗਦੀ ਹੈ। ਜ਼ੇਰ ਸਿਹਾਰੀ ਦਾ ਕੰਮ ਕਰਦੀ ਹੈ ਤੇ ਉਹ ਤਾਂ ਕਹਿੰਦਾ ਸੀ ਜ਼ਬਰਦਸਤ, ਪਰ ਖਾਲਸੇ ਨੇ ਉਹਦਾ ਨਾਮ ਰੱਖਿਆ ਜ਼ੇਰਦਸਤ, ਨੀਵੇਂ ਦਰਜੇ ਵਾਲਾ। ਜ਼ੇਰਦਸਤ ਬੋਲਿਆ ਇੱਕ ਮਾਤਾ ਹੀ ਹੈ ਜਿਹੜੀ ਸਿੰਘਾਂ ਨੂੰ ਬਾਹਰ ਕੱਢ ਸਕਦੀ ਹੈ। ਨਿਕਸਿਓ ਚਹੈ ਸਿੰਘ ਸਮਦਾਈ। ਸਾਰੇ ਸਿੰਘ ਵੀ ਜਾਣਾ ਚਾਹੁੰਦੇ ਆ ਤੇ ਮਾਤਾ ਵੀ ਜਾਣਾ ਚਾਹੁੰਦੀ, ਮਾਤਾ ਗੁਜਰੀ ਜੀ। ਰਹੇ ਸੋ ਉਦਰ ਅੰਨ ਬਹੀਨੇ। ਸੋ ਹੁਣ ਕਿਉਂਕਿ ਉਹਨਾਂ ਦੇ ਕੋਲ ਜਿਹੜੇ ਕਿਲੇ ਦੇ ਵਿੱਚ ਘਿਰੇ ਹੋਏ ਨੇ ਗੁਰੂ ਦੇ ਸਾਥੀ, ਉਹਨਾਂ ਕੋਲ ਰੋਟੀ ਖਾਣ ਨੂੰ ਕੋਈ ਨਹੀਂ। ਕਈ ਮਹੀਨੇ ਤੋਂ ਉਹ ਭੁੱਖੇ ਭਾਣੇ ਬੈਠੇ ਨੇ। ਗਏ ਵਕੀਲ ਦੇਖ ਸਭ ਚੀਨੇ। ਵਕੀਲ ਸਭ ਕੁਝ ਵੇਖ ਕੇ ਆਏ ਨੇ, ਸਭ ਨੂੰ ਪਤਾ ਹੀ ਅੰਦਰ ਦੀ ਹਾਲਤ। ਅਸੀਂ ਇੱਕ ਅੰਨ ਦਾ ਦਾਣਾ ਵੀ ਬਾਹਰੋਂ ਅੰਦਰ ਜਾਣ ਨਹੀਂ ਦਿੰਦੇ। ਭਾਵੇਂ ਸਿੰਘ ਰਾਤ ਬਰਾਤੇ ਹਮਲਾ ਕਰਕੇ ਸਰਕਾਰੀ ਅਨਾਜ ਦੇ ਜਿਹੜੇ ਜ਼ਖੀਰੇ ਸੀ ਨਾ ਉਹ ਲੁੱਟ ਕੇ ਲੈ ਜਾਂਦੇ ਸੀ। ਜਰਨਲ ਭਾਈ ਉਦੈ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਸਾਹਿਬਜ਼ਾਦਾ ਅਜੀਤ ਸਿੰਘ ਜੀ ਜਥੇ ਬਣਾ ਕੇ ਰਾਤ ਨੂੰ ਨਿਕਲਦੇ ਸੀ ਕਈ ਵਾਰੀ। ਤੇ ਸਰਕਾਰ ਦਾ ਜਿਹੜਾ ਉਹ ਅੰਨ ਰਾਸ਼ਨ ਭੰਡਾਰ ਹੁੰਦਾ ਸੀ ਨਾ ਜਿੱਥੇ ਪਿਆ, ਉਹਦੀ ਪਹਿਲਾਂ ਸਿੰਘ CID ਕਰ ਜਾਂਦੇ ਸੀ, ਦਿਨ 'ਚ ਗੁਪਤ ਰੂਪ ਵਿੱਚ ਆ ਕੇ ਭੇਸ ਬਦਲ ਕੇ, ਤੇ ਸ਼ਾਮ ਨੂੰ ਰਾਤ ਨੂੰ ਹੱਲਾ ਮਾਰ ਕੇ ਉਹ ਸਾਰਾ ਲੈ ਜਾਂਦੇ ਸੀ ਚੁੱਕ ਕੇ। ਪਰ ਉਹ ਕਿੰਨਾ ਕੁ ਚਿਰ ਚੱਲਦਾ ਸੀ? 10-20 ਬੋਰੀਆਂ ਲਿਜਾਣ ਵਾਸਤੇ ਕਿੰਨੀਆਂ ਜਾਨਾਂ ਗਵਾਉਣੀਆਂ ਪੈਂਦੀਆਂ ਸੀ, ਲੜਾਈ ਹੋ ਜਾਂਦੀ ਸੀ, ਜੰਗ ਹੋ ਜਾਂਦਾ ਸੀ। ਉਹ ਸੌਖਾ ਕੰਮ ਨਹੀਂ ਸੀ। ਸੋ ਸਿੰਘਾਂ ਦੇ ਕੋਲ ਖਾਣ ਪੀਣ ਨੂੰ ਅੰਦਰ ਬਹੁਤ ਕੁਝ ਨਹੀਂ ਰਹਿ ਗਿਆ। ਉਹ ਭੁੱਖ ਦੇ ਨਾਲ ਬੇਹਾਲ ਹੋਏ ਪਏ ਨੇ ਤੇ ਉਹ ਹੁਣ ਓਦਰੇ ਹੋਏ ਨੇ, ਨਿਕਲਣ ਨੂੰ ਬੜੇ ਕਾਹਲੇ ਨੇ। ਹਾਂਜੀ, ਭੀਮ ਚੰਦ ਕਹਿ ਸੁਨਹੁ ਨਵਾਬ। ਕੋਲ ਬੈਠਾ ਰਾਜਾ ਭੀਮ ਚੰਦ ਕਹਿਣ ਲੱਗਾ, ਨਵਾਬ ਜੀ ਸੁਣੋ, ਇਸ ਕਾਰਜ ਕੋ ਕਰੋ ਸ਼ਿਤਾਬ। ਇਹ ਕੰਮ ਛੇਤੀ ਹੋਣਾ ਚਾਹੀਦਾ। ਹੋਰ ਦੇ ਸਾਰਿਆਂ ਨੂੰ ਜੋ ਹੈ ਸੋ ਹੈ, ਭੀਮ ਚੰਦ ਨੂੰ ਬੜੀ ਕਾਹਲ ਹੈ। ਭੀਮ ਚੰਦ ਦੀ ਤਾਂ ਲਗਭਗ 29 ਸਾਲ ਦੀ ਇਹ ਸੋਚ ਚੱਲੀ ਆ ਰਹੀ। ਜਦੋਂ ਦੇ ਮਹਾਰਾਜ 10ਵੇਂ ਪਾਤਸ਼ਾਹ ਗੱਦੀ ਤੇ ਬੈਠੇ ਨਾ 1675 ਵਿੱਚ, ਤੇ ਰਣਜੀਤ ਨਗਾਰਾ ਵੱਜਿਆ, ਫੌਜਾਂ ਤਿਆਰ ਬਰ ਤਿਆਰ ਹੋ ਕੇ ਸ਼ਿਕਾਰ ਖੇਡਣ ਚੜੀਆਂ ਖਾਲਸੇ ਦੀਆਂ, ਤੇ ਭੀਮ ਚੰਦ ਉਦੋਂ ਤੋਂ ਸੜ ਪੜ ਗਿਆ ਵੀ ਇਹ ਗੁਰੂ ਛੋਟੀ ਜਿਹੀ ਉਮਰ ਦਾ, ਇਹ ਸਾਨੂੰ ਨਹੀਂ ਟਿਕਣ ਦੇਵੇਗਾ। ਉਸ ਦਿਨ ਤੋਂ ਲੈ ਕੇ ਅੱਜ ਤੱਕ ਇੱਕੋ ਹੀ ਇਹਦੀ ਮਨ ਦੀ ਮਨਸਾ ਸੀ ਕਿ ਗੁਰੂ ਇਹ ਜਗ੍ਹਾ ਛੱਡ ਕੇ ਚਲਾ ਜਾਵੇ ਜਿੱਥੇ ਮਰਜ਼ੀ ਜਾਵੇ, ਗੁਆਂਢ ਵਿੱਚ ਨਾ ਸਾਡੇ ਰਵੇ। ਉਹ ਰਾਜੇ ਹੋ ਕੇ ਵੀ ਗੁਰੂ ਕਲਗੀਧਰ ਦੀ ਸ਼ਾਨ ਦੇ ਬਰਾਬਰ ਨਹੀਂ ਸੀ ਪਹੁੰਚ ਸਕਦੇ। ਮਹਾਰਾਜ ਇੱਕ ਫਕੀਰ ਸਾਧੂ ਹੋ ਕੇ ਵੀ ਉਹਨਾਂ ਤੋਂ ਵੱਧ ਕੇ ਸ਼ਾਨ ਰੱਖਦੇ ਸਨ। ਉਹ ਸ਼ਾਨ ਹੀ ਉਹਨਾਂ ਤੋਂ ਝੱਲੀ ਨਹੀਂ ਸੀ ਜਾਂਦੀ। ਗੱਲ ਤਾਂ ਇੰਨੀ ਕੀ ਸੀ ਕਿ ਗੁਰੂ ਕਲਗੀਧਰ ਪਾਤਸ਼ਾਹ ਦਾ ਜਾਹੋ ਜਲਾਲ ਜਿਹੜਾ ਸੀ ਨਾ, ਉਹ ਪਹਾੜੀ ਰਾਜੇ ਭੀਮ ਚੰਦ ਵਰਗਿਆਂ ਤੋਂ ਬਰਦਾਸ਼ਤ ਨਹੀਂ ਸੀ ਹੁੰਦਾ। ਕਹਿੰਦਾ ਜੀ ਇਹ ਕੰਮ ਛੇਤੀ ਹੋਣਾ ਚਾਹੀਦਾ, ਇਹਨੂੰ ਗੁਰੂ ਨੂੰ ਇੱਥੋਂ ਜਿਵੇਂ ਮਰਜ਼ੀ ਕੱਢ ਦਿਓ। ਜੇ ਕਿਤੇ ਅੜ ਗਿਆ ਤੇ ਫੇਰ ਇਹਨੇ ਕਿੱਥੇ ਨਿਕਲ ਜੇ। ਹੁਣ ਵੀ ਨਾ ਨਿਕਲਿਆ, ਇੰਨੀ ਫੌਜ ਅਸੀਂ ਮਰਵਾ ਬੈਠੇ ਆ, ਇੰਨਾ ਘੇਰਾ ਪਾਈ ਬੈਠੇ ਆ, ਤੇ ਅਜੇ ਵੀ ਇਹ ਗੁਰੂ ਸਾਡੇ ਸਾਹਮਣੇ ਆਕੀ ਹੋਇਆ ਬੈਠਾ। ਤੇ ਜੇ ਐਤਕੀ ਇਹ ਨਾ ਇੱਥੋਂ ਹਿੱਲਿਆ ਤੇ ਫੇਰ ਇਹਦੇ ਪੈਰ ਪੱਕੇ ਲੱਗ ਜਾਣੇ ਆਨੰਦਪੁਰ 'ਚ। ਇਹਨੇ ਜਗ੍ਹਾ ਕੋਈ ਨਹੀਂ ਛੱਡਣੀ ਮੁੜ ਕੇ। ਮੋਰ ਵਕੀਲ ਮਾਤ ਸਮਝਾਈ। ਮੇਰੇ ਵਕੀਲ ਗਏ ਸੀ, ਮੇਰੇ ਵਕੀਲ ਯਾਨੀ ਪੰਮੇ ਪ੍ਰੋਹਤ ਨੇ ਮਾਤਾ ਨੂੰ ਸਮਝਾਇਆ ਸੀ। ਹਾਂਜੀ, ਹਸਨੈ ਹੋਏ ਬਹੁਰ ਫਿਰ ਜਾਈ। ਕਿਤੇ ਇਹ ਨਾ ਹੋਵੇ ਵੀ ਮਾਤਾ ਵੀ ਨਾ ਮੁੱਕਰ ਜਾਵੇ। ਭੀਮ ਚੰਦ ਕਹਿੰਦਾ ਵੀ ਜੇ ਮਾਤਾ ਮੰਨੀ ਪਈ ਹੈ ਨਾ, ਇਹ ਵੀ ਸਾਡੇ ਵਾਸਤੇ ਬੜੀ ਨਿਆਮਤ ਵਾਲੀ ਗੱਲ ਹੈ। ਗਨੀਮਤ ਸਮਝੋ ਕਿ ਮਾਤਾ ਮੰਨ ਗਈ ਅਨੰਦਪੁਰ ਛੱਡਣ ਨੂੰ। ਜੇ ਕਿਤੇ ਮਾਤਾ ਵੀ ਮੁੱਕਰ ਗਈ ਵੀ ਨਹੀਂ ਅਸੀਂ ਨਹੀਂ ਜਾਣਾ, ਬਸ ਫਿਰ ਮਰ ਗਏ ਆਪਾਂ। ਇਹ ਗੁਰੂ ਨਹੀਂ ਸਾਡਾ ਖਹਿੜਾ ਛੱਡਣ ਲੱਗਾ। ਫਿਰ ਇਹ ਅਸੀਂ ਕਿੰਨਾ ਕੁ ਚਿਰ ਬੈਠੇ ਰਹਾਂਗੇ। ਭੀਮ ਚੰਦ ਨੂੰ ਇਹ ਵੀ ਖਤਰਾ ਸੀ ਵੀ ਕਿਤੇ ਸਰਕਾਰੀ ਫੌਜ ਦਿੱਲੀ ਵਾਲੀ ਵਾਪਸ ਨਾ ਲੈ ਜਾਣੋ। ਜੇ ਦਿੱਲੀ ਵਾਲੇ ਵਾਪਸ ਚਲੇ ਗਏ ਤੇ ਸਾਡੀ ਤਾਂ ਗੁਰੂ ਨੇ ਨੱਕ 'ਚ ਦਮ ਕਰ ਛੱਡਣਾ। ਇਹਨੇ ਆਖਣਾ ਠਹਿਰੋ, ਤੁਸੀਂ ਮੈਨੂੰ ਘੇਰਾ ਪਵਾਇਆ ਸੀ। ਫਿਰ ਤਾਂ ਇਹ ਗੁਰੂ ਗੋਬਿੰਦ ਸਿੰਘ ਸਾਡੇ ਵੱਲ ਹੋਵੇਗਾ ਡੰਗ ਲੈ ਕੇ। ਉਹ ਡਰਿਆ ਪਿਆ ਇਸ ਗੱਲ ਤੋਂ ਵੀ ਛੇਤੀ ਛੇਤੀ ਹੁਣ ਇਹ ਕੰਮ ਨਿਬੜ ਜਾਵੇ, ਗੁਰੂ ਚਲਾ ਜਾਵੇ ਇੱਥੋਂ ਅਨੰਦਪੁਰ ਤੋਂ, ਤੇ ਤਾਂ ਸਾਡੀ ਜਾਨ ਬਚੇਗੀ।
ਕਹਿਓ ਵਜੀਦ ਕਰੋ ਅਬ ਤਿਆਰ। ਵਜੀਦਾ ਸਰਹੰਦ ਦਾ ਸੂਬੇਦਾਰ ਕੋਲ ਬੈਠਾ ਸੀ। ਕਹਿਣ ਲੱਗਾ ਫਿਰ ਤਿਆਰੀ ਕਰੋ, ਹੁਣ ਵਕੀਲਾਂ ਨੂੰ ਕਹੋ ਦੇਰ ਨਾ ਲਾਉਣ। ਸੈਯਦ ਸਾਹਿਬ ਜੀ ਤੁਸੀਂ ਕੁਰਾਨ ਸਿਰ ਤੇ ਚੁੱਕ ਲਓ, ਤੇ ਪੰਡਤ ਜੀ ਤੁਸੀਂ ਆਟੇ ਦੀ ਗਊ ਬਣਾ ਕੇ ਇਹਨਾਂ ਰਾਜਿਆਂ ਵੱਲੋਂ ਕਸਮ ਪਾਓ। ਹਾਂਜੀ, ਸੈਯਦ ਦਿਜਬਰ ਲੀਨ ਹਕਾਰ। ਇੱਕ ਸੈਯਦ ਤੇ ਇੱਕ ਬਾਹਮਣ ਪੰਡਤ ਪੰਮਾ ਪ੍ਰੋਤ ਇਹ ਬੁਲਾ ਲਏ ਹਨ। ਹਾਂਜੀ, ਤੇਨ ਚੂਨ ਕੀ ਧਰ ਕਰ ਥਾਰੀ। ਗਊ ਦੀ ਕਸਮ ਖਾਂਦੇ ਨਾ ਜ਼ਿਆਦਾਤਰ ਹਿੰਦੂ ਧਰਮ ਵਿੱਚ, ਗਊ ਦੀ ਕਸਮ। ਆਟੇ ਦੀ ਗਊ ਬਣਾਈ ਹੈ, ਆਟੇ ਦੀ ਗਊ ਬਣਾ ਕੇ ਤੇ ਉਹਨੂੰ ਚੂਨੇ ਦੀ ਚੂਨ ਮੈਨੇ ਆਟੇ ਦੀ ਗਊ ਬਣਾ ਕੇ ਥਾਲੀ 'ਚ ਰੱਖ ਲਈ ਹੈ। ਹਾਂਜੀ, ਰਾਖੇ ਸਾਲਗ੍ਰਾਮ ਅਗਾਰੀ। ਨਾਲ ਸਾਲਗ੍ਰਾਮ ਠਾਕਰ ਵੀ ਬਣਾ ਕੇ ਰੱਖ ਲਏ, ਮੂਰਤੀ ਵੀ ਬਣਾ ਕੇ ਭਗਵਾਨ ਦੀ ਰੱਖ ਲਈ ਹੈ। ਲਿਖ ਕਾਗਦ ਪਰ ਸਪਤ ਸਪਿਨ ਕੀ। ਤੇ ਸਾਰੇ ਰਾਜਿਆਂ ਦੇ ਦਸਖਤ ਕਰਾ ਕੇ ਉਹਨਾਂ ਦੀ ਕਸਮ ਕਿ ਸਾਨੂੰ ਸਾਰੇ ਹਿੰਦੂ ਰਾਜਿਆਂ ਨੂੰ ਗਊ ਮਾਤਾ ਦੀ ਕਸਮ, ਸਾਨੂੰ ਠਾਕੁਰ ਦੀ ਕਸਮ ਹੈ। ਤੇਨ ਨਿਕਟ ਧਰ ਛੁਰੀ ਨਗਨ ਕੀ। ਤੇ ਉਸ ਗਊ ਦੇ ਲਾਗੇ ਨੰਗੀ ਛੁਰੀ ਵੀ ਰੱਖੀ ਹੈ। ਉਹਦਾ ਮਤਲਬ ਹੈ ਵੀ ਜੇ ਅਸੀਂ ਤੁਹਾਡੇ ਨਾਲ ਕੋਈ ਧੋਖਾ ਕਰਦੇ ਹਾਂ ਤਾਂ ਸਮਝੋ ਅਸੀਂ ਇਸ ਗਊ ਦੀ ਗਰਦਨ ਦੇ ਉੱਤੇ ਛੁਰੀ ਚਲਾਵਾਂਗੇ, ਯਾਨੀ ਇਹ ਗਊ ਹੱਤਿਆ ਦਾ ਸਾਨੂੰ ਪਾਪ ਲੱਗੇਗਾ ਜੇ ਗੁਰੂ ਜੀ ਤੁਹਾਡੇ ਨਾਲ ਅਸੀਂ ਕੋਈ ਦਗਾ ਕਰਾਂਗੇ। ਸ੍ਰੀ ਗੁਰੂ ਤਕ ਹੈ ਜੇ ਬੁਰਾ ਤਿਹਾਰੋ। ਇਹ ਸ੍ਰੀ ਗੁਰੂ ਜੀ ਮਹਾਰਾਜ ਕਲਗੀਧਰ ਜੀ, ਜੇ ਅਸੀਂ ਤੁਹਾਡਾ ਬੁਰਾ ਤੱਕੀਏ, ਤੁਹਾਡੇ ਬਾਰੇ ਬੁਰੇ ਸੋਚੀਏ, ਲਗੈ ਪਾਪ ਗੋ ਬਦ ਕੋ ਭਾਰੋ। ਤਾਂ ਸਾਨੂੰ ਗਊ ਹੱਤਿਆ ਦਾ ਪਾਪ ਲੱਗੇ। ਹਾਂਜੀ, ਸਭ ਹਮ ਪਰੈ ਧਰਮ ਤੇ ਦੂਰ। ਅਸੀਂ ਧਰਮ ਤੋਂ ਭ੍ਰਿਸ਼ਟ ਹੋ ਜਾਈਏ, ਸਾਡਾ ਕੋਈ ਧਰਮ ਇਮਾਨ ਹੀ ਨਾ ਹੋਵੇ, ਅਸੀਂ ਗਊ ਹਤਿਆਰੇ ਬਣੀਏ, ਅਸੀਂ ਠਾਕੁਰ ਦੇ ਭਗਵਾਨ ਦੇ ਭਗਤ ਨਾ ਰਹੀਏ, ਸਾਡਾ ਧਰਮ ਇਮਾਨ ਨਸ਼ਟ ਜੇ ਤੁਹਾਡੇ ਨਾਲ ਕੋਈ ਦਗਾ ਧੋਖਾ ਕਰੀਏ। ਤੋ ਹਮ ਸੋ ਹਮ ਬੋਲ ਹੈ ਕੂਰ। ਤਾਂ ਅਸੀਂ ਝੂਠੇ, ਸਦਾ ਲਈ ਝੂਠੇ, ਜੋ ਤੁਮ ਸੋ ਹਮ ਬੋਲਾਂ ਕੂਰ, ਜੇ ਤੁਹਾਡੇ ਨਾਲ ਝੂਠ ਬੋਲੀਏ ਤੇ ਸਾਡਾ ਧਰਮ ਭ੍ਰਿਸ਼ਟ ਹੋ ਜਾਵੇ। ਸਾਲਗ੍ਰਾਮ ਇਸ਼ਟ ਕੀ ਆਨ। ਸਾਡਾ ਇਸ਼ਟ ਸਾਲਗ੍ਰਾਮ ਹੈ, ਅਸੀਂ ਸਾਲਗ੍ਰਾਮ ਨੂੰ ਮੰਨਦੇ ਹਾਂ, ਸਾਨੂੰ ਆਪਣੇ ਸਾਲਗ੍ਰਾਮ ਦੀ ਠਾਕਰ ਦੀ ਕਸਮ ਹੈ। ਹਾਂਜੀ, ਤਕੈ ਬੁਰਾ ਅਗ ਲਾਗਹਿ ਆਨ। ਸਾਨੂੰ ਪਾਪ ਲੱਗੇ ਬਹੁਤ ਵੱਡਾ ਜੇ ਤੁਹਾਡਾ ਬੁਰਾ ਤੱਕੀਏ। ਇਹ ਸਾਰੇ ਹਿੰਦੂ ਰਾਜੇ ਭੀਮ ਚੰਦ ਅਤੇ ਭਾਈ ਧਾਰ ਦੇ ਰਾਜਿਆਂ ਨੇ, ਰਾਜਾ ਕਹਿਲੂਰੀਆ, ਰਾਜਾ ਹੰਡੂਰੀਆ, ਰਾਜਾ ਚੰਦੇਲੀਆ, ਰਾਜਾ ਚੰਬੇਵਾਲਾ, ਰਾਜਾ ਜੰਮੂ, ਸਾਰਿਆਂ ਰਾਜਿਆਂ ਨੇ, ਕਟੋਚੀਆ, ਇਹਨਾਂ ਸਾਰਿਆਂ ਰਾਜਿਆਂ ਨੇ ਦਸਖਤ ਕਰ ਦਿੱਤੇ, ਸੈਨ ਕਰ ਦਿੱਤੇ ਚਿੱਠੀ ਦੇ ਉੱਤੇ। ਜੰਮੂ ਪਤ ਭੂਪਤ ਕਹਿਲੂਰੀ। ਜੰਮੂ ਦਾ ਰਾਜਾ ਅਤੇ ਕਹਿਲੂਰ ਦਾ ਭੀਮ ਚੰਦ, ਗਿਰਪਤ ਸਭ ਆਦਿਕ ਹੰਡੂਰੀ। ਤੇ ਹੰਡੂਰੀਆ, ਹੰਡੂਰ ਦਾ ਰਾਜਾ। ਇਹ ਸਾਰੇ ਉੱਪਰ ਪਹਾੜ 'ਚ ਰਾਜਾਂ ਰਿਆਸਤਾਂ ਨੇ ਛੋਟੀਆਂ ਛੋਟੀਆਂ, ਇਹ 22 ਨੇ ਸਾਧ ਸੰਗਤ ਜੀ। ਇਹ 22 ਰਾਜਿਆਂ ਨੇ ਦਸਖਤ ਕਰ ਦਿੱਤੇ। ਲਿਖ ਲਿਖ ਸਪਤ ਮੁਹਰ ਸਭ ਕਰੀ। ਆਪਣੀਆਂ ਆਪਣੀਆਂ ਮੋਹਰਾਂ ਲਾ ਕੇ ਸੈਨ ਕੀਤੇ, ਪੱਕੇ ਤੌਰ ਤੇ, ਪੱਕੇ ਸਰਕਾਰੀ ਸਟਾਮ ਦੇ ਉੱਤੇ, ਜਿਹੜੇ ਸਰਕਾਰੀ ਕਾਗਜ਼ ਹੁੰਦੇ ਨੇ ਜਿਨ੍ਹਾਂ ਤੇ ਬਾਦਸ਼ਾਹ ਜਾਂ ਰਾਜੇ ਮਹਾਰਾਜੇ ਪਟੇ ਲਿਖ ਕੇ ਦਿੰਦੇ ਨੇ, ਉਹਨਾਂ ਕਾਗਜ਼ਾਂ ਤੇ ਮੋਹਰ ਲਾ ਕੇ ਲਿਖਤ ਕੀਤੀ ਗਈ ਪੱਕੀ। ਦਿਜਬਰ ਅਰ ਵਕੀਲ ਤਿਸ ਘਰੀ। ਔਰ ਬਾਹਮਣ ਵੀ ਨਾਲ ਤੇ ਵਕੀਲ, ਜਿਹੜੇ ਚਰਿੱਤਰ ਗੱਲਾਂ ਕਰਨ ਵਾਲੇ, ਉਹ ਵਕੀਲ ਵੀ ਨਾਲ। ਸੈਯਦ ਸਿਰ ਪਰ ਧਰੀ ਕੁਰਾਨ। ਉਧਰੋਂ ਔਰੰਗਜ਼ੇਬ ਦੇ ਹੱਥ ਦੀ ਲਿਖੀ ਕੁਰਾਨ, ਉਹਦੇ ਪਹਿਲੇ ਪੰਨੇ ਤੇ ਔਰੰਗਜ਼ੇਬ ਵੱਲੋਂ ਲਿਖੀ ਚਿੱਠੀ, ਅਤੇ ਸਾਰੇ ਮੁਸਲਮਾਨ ਅਫਸਰਾਂ ਦੇ ਦਸਖਤ, ਵਜ਼ੀਰ ਖਾਨ ਸਰਹੰਦ ਦੇ ਸੂਬੇ ਦੇ, ਜ਼ੇਰਦਸਤ ਖਾਨ ਲਾਹੌਰ ਦੇ ਸੂਬੇਦਾਰ, ਸਾਰਿਆਂ ਦੇ ਵੱਲੋਂ ਲਿਖੀ ਚਿੱਠੀ ਤੇ ਕੁਰਾਨ ਦੇ ਨਾਲ ਸੈਯਦ ਨੇ ਕੁਰਾਨ ਸਿਰ ਤੇ ਧਰ ਲਈ ਹੈ। ਲਿਖਾ ਨੁਰੰਗ ਕਾ ਨੀਰ ਭਾਨ। ਔਰੰਗਜ਼ੇਬ ਦਾ ਲਿਖਿਆ ਹੋਇਆ ਹੱਥ ਵਿੱਚ ਲੈ ਲਿਆ ਪਰਵਾਨਾ। ਦੋਨੋਂ ਕੋ ਆਗੇ ਸਭ ਕਰ ਕੈ। ਦੋਵਾਂ ਪੰਡਤ ਨੂੰ ਤੇ ਸੈਯਦ ਨੂੰ ਅੱਗੇ ਕਰ ਲਿਆ। ਪੰਡਤ ਨੇ ਠਾਕੁਰ ਦੀ ਮੂਰਤੀ ਦੇ ਆਟੇ ਦੀ ਗਊ ਉਹ ਹੱਥ ਵਿੱਚ, ਨਾਲ ਛੁਰੀ ਉਹਦੇ ਵਿੱਚ ਰੱਖ ਕੇ ਥਾਲੀ ਦੇ ਉਹ ਪਕੜ ਲਈ, ਤੇ ਸੈਯਦ ਨੇ ਕੁਰਾਨ ਸਿਰ ਤੇ ਧਰ ਲਈ, ਤੇ ਦੋਵਾਂ ਨੂੰ ਅੱਗੇ ਕਰਕੇ ਵਕੀਲ ਤੁਰ ਪਏ।
ਬ੍ਰਿੰਦ ਵਕੀਲ ਗਏ ਗੜ ਬਰ ਕੈ। ਇਹ ਸਾਰੇ ਵਕੀਲ ਸ੍ਰੀ ਅਨੰਦਪੁਰ ਸਾਹਿਬ ਕਿਲੇ ਵਿੱਚ ਜਾ ਪਹੁੰਚੇ। ਪ੍ਰਥਮ ਗੁਰੂ ਪਗ ਬੰਧਨ ਕੀਨ। ਜਾ ਕੇ ਪਹਿਲਾਂ ਸ੍ਰੀ ਗੁਰੂ ਕਲਗੀਧਰ ਜੀ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ। ਸ਼ਾਹੋ ਹਕੀਕਤ ਸਭ ਕਹਿ ਦੀਨ। ਬਾਦਸ਼ਾਹ ਵੱਲੋਂ ਸਾਰੀ ਹਕੀਕਤ ਕਹਿ ਸੁਣਾਈ। ਇਹ ਦੇਖੋ ਹਜ਼ਰਤ ਨਿਜ ਹਾਥ। ਦੇਖੋ ਗੁਰੂ ਜੀ ਆ ਪਰਵਾਨਾ, ਇਹ ਲਿਖਤ ਹਜ਼ਰਤ ਜਾਂ ਪਨਾਹ ਸ਼ਹਿਨਸ਼ਾਹ ਔਰੰਗਜ਼ੇਬ ਆਲਮਗੀਰ ਹਿੰਦੁਸਤਾਨ ਦੇ ਬਾਦਸ਼ਾਹ ਦੇ ਹੱਥ ਦਾ ਲਿਖਿਆ ਪਰਵਾਨਾ ਹੈ। ਕੋਈ ਮਾਮੂਲੀ ਗੱਲ ਨਹੀਂ ਹੈ। ਪੂਰੇ ਦੇਸ਼ ਦਾ ਜਿਹੜਾ ਸਭ ਤੋਂ ਵੱਡਾ ਬਾਦਸ਼ਾਹ ਹੈ, ਉਸ ਨੇ ਤੁਹਾਡੇ ਚਰਨਾਂ 'ਚ ਇਹ ਗੁਜ਼ਾਰਿਸ਼ ਲਿਖ ਕੇ ਭੇਜੀ ਹੈ। ਲਿਖ ਕਰ ਪਠਿਓ ਆਪ ਕੇ ਸਾਥ। ਇਹ ਕਲਗੀਧਰ ਮਹਾਰਾਜ ਜੀ ਤੁਹਾਡੇ ਚਰਨਾਂ 'ਚ ਬੇਨਤੀ ਬਾਦਸ਼ਾਹ ਨੇ ਕਰ ਭੇਜੀ ਹੈ। ਇਹ ਸੈਯਦ ਸਿਰ ਧਰੀ ਕੁਰਾਨ। ਆ ਸੈਯਦ ਸਾਹਿਬ ਜਿਹੜੇ ਨੇ ਹਜ਼ਰਤ ਮੁਹੰਮਦ ਸਾਹਿਬ ਜੀ ਦੀ ਖਾਨਦਾਨ ਵਿੱਚੋਂ ਨੇ, ਇਹਨਾਂ ਦੇ ਸਿਰ ਦੇ ਉੱਤੇ ਕੁਰਾਨ ਧਰੀ ਹੈ। ਖਸਮ ਪੈਗੰਬਰ ਲਿਖੀ ਮਹਾਨ। ਔਰ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਜੀ ਦੀ ਕਸਮ ਤੇ ਕੁਰਾਨ ਪਾਕ ਦੀ ਕਸਮ ਇਹ ਲਿਖ ਕੇ ਭੇਜੀ ਹੈ। ਇਸ ਤੋਂ ਵੱਡਾ ਸਾਡੇ ਮੁਸਲਮਾਨਾਂ 'ਚ ਕੁਝ ਨਹੀਂ ਹੈ। ਪੈਗੰਬਰ ਤੋਂ ਵੱਧ ਕੇ ਅਤੇ ਕੁਰਾਨ ਤੋਂ ਵੱਧ ਕੇ ਅਸੀਂ ਹੋਰ ਕਿਹੜੀ ਚੀਜ਼ ਨੂੰ ਤੁਹਾਡੇ ਸਾਹਮਣੇ ਰੱਖੀਏ। ਇਸ ਤੋਂ ਵੱਡੀ ਕਸਮ ਅਸੀਂ ਕੋਈ ਪਾ ਨਹੀਂ ਸਕਦੇ। ਅੱਲਾਹ ਪਾਕ ਦੀ ਕਸਮ, ਕੁਰਾਨ ਪਾਕ ਦੀ ਕਸਮ, ਰਸੂਲ ਅੱਲਾਹ ਹਜ਼ਰਤ ਮੁਹੰਮਦ ਸਾਹਿਬ ਦੀ ਕਸਮ ਅਸੀਂ ਪਾ ਦਿੱਤੀ ਹੈ। ਬੀਚ ਖੁਦਾਏ ਦਿਓ ਕਰ ਨੇਹੂ। ਹਾਂ, ਖੁਦਾ ਨੂੰ ਵਿੱਚ ਪਾ ਕੇ ਖੁਦਾ ਦੇ ਵਾਸਤੇ ਤੁਹਾਨੂੰ ਇਹ ਬੇਨਤੀ ਕਰਨ ਆਏ ਹਾਂ। ਮਿਲਵੇ ਕੀ ਅਬਲਾਕ ਅਸ਼ੇਹੂ। ਬਾਦਸ਼ਾਹ ਸਲਾਮਤ ਕਹਿੰਦੇ ਨੇ, ਹਜ਼ਰਤ ਜਾਂ ਪਨਾਹ ਔਰੰਗਜ਼ੇਬ ਆਲਮਗੀਰ ਦਾ ਕਹਿਣਾ ਹੈ ਕਿ ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬੜੀ ਤਾਰੀਫ ਸੁਣੀ ਹੈ। ਉਹ ਬੜੇ ਸ਼ਾਹਸਵਾਰ, ਬੜੇ ਮਹਾਨ ਸੂਰਬੀਰ ਯੋਧੇ, ਵਿਦਿਆ ਦੇ ਕਲਮ ਦੇ ਧਨੀ, ਸੰਗੀਤ ਦੇ ਆਚਾਰੀਆ, ਉਹ ਅਧਿਆਤਮਿਕ ਤੌਰ ਤੇ ਬੜੇ ਉੱਚੇ ਪੈਗੰਬਰ। ਮੈਂ ਉਹਨਾਂ ਦੇ ਦਰਸ਼ਨ ਕਰਨੇ ਚਾਹੁੰਦਾ। ਔਰੰਗਜ਼ੇਬ ਤੁਹਾਨੂੰ ਮਿਲਣਾ ਚਾਹੁੰਦਾ ਹੈ। ਬਾਰ-ਬਾਰ ਇੱਕੋ ਗੱਲ ਬਾਦਸ਼ਾਹ ਕਹਿੰਦਾ ਹੈ ਕਿ ਗੁਰੂ ਜੀ ਦੇ ਦਰਸ਼ਨ ਮੈਨੂੰ ਦੱਖਣ 'ਚ ਹੋਣੇ ਚਾਹੀਦੇ ਹੈ। ਮੈਂ ਪੰਜਾਬ ਨਹੀਂ ਆ ਸਕਦਾ। ਮੈਨੂੰ ਦੱਖਣ ਦੇ ਵਿੱਚ ਗੁਰੂ ਸਾਹਿਬ ਆ ਕੇ ਮਿਲਣ ਤੇ ਜਿਹੜੀਆਂ ਪਿਛਲੀਆਂ ਗੱਲਾਂ ਨੇ ਉਹਨਾਂ ਉੱਤੇ ਵਿਚਾਰ ਕੀਤੀ ਜਾਵੇ। ਜਿਹੜੇ ਆਪਸੀ ਗਿਲੇ ਸਿਕਵੇ ਹਨ, ਕੋਈ ਗਲਤ ਫਹਿਮੀਆਂ ਹਨ, ਉਹ ਸਾਰੀਆਂ ਨਿਕਲ ਜਾਣਗੀਆਂ। ਇਹ ਦਿਜ ਸਭ ਗਿਰਪਤਨ ਬਿਠਾਇਓ। ਆ ਜਿਹੜਾ ਪੰਡਤ ਜੀ ਹੈ, ਇਹ ਪੰਡਤ ਜੀ ਨੂੰ ਰਾਜਿਆਂ ਨੇ, ਭੀਮ ਚੰਦ ਅਤੇ ਬਾਕੀ 22 ਧਾਰ ਦੇ ਰਾਜਿਆਂ ਨੇ ਭੇਜਿਆ ਹੈ। ਸਾਲ ਗ੍ਰਾਮ ਸਿਰ ਧਰ ਕਰ ਆਇਓ। ਇਹ ਸਾਲਗ੍ਰਾਮ ਨੂੰ ਸਿਰ ਤੇ ਧਰ ਕੇ ਆਟੇ ਦੀ ਗਊ ਬਣਾ ਕੇ ਤੁਹਾਡੇ ਚਰਨਾਂ 'ਚ ਹਿੰਦੂ ਧਰਮ ਦੇ ਰੀਤੀ ਰਿਵਾਜਾਂ ਮੁਤਾਬਕ ਕਸਮ ਪਾਣ ਆਏ ਨੇ। ਨਿਜ ਨਿਜ ਮੋਹਰ ਲਿਖਤ ਕਰ ਦੀਨੀ। ਔਰ ਆਪਣੀਆਂ ਆਪਣੀਆਂ ਮੋਹਰਾਂ ਲਾ ਕੇ, ਪੱਕੀਆਂ ਲਿਖਤਾਂ ਕਰਕੇ ਇਹਨਾਂ ਨੇ ਤੁਹਾਡੇ ਚਰਨਾਂ 'ਚ ਆ ਚਿੱਠੀ ਭੇਜੀ ਹੈ। ਪੜ੍ਹ ਲਓ ਗੁਰੂ ਜੀ। ਥਾਲੀ ਵਿਖੈ ਧੇਨ ਥਿਰਕੀਨੀ। ਆ ਦੇਖੋ ਆਟੇ ਦੀ ਗਊ ਇਹ ਥਾਲੀ ਦੇ ਵਿੱਚ ਖੜੀ ਹੈ ਤੇ ਸਾਹਮਣੇ ਪਈ ਛੁਰੀ। ਇਸ ਗੱਲ ਦੀ ਪ੍ਰਤੀਕ ਹੈ ਜੇ ਗੁਰੂ ਜੀ ਤੁਹਾਡੇ ਨਾਲ ਕੋਈ ਵਾਅਦਾ ਖਿਲਾਫੀ ਹੁੰਦੀ ਹੈ ਤਾਂ ਸਮਝੋ ਸਾਨੂੰ ਗਊ ਹੱਤਿਆ ਦਾ ਪਾਪ ਲੱਗੇਗਾ। ਅਬ ਤੋ ਕਰੋ ਹਿਰਦੈ ਵਿਸਵਾਸੂ। ਹੁਣ ਤਾਂ ਮਹਾਰਾਜ ਸਾਡੀ ਗੱਲ ਤੇ ਭਰੋਸਾ ਕਰ ਲਓ, ਵਿਸ਼ਵਾਸ ਕਰ ਲਓ। ਚੱਲ ਕਰ ਮਿਲੋ ਸ਼ਾਹ ਚਹਿ ਪਾਸੂ। ਹਾਂ, ਤੁਸੀਂ ਇੱਕ ਵਾਰੀ ਚੱਲ ਕੇ ਜਾਂ ਪਨਾਹ ਨੂੰ ਮਿਲੋ ਤਾਂ ਸਹੀ। ਬਾਦਸ਼ਾਹ ਨਾਲ ਗੱਲ ਤਾਂ ਕਰੋ ਗੁਰੂ ਜੀ, ਤੁਹਾਡੇ ਸਾਰੇ ਹੀ ਗਿਲੇ ਸਿਕਵੇ ਬਾਦਸ਼ਾਹ ਦੂਰ ਕਰ ਦੇਵੇਗਾ। ਬਾਦਸ਼ਾਹ ਕਹਿੰਦਾ ਗੁਰੂ ਗੋਬਿੰਦ ਸਿੰਘ ਜੋ ਮੰਗਣ ਮੈਂ ਦੇਣ ਨੂੰ ਤਿਆਰ ਹਾਂ। ਜੋ ਕਿਸੇ ਮੁਲਕ ਦਾ ਰਾਜ ਵੀ ਮੰਗਣ ਤਾਂ ਵੀ ਮੈਂ ਦੇਣ ਨੂੰ ਤਿਆਰ ਹਾਂ। ਪਰ ਗੁਰੂ ਜੀ ਇੱਕ ਵਾਰੀ ਤੁਹਾਨੂੰ ਜਾਣਾ ਤਾਂ ਪਏਗਾ। ਬਾਦਸ਼ਾਹ ਨਾਲ ਗੱਲ ਤਾਂ ਕਰੋ ਚੱਲ ਕੇ। ਸੁਨ ਗੁਰ ਨਹਿ ਮਨ ਲਿਆਵਤ ਭਏ। ਸ੍ਰੀ ਕਲਗੀਧਰ ਪਾਤਸ਼ਾਹ ਬੇਪਰਵਾਹ ਕਹਿਣ ਲੱਗੇ, ਇਹੋ ਜਿਹੀਆਂ ਕਸਮਾਂ ਨਹੀਂ ਸੀ ਮੰਨਦੇ। ਕੋਈ ਨਹੀਂ ਸਾਨੂੰ ਪਰਵਾਹ ਹੈ। ਮਹਾਰਾਜ ਨੇ ਸੁਣੀ, ਕੋਈ ਸੁਣੀ ਅਨਸੁਣੀ ਕਰ ਛੱਡੀ। ਤਬ ਮਾਤਾ ਕੇ ਧੀਰ ਸਦੇ। ਮਹਾਰਾਜ ਬਹੁਤੇ ਬੋਲੇ ਨਹੀਂ। ਮਹਾਰਾਜ ਚੁੱਪ ਰਹੇ, ਗੁਪਤ ਰਹੇ। ਕਹਿੰਦੇ ਨਹੀਂ ਜਾਓ। ਉੱਠ ਕੇ ਮਾਤਾ ਗੁਜਰੀ ਜੀ ਦੇ ਚਰਨਾਂ 'ਚ ਚਲੇ ਗਏ ਵਕੀਲ। ਮਸਤਕ ਟੇਕ ਬੈਠ ਕਰ ਭਾਖਾ। ਮੱਥਾ ਟੇਕ ਕੇ ਮਾਤਾ ਜੀ ਦੇ ਕੋਲ ਚਰਨਾਂ ਵਿੱਚ ਵਕੀਲ ਇਉਂ ਬੋਲੇ, ਸੁਨੋ ਮਾਤ ਜਿਮ ਤੁਮ ਅਬਲਾਖਾ। ਮਾਤਾ ਜੀ ਜਿਵੇਂ ਆਪ ਜੀ ਨੇ ਹੁਕਮ ਕੀਤਾ ਸੀ, ਪਹਿਲਾਂ ਵੀ ਆਏ ਸੀ ਨਾ ਤੇ ਮਾਤਾ ਨੂੰ ਮਨਾ ਲਿਆ ਸੀ ਇਹਨਾਂ ਨੇ। ਮਾਤਾ ਜੀ ਕਹਿੰਦੇ ਠੀਕ ਹੈ, ਤੁਸੀਂ ਲਿਖ ਕੇ ਲੈ ਆਓ, ਸੈਯਦ ਨੂੰ ਲੈ ਆਓ ਤੇ ਬ੍ਰਾਹਮਣ ਨੂੰ ਲੈ ਆਓ ਤੇ ਕਸਮ ਪੱਕੀ ਤੇ ਫਿਰ ਮੈਂ ਮਨਾ ਲੈਣੀ ਗੁਰੂ ਸਾਹਿਬ ਨੂੰ।
ਤੇ ਉਹ ਕਹਿੰਦੇ ਮਾਤਾ ਜੀ ਜਿਵੇਂ ਤੁਸੀਂ ਕਿਹਾ ਸੀ ਨਾ ਅਸੀਂ ਆ ਗਏ ਹਾਂ। ਹਾਂਜੀ, ਸੋ ਬਿਦ ਹਜਰਤ ਕੀਨ ਪਠਾਈ। ਬਾਦਸ਼ਾਹ ਸਲਾਮਤ ਨੇ ਖੁਦ ਲਿਖ ਕੇ ਭੇਜਿਆ। ਹੁਣ ਤਾਂ ਬਾਦਸ਼ਾਹ ਦੀ ਲਿਖਤ ਆ ਗਈ ਹੈ, ਮਾਤਾ ਜੀ ਹੁਣ ਤੁਸੀਂ ਛੇਤੀ ਕਰੋ ਤੇ ਕਿਲਾ ਆਨੰਦਪੁਰ ਖਾਲੀ ਕਰਵਾ ਦਿਓ। ਤਿਮ ਹੀ ਸਪਤ ਗ੍ਰੇਸ਼ਨ ਖਾਈ। ਔਰ ਪਹਾੜੀ ਰਾਜਿਆਂ ਨੇ ਵੀ ਆ ਦੇਖੋ ਕਸਮਾਂ ਪੱਕੀਆਂ ਖਾਧੀਆਂ ਨੇ, ਲਿਖ ਕੇ ਮੋਹਰਾਂ ਲਾ ਕੇ ਭੇਜੀਆਂ ਨੇ। ਲੈ ਨਿਕਸਿਓ ਆਪਣੋ ਪਰਵਾਰਾ। ਤੇ ਆਪਣਾ ਪਰਿਵਾਰ ਲੈ ਕੇ ਮਾਤਾ ਜੀ ਨਿਕਲ ਜਾਓ, ਜੀਆਂ ਦੀ ਜਾਨ ਬਚਾ ਲਓ। ਜਿਤ ਇੱਛਾ ਤਿਤ ਕਰੋ ਪਧਾਰਾ। ਜਿੱਦਾਂ ਤੁਹਾਡੀ ਇੱਛਾ ਮਾਤਾ ਜੀ, ਸਾਰਾ ਹਿੰਦੁਸਤਾਨ ਤੁਹਾਡਾ ਆਪਣਾ ਹੈ, ਜਿੱਥੇ ਮਰਜ਼ੀ ਤੁਸੀਂ ਜਾ ਕੇ ਗੁਜ਼ਾਰਾ ਕਰ ਲਓ, ਰਹਿ ਲਓ। ਪੁਨ ਸਤਿਗੁਰ ਥਿਰ ਰਹੋ ਨਾ ਇਹਾਂ। ਮਹਾਰਾਜ ਜੀ ਵੀ ਨਹੀਂ ਇੱਥੇ ਰਹਿਣਗੇ, ਜੇ ਮਾਤਾ ਜੀ ਤੁਸੀਂ ਚਲੇ ਗਏ ਨਾ ਇਹਨਾਂ ਨੇ ਵੀ ਤੁਰ ਪੈਣਾ ਹੈ। ਹਾਂਜੀ, ਨਿਕਸ ਚਲੇਂਗੇ ਪਹੁੰਚੋ ਜਹਾਂ। ਜਿੱਥੇ ਤੁਸੀਂ ਜਾਓਗੇ ਮਹਾਰਾਜ ਵੀ ਚਲੇ ਜਾਣਗੇ, ਘਰ ਦਾ ਘਰ ਬਚਿਆ ਰਹੇਗਾ, ਜੀ ਬਚੇ ਰਹਿਣਗੇ, ਸਿੰਘ ਵੀ ਬਚ ਜਾਣਗੇ, ਜਾਨਾਂ ਬਚ ਜਾਣਗੀਆਂ, ਸਾਡਾ ਵੀ ਝਗੜਾ ਮੁੱਕੇਗਾ। ਮਾਤਾ ਜੀ ਦੇਖ ਆਨੰਦਤ ਜਨਨੀ ਭਈ। ਇਹ ਸੁਣ ਦੇਖ ਕੇ ਮਾਤਾ ਗੁਜਰੀ ਤਾਂ ਬੜੀ ਖੁਸ਼ ਹੋਈ ਵੀ ਚਲੋ ਹੋਰ ਕੀ ਚਾਹੀਦਾ। ਕੁਰਾਨ ਦੀ ਕਸਮ, ਮੁਹੰਮਦ ਦੀ ਕਸਮ, ਖੁਦਾ ਦੀ ਕਸਮ, ਮੁਸਲਮਾਨ ਤੇ ਇਸ ਤੋਂ ਤਿੰਨੇ ਚੀਜ਼ਾਂ ਵੱਡੀਆਂ ਹੁੰਦੀਆਂ ਮੁਸਲਮਾਨਾਂ ਵਾਸਤੇ, ਖੁਦਾ ਤੇ ਉਹਦਾ ਪੈਗੰਬਰ ਤੇ ਕੁਰਾਨ। ਇਹ ਇਸ ਦੀ ਕਸਮ ਪਾ ਰਹੇ ਨੇ, ਇਸ ਤੋਂ ਵੱਧ ਕੇ ਗੱਲ ਹੋ ਨਹੀਂ ਸਕਦੀ ਕੋਈ। ਪਰ ਬਾਦਸ਼ਾਹ ਖੁਦ ਆਪਣੇ ਹੱਥਾਂ ਨਾਲ ਲਿਖ ਕੇ ਭੇਜ ਰਿਹਾ, ਕੋਈ ਹੋਰ ਵੀ ਨਹੀਂ ਵੀ ਛੋਟਾ ਮੋਟਾ ਅਫਸਰ ਲਿਖ ਰਿਹਾ, ਖੁਦ ਬਾਦਸ਼ਾਹ ਦੀ ਲਿਖਤ ਆਈ ਹੈ। ਤੇ ਇਧਰੋਂ ਹਿੰਦੂ ਰਾਜੇ ਜਿਹੜੇ ਨੇ ਗਊ ਦੀ ਕਸਮ, ਗਊ ਤੋਂ ਵੱਧ ਕੇ ਹਿੰਦੂ ਵਾਸਤੇ ਕੀ ਹੁੰਦਾ, ਗੀਤਾ ਤੋਂ ਵੱਧ ਕੇ ਕੀ ਹੁੰਦਾ, ਜਾਂ ਠਾਕੁਰ ਤੋਂ ਵੱਧ ਕੇ ਕੀ ਹੁੰਦਾ। ਇਹ ਕਸਮਾਂ ਪਾ ਰਹੇ ਨੇ ਧਰਮ ਗ੍ਰੰਥਾਂ ਦੀਆਂ, ਆਪਣੇ ਹਿੰਦੂ ਧਰਮ ਦੇ, ਸਨਾਤਨ ਧਰਮ ਦੇ। ਹਾਂਜੀ, ਸੁਤ ਸਮਝਾਵਨ ਕੋ ਪੁਨ ਗਈ। ਉੱਠ ਕੇ ਮਾਤਾ ਸ੍ਰੀ ਕਲਗੀਧਰ ਮਹਾਰਾਜ ਜੀ ਨੂੰ ਸਮਝਾਉਣ ਵਾਸਤੇ ਨਾ, ਮਨਾਉਣ ਵਾਸਤੇ ਮਹਾਰਾਜ ਦੇ ਕੋਲ ਚਲੀ ਗਈ। ਕਹਿਣ ਲੱਗ ਕਹੋ ਕਥਾ ਵਿਸਥਾਰਾ। ਭਾਈ ਸੰਤੋਖ ਸਿੰਘ ਜੀ ਕਹਿੰਦੇ ਇਹ ਗੱਲਾਂ ਹੁਣ ਬਾਰ-ਬਾਰ ਦੱਸੀਆਂ ਜਾ ਚੁੱਕੀਆਂ। ਮਾਤਾ ਜੋ ਕਹਿੰਦੀ ਸੀ ਕਿੱਥੋਂ ਤੱਕ ਬਿਆਨ ਕਰੀਏ। ਨਹਿ ਮਾਨੈ ਬਹੁ ਭਾਂਤ ਉਚਾਰਾ। ਮਾਤਾ ਨੇ ਬਹੁਤ ਕਿਹਾ ਮਹਾਰਾਜ ਜੀ ਪਰਿਵਾਰ ਬਚਾ ਲਈਏ, ਬੱਚੇ ਬਚ ਜਾਣਗੇ, ਸਿੰਘ ਬਚ ਜਾਣਗੇ ਤੇ ਅਨੰਦਪੁਰ ਸਾਹਿਬ ਆਪਾਂ ਫੇਰ ਆ ਜਾਵਾਂਗੇ। ਪਹਾੜੀ ਰਾਜੇ ਰਸਤਾ ਹੀ ਦਿੰਦੇ ਪਏ ਨੇ, ਹੋਰ ਤਾਂ ਕੋਈ ਗੱਲ ਨਹੀਂ। ਪਰ ਮਹਾਰਾਜ ਨੇ ਮਾਤਾ ਦੀ ਇੱਕ ਨਹੀਂ ਸੁਣੀ, ਬਿਲਕੁਲ ਨਹੀਂ ਮੰਨੇ ਮਾਰੇ। ਕਹਿੰਦੇ ਮਾਤਾ ਹੋਰ ਸਾਰੀਆਂ ਗੱਲਾਂ ਤੇਰੀਆਂ ਸਿਰ ਮੱਥੇ ਤੇ, ਕਿਲਾ ਛੱਡਣ ਵਾਲੀ ਗੱਲ ਚ ਅਸੀਂ ਬਿਲਕੁਲ ਸਹਿਮਤ ਨਹੀਂ, ਭਾਵੇਂ ਸੂਰਜ ਇੱਧਰੋਂ ਚੜ ਜਾਏ ਅਸੀਂ ਨਹੀਂ ਗੱਲ ਮੰਨਣੀ। ਹਾਂਜੀ, ਰਾਏ ਗੁਲਾਬ ਸ਼ਾਮ ਸਿੰਘ ਦਊ। ਰਾਏ ਗੁਲਾਬ ਸ਼ਾਮ ਸਿੰਘ ਇਹ ਭਤੀਜੇ ਸਨ 10ਵੇਂ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ। ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਤਾਇਆ ਜੀ ਬਾਬਾ ਸੂਰਜਮਲ ਜੀ ਸਨ ਨਾ, ਜਿਹੜੇ ਗੁਰੂ ਹਰਗੋਬਿੰਦ ਸਾਹਿਬ ਦੇ ਦੂਸਰੇ ਪੁੱਤਰ। ਗੁਰੂ ਹਰਗੋਬਿੰਦ ਸਾਹਿਬ ਦੇ 5 ਪੁੱਤਰ ਸਨ, ਇੱਕ ਬਾਬਾ ਗੁਰਦਿੱਤਾ ਜੀ, ਦੂਜੇ ਬਾਬਾ ਸੂਰਜਮਲ ਜੀ, ਤੀਜੇ ਅਣੀ ਰਾਏ ਜੀ, ਚੌਥੇ ਅਟਲ ਰਾਏ ਜੀ ਤੇ ਪੰਜਵੇਂ ਤੇਗ ਬਹਾਦਰ ਜੀ। ਬਾਬਾ ਗੁਰਦਿੱਤਾ ਜੀ ਦੇ 2 ਪੁੱਤਰ ਸਨ, ਬਾਬਾ ਧੀਰਮਲ ਜੀ ਤੇ ਗੁਰੂ ਹਰਾਏ ਸਾਹਿਬ ਜੀ। ਬਾਬਾ ਸੂਰਜਮਲ ਦੇ ਅੱਗੋਂ ਇਹ 2 ਪੋਤਰੇ ਸਨ ਜਿਨ੍ਹਾਂ ਦਾ ਇੱਥੇ ਜ਼ਿਕਰ ਆਇਆ ਹੈ। ਸੂਰਜਮਲ ਦੇ ਪੋਤਰੇ ਕੌਣ ਸੀ? ਗੁਲਾਬ ਰਾਏ ਤੇ ਸ਼ਿਆਮ ਸਿੰਘ। ਹਾਂਜੀ, ਜਨਨੀ ਪਨੇ ਮਾਨ ਲਿਓ ਸੋ। ਹਾਂ, ਉਹ ਕੋਲ ਬੈਠੇ ਸਨ, ਭਤੀਜੇ ਸਨ ਮਹਾਰਾਜ ਦੇ, ਪਰ ਹੈਨ ਮਹਾਰਾਜ ਦੇ ਹਮ ਉਮਰ ਸਨ। ਕਿਉਂਕਿ ਬਾਬਾ ਸੂਰਜਮਲ ਜਿਹੜੇ ਉਹਨਾਂ ਦੀ ਸ਼ਾਦੀ ਬੜੇ ਟਾਈਮ ਨਾਲ ਹੋ ਗਈ ਤੇ ਉਹਨਾਂ ਦੇ ਬੱਚੇ ਵੀ ਟਾਈਮ ਨਾਲ ਹੋਏ। ਅੱਗੋਂ ਪੋਤਰੇ ਜਿਹੜੇ ਅਸੀਂ ਗੁਰੂ ਗੋਬਿੰਦ ਸਿੰਘ ਦੇ ਹਾਣੀ ਸਨ, ਗੁਲਾਬ ਸਿੰਘ ਤੇ ਸ਼ਾਮ ਸਿੰਘ ਜਿਹੜੇ ਸਨ, ਤੇ ਮਹਾਰਾਜ 10ਵੇਂ ਪਾਤਸ਼ਾਹ ਦੇ ਨਾਲ ਖੇਡਦੇ ਰਹੇ ਅਨੰਦਪੁਰ ਸਾਹਿਬ ਛੋਟੇ ਹੁੰਦੇ। ਉਹ ਕੋਲ ਬੈਠੇ ਨੇ, ਉਹ ਕਹਿੰਦੇ ਗੁਰੂ ਮਹਾਰਾਜ ਜੀ ਨੂੰ, ਮਹਾਰਾਜ ਜੀ ਮਾਤਾ ਦਾ ਬਚਨ ਨਾ ਮੋੜੋ। ਮਾਤਾ ਕਹਿ ਰਹੀ ਹੈ, ਮਨ ਜਵਾਬ ਜੀ ਕਰ ਲੀਨੇ ਬੜ ਜੰਗ ਅਖਾਰੇ। ਬੜੇ ਭਾਰੀ ਜੰਗ ਅਖਾੜੇ ਆਪ ਜੀ ਨੇ ਕਰ ਲਏ ਨੇ, ਹੁਣ ਕਿਰਪਾ ਕਰੋ ਜੰਗ ਟਾਲ ਦਈਏ। ਨਿਕਸਿਓ ਲਿਓ ਬਚਾਏ ਪਰਿਵਾਰੇ। ਹੁਣ ਪਰਿਵਾਰ ਬਚਾ ਲਓ, ਹੁਣ ਨਿਕਲ ਚੱਲੋ, ਇਹ ਟਾਈਮ ਹੱਥ ਨਹੀਂ ਆਉਣਾ ਮੁੜ ਕੇ। ਭਈ ਕੋਪ ਮਨ ਮਾਤ ਬਡੇਰੀ। ਮਾਤਾ ਵਿਚਾਰੀ ਬਜ਼ੁਰਗ 80 ਸਾਲ ਮਾਂ ਦੀ ਉਮਰ ਹੋ ਗਈ ਹੈ ਤੇ ਦੁਖੀ ਹੋ ਰਹੀ ਹੈ ਤੇ ਬਾਰ-ਬਾਰ ਤੁਹਾਨੂੰ ਤਰਲੇ ਕਰਦੀ ਹੈ ਵੀ ਕਿਰਪਾ ਕਰੋ, ਕਿਲਾ ਛੱਡੋ, ਕਿਲਾ ਛੱਡੋ। ਨਾਰਾਜ਼ ਹੋ ਕੇ, ਗੁੱਸੇ ਹੋ ਕੇ ਵਿਚਾਰੀ ਤੁਰ ਜਾਂਦੀ ਹੈ, ਫਿਰ ਤੁਹਾਨੂੰ ਮਨਾਉਣ ਆ ਜਾਂਦੀ ਹੈ। ਤੁਸੀਂ ਮਾਤਾ ਨੂੰ, ਬਜ਼ੁਰਗ ਮਾਤਾ ਨੂੰ ਦੁਖੀ ਨਾ ਕਰੋ ਤੇ ਅਨੰਦਪੁਰ ਦਾ ਕਿਲਾ ਛੱਡ ਦਿਓ। ਲਿਖਿਓ ਬਦਾਵਾ ਜਨਨ ਨਾ ਤੇਰੀ। ਦੇਖੋ ਤੇਰੀ ਮਾਂ ਨੇ, ਉਹ ਭਤੀਜੇ ਆ ਮਹਾਰਾਜ ਦੇ ਨਾ, ਤੇ ਕਹਿੰਦੇ ਮਹਾਰਾਜ ਤੁਹਾਡੀ ਮਾਂ ਨੇ ਤੁਹਾਨੂੰ ਵਿਦਾਵਾ ਤਾਂ ਨਹੀਂ ਦਿੱਤਾ, ਤੁਹਾਡਾ ਸਾਥ ਛੱਡਿਆ ਤਾਂ ਨਹੀਂ। ਇਹੀ ਕਹਿੰਦੀ ਹੈ ਨਾ ਵੀ ਤੁਹਾਨੂੰ ਨਾਲ ਲੈ ਕੇ ਜਾਣਾ, ਇਹ ਤਾਂ ਨਹੀਂ ਕਹਿੰਦੀ ਵੀ ਤੈਨੂੰ ਛੱਡ ਕੇ ਜਾਣਾ। ਅਕਸਰ ਨੂੰ ਮਾਂ ਹੈ ਤੇ ਮਾਂ ਦਾ ਬਚਨ ਮੰਨ ਲਓ ਤੁਸੀਂ।
ਔਰ ਕਰ ਆਈ ਕੀਨ ਸਤਿਆਰੀ। ਤੇ ਇਹ ਜਦੋਂ ਮਹਾਰਾਜ ਨੇ ਨਾ ਕੋਈ ਗੱਲ ਸੁਣੀ ਤੇ ਗੁਲਾਬ ਸਿੰਘ ਤੇ ਸ਼ਾਮ ਸਿੰਘ ਤੇ ਚੁੱਪ ਕਰਕੇ ਕਹਿ ਕੇ ਤੇ ਮਾਤਾ ਉੱਠ ਕੇ ਤਿਆਰੀ ਕਰਨ ਲੱਗ ਪਈ। ਕਹਿੰਦੀ ਚੰਗਾ ਫਿਰ ਜੇ ਤੁਸੀਂ ਨਹੀਂ ਨਾ ਜਾਣਦੇ ਮੈਂ ਚੱਲੀ। ਹਾਂਜੀ। ਜੁਗ ਪੋਤਰੇ ਪ੍ਰਿਆ ਘਰੇ ਅਗਾਰੀ। ਦੋਵੇਂ ਛੋਟੇ ਪੋਤਰੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਨੂੰ ਅੱਗੇ ਲਾ ਲਿਆ। ਉਚਰਿਓ ਸੂਤ ਸੰਗ ਤਤਕਾਲਾ। ਔਰ ਆਪਣੇ ਰਥਵਾਨ ਨੂੰ ਜਿਹੜੇ ਰੱਥ ਚਲਾਉਂਦੇ ਨਾ ਉਹਨੂੰ ਸੂਤ ਕਹਿੰਦੇ, ਰਥਵਾਨ ਵੀ ਕਹਿੰਦੇ ਆ। ਉਹ ਰਥਵਾਨ ਨੂੰ ਬੁਲਾ ਕੇ ਮਾਤਾ ਕਹਿਣ ਲੱਗੀ, ਸਿਅੰਦਨ ਕੀਜੈ ਤਿਆਰ ਵਿਸਾਲਾ। ਕਹਿਣ ਲੱਗੀ ਮੇਰਾ ਰੱਥ ਤਿਆਰ ਕਰ, ਮੇਰੇ ਰੱਥ ਦੇ ਉੱਤੇ ਤੂੰ ਵਿਛਾੜ ਪਾ ਦੇ, ਕੱਪੜੇ ਕੁੱਪੜੇ ਤਿਆਰੀ ਕਰ ਦੇ ਤੇ ਮੈਂ ਤੇ ਚੱਲੀ ਆ। ਹਾਂਜੀ। ਤ੍ਰਿਪਤ ਤਰੰਗਨ ਦਿਹੋ ਨਿਹਾਰੀ। ਔਰ ਆ ਜਿਹੜੇ ਰੱਥ ਵਿੱਚ ਘੋੜੇ ਲਾਣੇ ਨੇ ਉਹਨਾਂ ਨੂੰ ਵੀ ਜਲ ਪਾਣੀ ਛਕਾ ਲੈ। ਡਾਰੋ ਜੀਨ ਨਾ ਧਰੋ ਤੇ ਅਵਾਰੀ। ਘੋੜਿਆਂ ਦੇ ਕਾਠੀਆਂ ਪਾਓ ਤੇ ਚੱਲੀਏ। ਇਹ ਨਹੀਂ ਮੰਨਦੇ ਸਾਡੀ ਗੱਲ। ਦੇਖ ਮਾਤ ਕੀ ਗਤ ਤ੍ਰਿਤ ਹਾਲੇ। ਸਾਧ ਸੰਗ ਜਦੋਂ ਮਾਤਾ ਤਾਂ ਤਿਆਰ ਹੋ ਪਈ ਸੱਚੀ ਮੁੱਚੀ। ਮਾਤਾ ਨੇ ਜਦੋਂ ਇਹ ਕਿਹਾ ਵੀ ਚਲੋ ਪਾਓ ਜਿਹੜੇ ਰੱਥਾਂ ਦੇ ਉੱਤੇ ਛਾੜ ਪਾਓ ਤੇ ਰੱਥਾਂ ਨੂੰ ਘੋੜੇ ਜੋੜੋ, ਮੇਰਾ ਰੱਥ ਤਿਆਰ ਕਰਕੇ ਲਿਆਓ, ਤੇ ਮਾਤਾ ਨੇ ਜਦੋਂ ਰੱਥ ਮੰਗਾ ਲਿਆ ਤੇ ਸਾਹਿਬਜ਼ਾਦੇ ਦੋਵੇਂ ਉਂਗਲੀ ਲਾਏ ਤੇ ਮਾਤਾ ਤਿਆਰ ਹੋ ਪਈ ਜਾਣ ਨੂੰ। ਉਸ ਵੇਲੇ ਜਿਤਨਾ ਵੀ ਸਾਧ ਸੰਗਤ ਜੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਬੱਚਾ ਸਭ ਦਾ ਹੌਸਲਾ ਹਿੱਲ ਗਿਆ। ਉਸ ਵੇਲੇ ਦਿਲ ਸਾਰਿਆਂ ਦੇ ਦਹਿਲ ਗਏ ਵੀ ਹੁਣ ਕੀ ਬਣੇਗਾ, ਹੁਣ ਤਾਂ ਜਾਣਾ ਹੀ ਪਏਗਾ। ਲਿਖਨ ਬਿਦਾਵਾ ਸਿੰਧ ਦੁਖਾਲੇ। ਉਸ ਵੇਲੇ ਸਿੰਘ ਵੀ ਡੋਲ ਗਏ। ਉਸ ਵੇਲੇ ਫਿਰ ਬਿਦਾਵਾ ਲਿਖਣ ਨੂੰ ਸਿੰਘ ਔਲੇ ਹਨ। ਹਾਂਜੀ। ਕਾਗਦ ਦੇਹ ਕਲਮ ਰਸਨਾਈ। ਕਹਿੰਦੇ ਵੱਡਾ ਸਾਰਾ ਇੱਕ ਕਾਗਜ਼ ਲਿਆਂਦਾ ਗਿਆ ਤੇ ਰੁਸ਼ਨਾਈ ਕਹਿੰਦੇ ਨੇ ਸਿਆਹੀ ਨੂੰ, ਸਿਆਹੀ ਤੇ ਕਲਮ। ਹਾਂਜੀ। ਸ੍ਰੀ ਕਲਗੀ ਧਰ ਪਾਸ ਰਖਾਈ। ਕਲਗੀਧਰ ਪਾਤਸ਼ਾਹ ਨੇ ਕੋਲ ਰਖਾ ਲਈ। ਕਹਿੰਦੇ ਜਾਓ, ਮਹਾਰਾਜ ਕਹਿੰਦੇ ਜਾਓ ਪਰ ਲਿਖ ਕੇ ਜਾਓ। ਇਹ ਨਾ ਹੋਵੇ ਵੀ ਕੱਲ ਨੂੰ ਕਹੋ ਵੀ ਅਸੀਂ ਗੁਰੂ ਗੋਬਿੰਦ ਸਿੰਘ ਦਾ ਸਾਥ ਨਹੀਂ ਛੱਡਿਆ, ਹੁਣ ਲਿਖ ਕੇ ਜਾਓ ਵੀ ਤੂੰ ਸਾਡਾ ਗੁਰੂ ਨਹੀਂ ਸੀ, ਤੇਰੇ ਸਿੱਖ ਨਹੀਂ। ਹਾਂ। ਲਾਗੇ ਲਿਖਨ ਵਿਦਾਵਾ ਸਾਰੇ। ਉਸ ਵੇਲੇ ਸਾਧ ਸੰਗਤ ਜੀ ਫਿਰ ਹੌਸਲੇ ਢਹਿ ਗਏ ਤੇ ਸਭ ਸਿੰਘ ਵਿਦਾਵਾ ਲਿਖਣ ਲੱਗੇ ਹਨ। ਚਾਹੇ ਬਚਾਇਓ ਪ੍ਰਾਨਨ ਪਿਆਰੇ। ਹੁਣ ਪੁਰਾਣੇ ਪਿਆਰੇ ਪ੍ਰਾਣ ਬਚਾਉਣਾ ਚਾਹੁੰਦੇ ਨੇ। ਮਹਾ ਕਸ਼ਟ ਸਭ ਤੋਂ ਤਬ ਹੋਵਾ। ਪਰ ਉਹ ਸਿੰਘ ਖੁਸ਼ੀ ਨਾਲ ਥੋੜਾ ਵਿਦਾਵਾ ਲਿਖ ਰਹੇ ਨੇ, ਰੋ ਰੋ ਕੇ ਲਿਖ ਰਹੇ ਨੇ। ਉਹਨਾਂ ਦੀਆਂ ਅੱਖਾਂ 'ਚ ਵੀ ਹੰਝੂ ਆ ਜਾਂਦੇ ਨੇ ਜਦੋਂ ਲਿਖਦੇ ਨੇ ਤੇ ਉਹਨਾਂ ਦੇ ਮਨਾਂ ਨੂੰ ਬੜਾ ਭਾਰੀ ਕਸ਼ਟ ਹੋ ਰਿਹਾ ਹੈ। ਕਰਿਓ ਜੋ ਪ੍ਰਣ ਸੋ ਸਗਰੋ ਖੋਵਾ। ਕਹਿੰਦੇ ਜਿਹੜਾ ਪ੍ਰਣ ਕੀਤਾ ਸੀ, ਹੇ ਮਹਾਰਾਜ ਅਸੀਂ ਆਪਣਾ ਜੀਵਨ ਤੈਨੂੰ ਦਾਨ ਕੀਤਾ, ਇਹ ਸੀਸ ਤੇਰੇ ਚਰਨਾਂ 'ਚ ਭੇਟਾ ਕੀਤਾ। ਅਸੀਂ ਸਾਰੀ ਉਮਰ ਤੁਹਾਡਾ ਚਰਨਾਂ ਦਾ ਸਾਥ ਨਹੀਂ ਛੱਡਾਂਗੇ, ਜੀਵਾਂਗੇ ਮਰਾਂਗੇ ਤੁਹਾਡੇ ਨਾਲ। ਪਰ ਅੱਜ ਸਾਧ ਸੰਗਤ ਜੀ ਭੁੱਖ ਨੇ ਉਹ ਪ੍ਰਣ ਤੋੜ ਦਿੱਤਾ ਹੈ। ਹਾਂਜੀ। ਗੁਰੂ ਤਜੇ ਨਹਿ ਤਜਿਓ ਸਰੀਰ। ਆਹਾ। ਸਿੰਘ ਰੋਂਦੇ ਨੇ, ਵਿਦਾਵਾ ਲਿਖੀ ਜਾਂਦੇ ਨੇ। ਕਹਿੰਦੇ ਅਸੀਂ ਮਰ ਨਾ ਗਏ, ਗੁਰੂ ਛੱਡਣਾ ਪੈ ਗਿਆ ਸਾਨੂੰ, ਗੁਰੂ ਛੱਡਣਾ ਪੈ ਗਿਆ, ਅਸੀਂ ਸਰੀਰ ਨਹੀਂ ਛੱਡ ਸਕੇ। ਹਾਂਜੀ। ਪਛਤਾਵਤ ਚਿਤ ਭੈ ਅਧੀਰ। ਪਛਤਾਉਂਦੇ ਹਨ, ਖੁਸ਼ੀ ਨਾਲ ਨਹੀਂ ਲਿਖ ਰਹੇ ਸਿੰਘ, ਬੜੇ ਭਾਰੀ ਦੁਖੀ ਹੋ ਕੇ ਲਿਖ ਰਹੇ ਨੇ। ਵਿਖੈ ਪਰਸਪਰ ਲਿਖਤੇ ਜਾਹੇ। ਪਰਸਪਰ ਸਿੰਘ ਇੱਕ ਦੂਜੀ ਦਾ ਮੂੰਹ ਵੇਖਦੇ ਨੇ ਤੇ ਮਜਬੂਰੀ ਨਾਲ ਲਿਖੀ ਜਾਂਦੇ ਨੇ। ਇੱਕ ਦੂਜੀ ਦੇ ਚਿਹਰੇ ਵੱਲ ਦੇਖਦੇ ਵੀ ਸ਼ਾਇਦ ਕੋਈ ਕਹਿ ਦੇਵੇ ਨਾ ਲਿਖ, ਤੇ ਉਹ ਅਗਲਾ ਪਹਿਲਾਂ ਲਿਖਣ ਨੂੰ ਤਿਆਰ ਹੁੰਦਾ ਤੇ ਉਹਨੂੰ ਵੇਖ ਕੇ ਉਹ ਵੀ ਲਿਖ ਦਿੰਦਾ, ਦੂਜਾ ਵੀ ਲਿਖ ਦਿੰਦਾ, ਤੀਜਾ ਵੀ ਲਿਖ ਦਿੰਦਾ। ਏਦਾਂ ਫਿਰ ਸਿੰਘ ਕਾਗਜ਼ ਦੇ ਉੱਤੇ ਦਸਖਤ ਕਰਨ ਲੱਗ ਪਏ। ਹੋਏ ਉਦਾਸ ਗੁਰੂ ਲਿਖਵਾਹੇ। ਤੇ ਕਲਗੀਧਰ ਪਾਤਸ਼ਾਹ ਵੀ ਖੁਸ਼ ਨਹੀਂ ਹਨ, ਉਹ ਵੀ ਉਦਾਸ ਬੈਠੇ ਹਨ। ਕਹਿੰਦੇ ਇਹ ਕੁਦਰਤ ਵਾਹਿਗੁਰੂ ਤੇਰੀ ਕੈਸੀ ਅਜੀਬ ਖੇਡ ਹੈ। ਇਹ ਕਿਹੋ ਜਿਹਾ ਸਮਾਂ ਆ ਗਿਆ ਕਿ ਕਿੰਨੇ ਮਜਬੂਰੀ ਵਿੱਚ ਸਿੰਘ ਮੇਰੇ ਅੱਜ ਮੈਨੂੰ ਵਿਦਾਵਾ ਲਿਖ ਕੇ ਦੇ ਰਹੇ ਨੇ। ਚਾਲੀ ਸਿੰਘ ਰਹੇ ਹਟਤਾਰ। ਸਾਧ ਸੰਗਤ ਜੀ ਜਦੋਂ ਵਿਦਾਵਾ ਲਿਖਿਆ ਗਿਆ ਨਾ, 40 ਸਿੰਘ ਰਹਿ ਗਏ ਜੀ। ਉਹ ਕਹਿੰਦੇ ਅਸੀਂ ਨਹੀਂ ਲਿਖਣਾ, ਅਸੀਂ ਨਹੀਂ ਲਿਖਣਾ, ਹੱਠ ਕਰ ਗਏ। ਉਹ 40 ਸਿੰਘਾਂ ਨੇ ਹੱਠ ਕੀਤਾ, ਕਹਿੰਦੇ ਨਹੀਂ ਅਸੀਂ ਨਹੀਂ ਲਿਖਣਾ। ਜਿਨ੍ਹਾਂ ਨੇ ਲਿਖਿਆ ਉਹ ਵੀ ਸਿੰਘ ਸਾਧ ਸੰਗਤ ਸ਼ਹੀਦ ਹੋਏ ਨੇ, ਔਰ ਉਹਨਾਂ ਦੀ ਵੀ ਬਾਅਦ ਵਿੱਚ ਗੁਰੂ ਸਾਹਿਬ ਦੇ ਦਰਬਾਰ 'ਚ ਪ੍ਰਵਾਨਗੀ ਹੋਈ ਹੈ। ਇਹ ਗੱਲਾਂ ਮਨ ਦੇ ਉੱਤੇ ਨਾ ਲੈਣੀਆਂ ਵੀ ਜਿਨ੍ਹਾਂ ਨੇ ਵਿਦਾਵਾ ਲਿਖਿਆ ਤੇ ਉਹ ਗੁਰੂ ਸਾਹਿਬ ਤੋਂ ਟੁੱਟ ਗਏ। ਉਹ ਤਾਂ ਇੱਕ ਪ੍ਰੀਖਿਆ ਖੇਡ ਹੋ ਰਹੀ ਸੀ, ਗੁਰੂ ਦੀ ਲੀਲਾ ਹੋ ਰਹੀ ਸੀ। ਤੇ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇਉਂ ਕੁਝ ਕਹਿਣਾ ਚਾਹੁੰਦੇ ਸੀ ਵੀ ਤੂੰ ਕੱਲ ਨੂੰ ਇਹ ਨਾ ਕਹਿ ਦੇਵੇ ਵੀ ਗੁਰੂ ਨੇ ਰੋਕਿਆ ਨਹੀਂ ਸੀ। ਗੁਰੂ ਨੇ ਇਹ ਨਹੀਂ ਸੀ ਆਖਿਆ ਵੀ ਤੁਸੀਂ ਚਲੇ ਜਾਓ ਅਨੰਦਪੁਰ ਸਾਹਿਬ 'ਚੋਂ
ਮੈਨੂੰ ਤੇ ਉਹ ਨੁਕਸਾਨ ਕਰਵਾ ਕੇ ਬਹਿ ਗਿਆ। ਗੁਰੂ ਦੀ ਗੱਦੀ ਦੇ ਉੱਤੇ ਕੋਈ ਕਿਸੇ ਤਰ੍ਹਾਂ ਦੀ ਉਂਗਲ ਨਾ ਉੱਠੇ, ਗੁਰੂ ਦੀ ਹਸਤੀ ਉੱਤੇ ਕੋਈ ਕਿਸੇ ਤਰ੍ਹਾਂ ਕਿੰਤੂ ਨਾ ਹੋਵੇ। ਜੇ ਮਹਾਰਾਜ ਇੱਦਾਂ ਪਹਿਲਾਂ ਹੀ ਲੈ ਕੇ ਤੁਰ ਪੈਂਦੇ ਨਾਲ ਸਾਰਿਆਂ ਨੂੰ, ਤੇ ਰਸਤੇ 'ਚ ਸਿੰਘ ਸ਼ਹੀਦ ਹੋਏ ਤੇ ਲੋਕਾਂ ਨੇ ਕਹਿਣਾ ਸੀ ਕਾਹਦਾ ਅੰਤਰਜਾਮੀ ਗੁਰੂ ਸੀ, ਆਪਣਾ ਸਾਰਾ ਕੁਝ ਹੀ ਮਰਵਾ ਕੇ ਬਹਿ ਗਿਆ। ਮਹਾਰਾਜ ਸੱਚੇ ਪਾਤਸ਼ਾਹ ਪੱਕਿਆਂ ਕਰ ਰਹੇ ਸਿੰਘੋ, ਸਾਨੂੰ ਪਤਾ ਹੈ ਬਾਹਰ ਨੁਕਸਾਨ ਹੋਣਾ, ਔਰ ਅਸੀਂ ਦੁਸ਼ਮਣ ਦੀ ਕੂਟਨੀਤੀ 'ਚ ਨਹੀਂ ਫਸ ਰਹੇ, ਤੁਸੀਂ ਫਸ ਰਹੇ ਹੋ। ਉਹ ਫਿਰ ਵਿਦਾਵਾ ਤਾਂ ਲਿਖਵਾਇਆ। ਹੁਣ 40 ਸਿੰਘ ਜਿਹੜੇ ਨੇ ਉਹ ਇੱਕ ਪਾਸੇ ਖਲੋਤੇ ਰਹਿ ਗਏ, ਉਹਨਾਂ ਨੂੰ ਆਵਾਜ਼ਾਂ ਮਾਰੀਆਂ, ਆ ਜਾਓ ਲਿਖੋ। ਕਹਿੰਦੇ ਨਾ ਮਹਾਰਾਜ ਅਸੀਂ ਨਹੀਂ ਲਿਖਣਾ। 40 ਸਿੰਘ ਰਹੇ ਹੱਠਤਾਰ, 40 ਸਿੰਘ ਰਹਿ ਗਏ ਹੱਠ ਵਾਲੇ ਜਿਨ੍ਹਾਂ ਨੇ ਨਹੀਂ ਲਿਖਿਆ ਵਿਦਾਵਾ। ਆਮ ਤੌਰ ਤੇ ਅੱਜ ਕੱਲ੍ਹ ਇਹ ਸੁਣਾ ਦਿੰਦੇ ਆ ਵੀ 40 ਸਿੰਘਾਂ ਨੇ ਲਿਖਿਆ। ਆਮ ਦੇ ਆਪਾਂ ਢਾਡੀਆਂ ਤੋਂ ਹੀ ਸੁਣਦੇ ਆ ਵੀ 40 ਨੇ ਲਿਖਿਆ, ਬਾਕੀਆਂ ਨੇ ਨਹੀਂ ਲਿਖਿਆ। ਪਰ ਭਾਈ ਸਾਹਿਬ ਜੀ ਲਿਖਦੇ 40 ਨੇ ਨਹੀਂ ਲਿਖਿਆ, ਬਾਕੀਆਂ ਨੇ ਲਿਖ ਦਿੱਤਾ। ਨਹੀਂ ਲਿਖੈ ਗੁਰ ਕੀਨ ਉਚਾਰ। ਮਹਾਰਾਜ ਕਹਿੰਦੇ ਲਿਖੋ, ਉਹ ਕਹਿੰਦੇ ਨਹੀਂ ਮਹਾਰਾਜ ਅਸੀਂ ਨਹੀਂ ਵਿਦਾਵਾ ਲਿਖਿਆ, ਤੂੰ ਇਹ ਜਾਂਦੇ ਜਾਣ, ਅਸੀਂ ਨਹੀਂ ਜਾਣਾ ਤੁਹਾਨੂੰ ਛੱਡ ਕੇ, ਜਦ ਤੁਸੀਂ ਤੁਰੋਗੇ ਅਸੀਂ ਤੁਰਾਂਗੇ। ਹਾਂਜੀ, ਤੁਮ ਪੀ ਲਿਖੋ ਬਨੋ ਸਮਸੰਗੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਲਿਖ ਦਿਓ, ਤੁਸੀਂ ਵੀ ਸਾਥੀ ਬਣ ਜਾਓ, ਤੁਹਾਡੇ ਨਾਲ ਦੇ ਨੇ, ਤੁਸੀਂ ਕਿਉਂ ਰੁਕੇ ਹੋਏ ਹੋ? ਹਾਂਜੀ, ਕਿਉਂ ਹਟ ਰਹੇ ਨਾ ਹੋਏ ਇੱਕ ਵਰੰਗੀ। ਤੁਸੀਂ ਕਿਉਂ ਹਟੇ ਹੋ, ਤੁਸੀਂ ਕਿਉਂ ਖੜੇ ਹੋ? ਉੱਠੋ ਸਿੰਘੋ, ਲਿਖੋ ਸਾਰੇ ਤੁਸੀਂ ਵੀ। ਉਦੈ ਸਿੰਘ, ਆਲਮ ਸਿੰਘ ਆਦ। ਇਹ ਕਿਹੜੇ ਸਿੰਘ ਸਨ? ਭਾਈ ਸਾਹਿਬ ਭਾਈ ਉਦੈ ਸਿੰਘ ਜੀ। ਉਦੈ ਸਿੰਘ ਭਾਈ ਬਚਿੱਤਰ ਸਿੰਘ ਦੇ ਭਰਾ ਸਨ, ਮਨੀ ਸਿੰਘ ਦੇ ਬੇਟੇ ਸਨ। ਭਾਈ ਮਨੀ ਸਿੰਘ ਦੇ 10 ਪੁੱਤਰ ਸਨ, ਸ਼ਹੀਦ ਹੋਏ ਹਨ। 12 ਭਰਾ ਸੀ ਮਨੀ ਸਿੰਘ ਹੋਰੀ, ਉਹ ਵੀ ਸ਼ਹੀਦ ਹੋਏ। ਭਾਈ ਮਾਨ ਸਿੰਘ ਜੀ, ਨਿਹੰਗ ਸਿੰਘ ਮਨੀ ਸਿੰਘ ਦੇ ਸਕੇ ਭਰਾ ਸਨ। ਭਾਈ ਬਚਿੱਤਰ ਸਿੰਘ ਮਨੀ ਸਿੰਘ ਦੇ ਪੁੱਤਰ ਸਨ। ਚਿੱਤਰ ਸਿੰਘ, ਬਚਿੱਤਰ ਸਿੰਘ, ਉਦੈ ਸਿੰਘ, ਅਜਬ ਸਿੰਘ, ਜੈਬ ਸਿੰਘ, ਅਨਕ ਸਿੰਘ, ਦੇਸਾ ਸਿੰਘ, ਰਹਿਤਨਾਮੀਆਂ, ਇਹ ਭਾਈ ਮਨੀ ਸਿੰਘ ਦੇ ਪੁੱਤਰ ਸਨ। ਆਲਮ ਸਿੰਘ ਮਨੀ ਸਿੰਘ ਦਾ ਭਤੀਜਾ ਸੀਗਾ। ਆਲਮ ਸਿੰਘ ਦਸ਼ਮੇਸ਼ ਦਾ ਗੜਵਈ ਸੀ ਤੇ ਉਦੈ ਸਿੰਘ ਫੌਜ ਦਾ ਜਰਨਲ ਸੀ ਸਾਰੀ ਦਾ। ਉਦੈ ਸਿੰਘ, ਆਲਮ ਸਿੰਘ ਆਦ, ਨਾਰ ਸਿੰਘ, ਸ਼ੇਰ ਸਿੰਘ, ਇਹ ਬੜੇ ਬਲੀ। ਕਹਿੰਦੇ 25 ਸਿੰਘ ਦਾ ਮਹਾਰਾਜ ਦੇ ਕੋਲ ਇਹੋ ਜਿਹੇ ਸਨ ਜਿਹਨੂੰ ਅੱਜ ਕੱਲ੍ਹ ਕਹਿੰਦੇ ਨੇ ਵੀ ਕਮਾਂਡੋ ਟ੍ਰੇਨਿੰਗ ਹੈ। 25 ਸਿੰਘਾਂ ਨੂੰ ਤਾਂ ਮਹਾਰਾਜ ਨੇ ਕਮਾਂਡੋ ਟ੍ਰੇਨਿੰਗ ਦਿੱਤੀ ਸੀ। ਉਹਨਾਂ 'ਚ ਆਲਮ ਸਿੰਘ, ਉਦੈ ਸਿੰਘ, ਭਾਈ ਬਚਿੱਤਰ ਸਿੰਘ, ਭਾਈ ਅਜਬ ਸਿੰਘ, ਜੈਬ ਸਿੰਘ, ਭਾਈ ਮੋਹਕਮ ਸਿੰਘ, 5 ਪਿਆਰਿਆਂ 'ਚੋਂ। ਇਹ ਤਾਂ ਜੇ ਕਹਿੰਦੇ ਵੀ ਦਿਨੇ ਤਾਰੇ ਤੋੜ ਕੇ ਵੀ ਅਸਮਾਨ ਦੇ ਲਿਆ ਸਕਦੇ, ਇੰਨੀ ਤਾਕਤ ਮਹਾਰਾਜ ਨੇ ਦਿੱਤੀ ਹੋਈ ਸੀ। ਉਹ ਬਲੀ ਸਿੰਘ ਜਿਹੜੇ ਹਨ ਉਹ ਕਹਿੰਦੇ ਮਹਾਰਾਜ ਅਸੀਂ ਨਹੀਂ ਲਿਖਣਾ, ਸਾਥੋਂ ਨਹੀਂ ਲਿਖਿਆ ਜਾਂਦਾ। ਹਾਂਜੀ, ਸੁਨ ਪਿਖ ਕਹਿ ਬਿਸਮੈ ਸੰਵਾਦ। ਇਹ ਗੱਲ ਸੁਣ ਕੇ ਸਭ ਹੈਰਾਨ ਜੇ ਹੋ ਗਏ ਸਿੰਘ। ਕਹਿਣ ਲਗੇ ਹਮ ਲਿਖੈ ਨਾ ਕੋਈ। ਭਾਈ ਆਲਮ ਸਿੰਘ ਕਹਿੰਦਾ ਮੈਂ ਨਹੀਂ ਲਿਖਣਾ, ਉਦੈ ਸਿੰਘ ਕਹਿੰਦਾ ਮੈਂ ਵੀ ਨਹੀਂ ਲਿਖਣਾ, ਬਚਿੱਤਰ ਸਿੰਘ ਕਹਿੰਦਾ ਮੈਂ ਵੀ ਨਹੀਂ ਲਿਖਣਾ। ਏਦਾਂ ਜਿਹੜੇ ਮੋਹਰੇ ਸਿੰਘ ਖੜੇ ਸਨ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਭਾਈ ਦਇਆ ਸਿੰਘ ਜੀ, ਇਹ ਸਾਰੇ ਵਿਦਾਵਾ ਲਿਖਣ ਤੋਂ ਇਨਕਾਰ ਕਰੀ ਜਾਂਦੇ। ਕਾਲੀ ਕਾਲ ਬਾਦ ਹੋਏ ਸੋਈ। ਕਹਿੰਦੇ ਜੇ ਅਸੀਂ ਇੰਨੀ ਕਾਲ ਕੇ ਹੁਣ ਵਿਦਾਵਾ ਲਿਖਤਾ, ਸਾਡੀ ਕਾਲਣਾ ਬਿਰਥ ਚਲੀ ਜਾਏਗੀ। ਹਾਂਜੀ, ਸੁਨ ਦੋਨੋਂ ਲੋਕਨ ਸੰਗ ਸਹਾਈ। ਇਹ ਗੁਰੂ ਸਾਹਿਬ ਸਾਡੇ ਦੋਵਾਂ ਲੋਕਾਂ ਦੇ ਸੰਗ ਸਹਾਈ ਨੇ। ਇਹ ਲੋਕ ਸੁਖੀਏ ਪਰਲੋਕ ਸੁਹੇਲੇ ਬਣਾਉਣ ਵਾਲੇ ਨੇ। ਇਹ ਲੋਕ ਪਰਲੋਕ ਸੰਗ ਸਹਾਈ, ਜਤ ਕਤ ਮੋਹ ਰਖਵਾਲੇ। ਇਹਦੇ ਸਾਡੇ ਲੋਕ ਪਰਲੋਕ ਦੇ ਰਾਖੇ ਨੇ। ਭਲਾ ਇਹਨਾਂ ਨੂੰ ਅਸੀਂ ਕਿਵੇਂ ਵਿਦਾਵਾ ਲਿਖ ਕੇ ਦਈਏ? ਅਸ ਗੁਰ ਕੋ ਕਹੂੰ ਕਰ ਤਜ ਜਾਈ। ਐਸੇ ਸਤਿਗੁਰੂ ਜਿਹੜੇ ਹਲਤ ਪਲਤ ਦੇ ਮਾਲਕ ਨੇ, ਉਹਨਾਂ ਨੂੰ ਛੱਡ ਕੇ ਅਸੀਂ ਕਿੱਥੇ ਜਾਵਾਂਗੇ? ਫਿਰ ਕਿਹੜਾ ਮੌਤ ਨਹੀਂ ਆਵੇਗੀ? ਹਾਂਜੀ, ਨਿਕਸਿਓ ਦੁਰਗ ਕੀ ਰਹੀਏ ਅੰਤਰ। ਕਹਿਣ ਲੱਗੇ ਮਹਾਰਾਜ ਜੀ ਤੁਹਾਡੀ ਮਰਜ਼ੀ ਹੈ, ਨਾਲ ਚੱਲੀਏ ਮਾਤਾ ਦੇ, ਚੱਲਾਂਗੇ। ਤੁਹਾਡੀ ਮਰਜ਼ੀ ਹੈ, ਪਿੱਛੇ ਰਹੋ, ਅਸੀਂ ਤੁਹਾਡੇ ਨਾਲ ਰਵਾਂਗੇ। ਆਖੋ ਸਤਨਾਮ। ਧੰਨ ਸਨ ਭਾਈ ਆਲਮ ਸਿੰਘ ਜੀ, ਧੰਨ ਭਾਈ ਉਦੈ ਸਿੰਘ ਜੀ, ਧੰਨ ਭਾਈ ਦਇਆ ਸਿੰਘ ਜੀ, ਧੰਨ ਭਾਈ ਮੋਹਕਮ ਸਿੰਘ ਜੀ, ਸਾਹਿਬ ਸਿੰਘ ਜੀ। ਕਹਿਣ ਲੱਗੇ ਮਹਾਰਾਜ ਤੁਸੀਂ ਚੱਲੋ, ਅਸੀਂ ਚੱਲਾਂਗੇ, ਤੁਸੀਂ ਰਹੋ, ਅਸੀਂ ਰਵਾਂਗੇ, ਤੁਹਾਡੇ ਨਾਲ ਰਵਾਂ, ਤੁਹਾਡੇ ਨਾਲ ਜੀਵਾਂਗੇ, ਤੁਹਾਡੇ ਨਾਲ ਮਰਾਂਗੇ। ਹਾਂਜੀ, ਹਮ ਨਹਿ ਸ਼ੋਰੈ ਸੰਗ ਨਿਰੰਤਰ। ਅਸੀਂ ਨਹੀਂ ਤੁਹਾਡਾ ਸੰਗ ਛੱਡਣਾ। ਜਦੋਂ ਆਲਮ ਸਿੰਘ, ਉਦੈ ਸਿੰਘ, ਮੁਖੀ ਸਿੰਘਾਂ ਨੇ ਗੱਲ ਕਹਿ ਦਿੱਤੀ, ਪਿੱਛੇ ਹੋਰ ਖਾਲਸਾ ਵੀ ਤਿਆਰ ਬਰ ਤਿਆਰ ਹੋ ਗਏ। ਇੱਕ ਦੋਏ ਬਾਰ ਕਹਿਓ ਗੁਰ ਫੇਰ ਵੀ ਮਹਾਰਾਜ ਕਹੀ ਜਾਂਦੇ, ਇੱਕ ਵਾਰੀ ਨਾ ਵੀ ਸੋਚ ਲਓ ਭਾਈ, ਜਾਣਾ ਤਾਂ ਜਾਓ, ਲਿਖ ਦਿਓ ਤੁਸੀਂ ਵੀ। ਕਿਉਂ ਤੁਮ ਲਿਖਿਓ ਨਾ ਲਾਭ ਹੋ ਦੇ। ਕਿਉਂ ਨਹੀਂ ਲਿਖਦੇ ਤੁਸੀਂ ਕਿਉਂ ਨਹੀਂ ਲਿਖਦੇ? ਆਲਮ ਸਿੰਘ ਲਿਖ। ਉਹ ਕਹਿੰਦਾ ਮਹਾਰਾਜ ਕਿਉਂ ਮੈਨੂੰ ਕਹਿੰਦੇ ਹੋ ਮੈਂ ਨਹੀਂ ਲਿਖਣਾ?
ਭਾਵੇਂ ਇਧਰੋਂ ਉਧਰ ਸੂਰਜ ਚੜ੍ਹ ਜੇ, ਧਰਤੀ ਅਸਮਾਨ ਬਦਲ ਜੇ, ਮੈਂ ਨਹੀਂ ਲਿਖਣਾ। ਹਾਂਜੀ, ਹਾਥ ਜੋਰ ਸਭ ਕਰੀ ਪ੍ਰਣਾਮ। ਜਦੋਂ ਆਲਮ ਸਿੰਘ, ਉਦੇ ਸਿੰਘ, ਭਾਈ ਦਇਆ ਸਿੰਘ, ਮੋਹਕਮ ਸਿੰਘ, ਬਚਿੱਤਰ ਸਿੰਘ, ਇਹ ਸਿੰਘ ਅੜ ਗਏ, ਬਾਕੀ ਸਿੰਘਾਂ ਦਾ ਵੀ ਹੌਸਲਾ ਜਿਹੜਾ ਸੀ ਨਾ ਉਹ ਹੋ ਗਿਆ ਵੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੇਖੋ ਕਿੰਨਾ ਸਿੰਘਾਂ ਦਾ ਪ੍ਰੇਮ ਹੈ, ਤੇ ਆਪਾਂ ਮਹਾਰਾਜ ਦਾ ਸਾਥ ਨਹੀਂ ਛੱਡਣਾ, ਹੌਸਲਾ ਹੋ ਗਿਆ। ਹਮ ਤੋ ਰਹੇ ਆਪ ਕੀ ਸ਼ਾਨ। ਕਹਿਣ ਲੱਗੇ ਅਸੀਂ ਤਾਂ ਤੁਹਾਡੀ ਸ਼ਰਨ 'ਚ ਹੀ ਰਹਾਂਗੇ। ਹਾਂਜੀ, ਦਿਆ ਸਿੰਘ ਤੇ ਆਦਿਕ ਪੰਚੇ। ਪੰਜ ਪਿਆਰੇ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ, ਪੰਜ ਪਿਆਰੇ। ਪੰਚੋ ਮੁਕਤੇ ਸਿੱਖੀ ਸੰਚੇ। ਪੰਜ ਮੁਕਤੇ, ਭਾਈ ਦੇਵਾ ਸਿੰਘ ਜੀ, ਟਹਿਰ ਸਿੰਘ ਜੀ, ਈਸ਼ਰ ਸਿੰਘ ਜੀ, ਇਹ ਪੰਜ ਮੁਕਤੇ। ਪੰਜ ਮੁਕਤੇ ਉਹ ਕਹੇ ਜਾਂਦੇ ਜਦੋਂ ਮਹਾਰਾਜ ਅੰਮ੍ਰਿਤ ਛਕਾਇਆ ਨਾ ਪੰਜਾਂ ਪਿਆਰਿਆਂ ਨੂੰ, ਫਿਰ ਪੰਜਾਂ ਪਿਆਰਿਆਂ ਨੂੰ ਆਪ ਅੰਮ੍ਰਿਤ ਛਕਿਆ ਦਸਵੇਂ ਪਾਤਸ਼ਾਹ ਨੇ। ਗੋਬਿੰਦ ਰਾਜ ਤੋਂ ਗੋਬਿੰਦ ਸਿੰਘ ਬਣੇ। ਜਦੋਂ ਮਹਾਰਾਜ ਨੇ ਅੰਮ੍ਰਿਤ ਛਕ ਲਿਆ ਉਸ ਤੋਂ ਬਾਅਦ ਮਹਾਰਾਜ ਨੇ ਆਖਿਆ ਆਓ ਵੀ ਤੁਸੀਂ ਹੋਰ ਆਓ ਹੁਣ। ਫਿਰ ਪੰਜ ਹੋਰ ਆਏ, ਉਹ ਦੇਵਾ ਸਿੰਘ, ਟਹਿਲ ਸਿੰਘ, ਈਸ਼ਰ ਸਿੰਘ, ਕਰਮ ਸਿੰਘ, ਫਿਰ ਉਹਨਾਂ ਨੇ ਅੰਮ੍ਰਿਤ ਛਕਿਆ ਤੇ ਉਹ ਪੰਜ ਮੁਕਤੇ ਕਹੇ ਗਏ। ਉਹਨਾਂ ਤੋਂ ਬਾਅਦ 11 ਨੇ ਅੰਮ੍ਰਿਤ ਛਕਿਆ, ਬਖਸ਼ ਸਿੰਘ, ਬਖਸ਼ੀਸ਼ ਸਿੰਘ ਮਾਝੇ ਦੇ ਸਿੰਘ ਸਨ, ਉਹਨਾਂ ਨੇ ਅੰਮ੍ਰਿਤ ਛਕਿਆ। ਫਿਰ ਉਸ ਤੋਂ ਬਾਅਦ 20,000 ਲੋਕ ਇਕੱਠੇ ਹੋ ਕੇ ਅੰਮ੍ਰਿਤ ਛਕਣ ਆ ਗਏ। ਰੋਜ਼ ਫਿਰ 100-100 200 ਅੰਮ੍ਰਿਤ ਛਕਦੇ ਸਨ। ਤੇ ਜਿਨ੍ਹਾਂ ਪੰਜਾਂ ਨੂੰ ਅੰਮ੍ਰਿਤ ਛਕਾਇਆ ਪਹਿਲਾਂ ਉਹ ਪੰਜ ਪਿਆਰੇ, ਜਿਨ੍ਹਾਂ ਨੇ ਉਸ ਤੋਂ ਬਾਅਦ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਿਆ ਉਹ ਸਨ ਪੰਜ ਮੁਕਤੇ। ਪੰਜ ਪਿਆਰੇ ਵੀ ਤੇ ਪੰਜ ਮੁਕਤੇ ਵੀ ਇਹ ਸਾਧ ਸੰਗਤ ਚਮਕੌਰ ਦੀ ਗੜੀ 'ਚ ਸ਼ਹੀਦ ਹੋਏ ਹਨ। ਹਾਂਜੀ, 10 ਇਹ ਰਹੇ 30 ਸਿੱਖ ਔਰ। 10 ਤਾਂ ਇਹ ਰਹਿ ਗਏ, ਪੰਜ ਪਿਆਰੇ ਤੇ ਪੰਜ ਮੁਕਤੇ, ਤੇ 30 ਸਿੰਘ ਹੋਰ ਰਹਿ ਗਏ। ਉਦੈ ਸਿੰਘ ਆਦਿਕ ਭਟ ਮੋਰ। ਭਾਈ ਉਦੇ ਸਿੰਘ ਜੀ ਤੇ ਭਾਈ ਆਲਮ ਸਿੰਘ ਆਦਿਕ, ਇਹ 40 ਸਿੰਘ ਇੱਕ ਪਾਸੇ ਖੜੇ ਕਹਿੰਦੇ ਅਸੀਂ ਨਹੀਂ ਲਿਖਾਂਗੇ। ਹਾਂਜੀ, 40 ਸਿੰਘ ਨਹੀਂ ਤਬ ਲਿਖਿਓ। 40 ਸਿੰਘਾਂ ਨੇ ਨਹੀਂ ਲਿਖਿਆ ਬਦਾਵਾ। ਹਾਂਜੀ, ਅਪਰ ਸਭਨ ਲਿਖ ਦੀਨ ਸਿੱਖਿਓ। ਬਾਕੀ ਸਾਰਿਆਂ ਦੇ ਹੱਥ ਲਿਖੇ ਗਏ ਗੁਰੂ ਸਾਹਿਬ ਦੇ ਸਾਹਮਣੇ। ਹਾਂਜੀ, ਰਹਿਓ ਬੀਜ ਔਰ ਗੁਰੂ ਵਿਚਾਰਾ। ਮਹਾਰਾਜ ਕਹਿੰਦੇ ਬੀਜ ਰਹਿ ਗਿਆ। ਜੋ ਸਰਬਲੋ ਪ੍ਰਕਾਸ਼ ਗ੍ਰੰਥ ਦੇ ਵਿੱਚ ਪੰਕਤੀ ਆਈ ਨਾ, ਜਿੱਥੇ ਮਹਾਰਾਜ ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ, ਖਾਲਸਾ ਮੇਰੋ ਮੁਖ ਹੈ ਅੰਗਾ, ਖਾਲਸੇ ਕੇ ਹੋਂ ਸਦ ਸਦ ਸੰਗਾ। ਉੱਥੇ ਸਾਧ ਸੰਗਤ ਜੀ ਇਹ ਪੰਕਤੀ ਵੀ ਆਉਂਦੀ ਹੈ, 40 ਨਾਰੇ ਬੀਜ ਖਾਲਸੇ, ਮੁਕਤੇ ਪਾਵਨ ਸਿੰਘ ਬਲੀ। ਇਹ ਜਿਹੜੇ 40 ਨੇ ਇਹ ਮੈਂ ਬੀਜ ਰੱਖ ਲਿਆ। ਜਿਵੇਂ ਜ਼ਿਮੀਦਾਰ ਇੱਕ ਖੇਤਾਂ 'ਚ ਦਾਣੇ ਕੱਢ ਕੇ ਲਿਆਉਂਦਾ, ਚੰਗੇ ਦਾਣੇ ਨਾ ਉਹ ਸਾਂਭ ਕੇ ਰੱਖਦਾ ਬੀਜ ਪਾਣ। ਇਹ ਸੱਚਖੰਡ ਵਿੱਚ ਬੀਜ ਰਹਿ ਗਿਆ ਸਿੱਖੀ ਦਾ। ਜਦੋਂ ਧਰਤੀ ਉੱਤੇ ਸਿੱਖੀ ਨੂੰ ਕੋਈ ਖਤਰਾ ਹੋਵੇਗਾ, ਇੱਕ ਸਿੰਘ ਭੇਜ ਦਿਆਂਗਾ, ਉਹ ਸਾਰਾ ਕੰਮ ਸੰਭਾਲ ਲਿਆ ਕਰੇਗਾ। ਇਹ ਮਹਾਰਾਜ ਦਸਵੇਂ ਪਾਤਸ਼ਾਹ ਦਾ ਪੰਥ ਹੈ, ਕੋਈ ਖਤਰਾ ਨਾ ਸਮਝਿਆ ਕਰੋ। ਕਈ ਵਾਰੀ ਸਾਡੇ ਵਰਗੇ ਕਹਿੰਦੇ ਜੀ ਪੰਥ ਨੂੰ ਖਤਰਾ ਪੈ ਗਿਆ ਜੀ। ਸਤਿ ਸ੍ਰੀ ਅਕਾਲ। ਪੰਥ ਨੂੰ ਕੋਈ ਖਤਰਾ ਨਹੀਂ ਖਾਲਸਾ ਜੀ। ਪੰਥ ਤਾਂ ਮਹਾਰਾਜ ਦਾ ਪਰਮੇਸ਼ਰ ਦਾ ਆਪਣਾ ਸਾਜਿਆ ਹੋਇਆ, ਇਹਨੂੰ ਕਾਹਦਾ ਖਤਰਾ। ਉਹ ਸੱਚਖੰਡ ਵਿੱਚ ਬੈਠੇ ਆ 40 ਸਿੰਘ, ਜਦੋਂ ਲੋੜ ਪੈਣੀ ਮਹਾਰਾਜ ਨੇ ਇੱਕ ਅੱਧਾ ਭੇਜ ਦੇਣਾ, ਸਾਰਾ ਬੇੜਾ ਬੰਨੇ ਲਾ ਦੇਗਾ। ਐਸੀ ਕੋਈ ਖਤਰੇ ਵਾਲੀ ਗੱਲ ਨਹੀਂ। ਇਹ ਤਾਂ ਜਿੰਨੀਆਂ ਹਨੇਰੀਆਂ ਹੁੰਦੀਆਂ, ਤੂਫਾਨ ਆਉਂਦੇ, ਕਈ ਵਾਰੀ ਆਉਂਦੇ ਜਾਂਦੇ ਰਹਿੰਦੇ ਆ। ਮਹਾਰਾਜ ਕਹਿੰਦੇ 40 ਨਾਰੇ ਬੀਜ ਖਾਲਸਾ, ਮੁਕਤੇ ਪਾਵਨ ਸਿੰਘ ਬਲੀ, ਮਾਤ ਭਗਵਤੀ ਪਿਤਾ ਕਾਲ ਪੁਰਖ ਗੋਦ ਦੀ ਲੈ ਖਾਲ ਪਲੀ। ਇਹ ਖਾਸ ਅਕਾਲ ਪੁਰਖ ਦੀ ਖੇਡ ਹੈ, ਇਹ ਕੋਈ ਸੰਸਾਰ ਦੀ ਖੇਡ ਥੋੜਾ। ਸੰਸਾਰ ਦੀਆਂ ਖੇਡਾਂ ਬਣ ਕੇ ਖਤਮ ਹੋ ਸਕਦੀਆਂ। ਜਿਨ ਕੀ ਸਿਰਜਨ ਹਮ ਕਰੀ ਨਿਜ ਹਾਥਨ ਕੇ ਸਾਥ, ਉਨਕੀ ਸਮਸਰ ਜੋ ਕਰੇ ਗਲ ਜਾਏ ਕੁਲ ਸਾਥ। ਮਹਾਰਾਜ ਕਹਿੰਦੇ ਖਾਲਸਾ ਅਸੀਂ ਆਪ ਸਾਜਿਆ ਹੈ, ਦਰਗਾਹੀ ਖੇਡ ਹੈ। ਹਾਂਜੀ, ਵਧੈ ਪੰਥ ਪੁਨ ਮੋਹਿ ਉਦਾਰਾ। ਮਹਾਰਾਜ ਕਹਿੰਦੇ ਪੰਥ ਸਾਡਾ ਵਧੇਗਾ, ਬੇਅੰਤ ਪੰਥ ਹੋ ਜਾਏਗਾ ਖਾਲਸਾ। ਸੰਸਾਰ ਦੇ ਕੋਨੇ ਕੋਨੇ ਸਿੰਘ ਸਿੰਘ ਹੋ ਜਾਣਗੇ, ਝਾੜੀ ਝਾੜੀ ਅਕਾਲ ਗੂੰਜੇਗਾ, ਤੇ ਪੂਰੇ ਵਰਲਡ ਦੇ ਵਿੱਚ ਗੁਰੂ ਦੇ ਨਿਸ਼ਾਨ ਝੂਲਣਗੇ। ਹਾਂਜੀ, ਹੋਏ ਸਾਬਤ ਰਨ ਜੂਝੈ ਜੋਈ। ਮਹਾਰਾਜ ਕਹਿੰਦੇ ਜਿਹੜੇ ਸਾਬਤ ਰਣ ਮੱਥੇ ਸ਼ਹੀਦੀਆਂ ਪਾਣਗੇ, ਜੂਝਣਗੇ, ਅਵਨੀ ਰਾਜ ਭੋਗ ਹੈ ਸੋਈ। ਉਹ ਧਰਤੀ ਦੇ ਉੱਤੇ ਰਾਜ ਕਰਨਗੇ। ਕਾਗਦ ਲਿਖਿਓ ਜੇਬ ਲੈ ਡਾਰਾ। ਜਿਹੜਾ ਲਿਖਿਆ ਸਿੰਘਾਂ ਦਾ ਵਿਦਾਵਾ ਸੀ, ਲੈ ਕੇ ਜੇਬ 'ਚ ਪਾ ਲਿਆ ਦਸਵੇਂ ਪਾਤਸ਼ਾਹ ਨੇ। ਬਹੁਰ ਵਕੀਲਨ ਪਾਸ ਹਕਾਰਾ। ਤੇ ਵਕੀਲਾਂ ਨੂੰ ਬੁਲਾ ਲਿਆ ਫਿਰ ਮਹਾਰਾਜ ਨੇ, ਕਲਗੀਧਰ ਪਾਤਸ਼ਾਹ ਨੇ। ਜਿਹੜੇ ਵਕੀਲ ਬੈਠੇ ਸੀ ਨਾ ਮਾਤਾ ਦੇ ਕੋਲ ਪਰਾਂ, ਉਹਨਾਂ ਨੂੰ ਕੋਲ ਬੁਲਾ ਲਿਆ। ਸਭ ਕੀ ਆਨ ਕਰੀ ਲਿਖ ਜੋਈ। ਮਹਾਰਾਜ ਕਹਿਣ ਲੱਗੇ ਉਹ ਜਿਹੜੀਆਂ ਕੁਰਾਨ ਦੀਆਂ ਕਸਮਾਂ ਉੱਥੋਂ ਆਈਆਂ ਨੇ ਦਿੱਲੀ ਤੋਂ, ਜਰਾ ਮੈਨੂੰ ਵਿਖਾਓ ਦੁਬਾਰਾ ਹੁਣ। ਕਾਗਦ ਹਮਕੋ ਦੀਜੈ ਸੋਈ। ਉਹ ਕਾਗਜ਼ ਸਾਨੂੰ ਦਿਓ। ਫਿਰ ਹੁਣ ਮਹਾਰਾਜ ਪਾਤਸ਼ਾਹ ਨੇ ਵੇਖ ਲਿਆ ਵੀ ਹੁਣ ਸਿੰਘਾਂ ਨੂੰ ਇੱਥੋਂ ਲੈ ਹੀ ਜਾਣਾ ਪੈਣਾ। ਇੰਨੀਆਂ ਜਾਨਾਂ ਬਾਹਰ ਨਿਕਲਣਗੀਆਂ, ਭਾਵੇਂ ਵਿਦਾਵਾ ਹੀ ਲਿਖਿਆ ਹੈ ਤਾਂ ਮੇਰੇ ਹੀ ਨੇ, ਤੇ ਮਰਵਾਣੇ ਥੋੜਾ ਨੇ। ਇਹਨਾਂ ਨੂੰ ਕਿਸੇ ਤਰ੍ਹਾਂ
ਕੱਲ ਨੂੰ ਝੂਠਾ ਤੇ ਪਾਵਾਂਗਾ ਮੈਂ ਔਰੰਗਜ਼ੇਬ ਨੂੰ ਵੀ ਆ ਦੇਖ ਤੇਰਾ ਲਿਖਿਆ ਹੋਇਆ, ਕਿਤੇ ਕਾਗਜ਼ ਹੀ ਨਾ ਲੈ ਜਾਣ। ਮਹਾਰਾਜ ਕਹਿੰਦੇ ਕਾਗਜ਼ ਦਿਓ, ਤੇ ਕਾਗਜ਼ 10ਵੇਂ ਪਾਤਸ਼ਾਹ ਲੈ ਕੇ ਉਹ ਵੀ ਆਪਣੀ ਜੇਬ, ਵਿਦਾਵੇ ਵਾਲਾ ਵੀ ਇੱਕ ਜੇਬ 'ਚ ਪਾ ਲਿਆ ਤੇ ਔਰੰਗਜ਼ੇਬ ਦੀ ਲਿਖਤ ਵਾਲਾ ਵੀ ਆਪਣੇ ਕਬਜ਼ੇ 'ਚ ਕਰ ਲਿਆ। ਹਾਂ, ਕਹਿ ਲੂਰੀ ਆਦਿਕ ਸਭ ਲਿਖਿਓ। ਰਾਜੇ ਭੀਮ ਚੰਦ ਦਾ ਲਿਖਿਆ ਹੋਇਆ, ਪਹਾੜੀ ਰਾਜਿਆਂ ਦਾ ਲਿਖਿਆ ਕਾਗਜ਼ ਵੀ ਲੈ ਲਿਆ ਤੇ ਔਰੰਗਜ਼ੇਬ ਦੀ ਚਿੱਠੀ ਵੀ ਲੈ ਲਈ। ਸੋ ਕਾਗਦ ਕਰ ਮਹਿ ਲੈ ਪਿਖਿਓ। ਚੰਗੀ ਤਰ੍ਹਾਂ ਪੜ੍ਹਿਆ ਪਹਿਲਾਂ ਲੈ ਕੇ ਵੀ ਕੀ ਲਿਖਿਆ, ਚੰਗੀ ਤਰ੍ਹਾਂ ਪੜ੍ਹ ਕੇ ਉਹਨਾਂ ਦੇ ਦਸਖਤ ਪੜ੍ਹ ਕੇ ਔਰੰਗਜ਼ੇਬ ਦੀ ਲਿਖਤ ਪੜ੍ਹ ਕੇ ਉਹ ਵੀ ਲੈ ਲਈ। ਤੇ ਜ਼ਫਰਨਾਮੇ 'ਚ ਲਿਖਦੇ ਵੀ ਨੇ ਔਰੰਗਜ਼ੇਬ ਤੇਰੀ ਲਿਖਤ ਮੇਰੇ ਕੋਲ ਪਈ ਹੈ, ਇਹ ਵੀ ਕਹਿੰਦੇ ਜ਼ਫਰਨਾਮੇ ਇਸ਼ਾਰਾ ਕੀਤਾ ਮਾਰੇ ਵੀ ਤੇਰਾ ਲਿਖਿਆ ਮੇਰੇ ਕੋਲ ਪਿਆ, ਜੇ ਕਵੇਂ ਤੇ ਮੈਂ ਦਿਖਾਵਾਂ ਤੈਨੂੰ, ਵੀ ਕੱਲ ਨੂੰ ਤੂੰ ਕਵੇਂ ਮੈਂ ਕਿੱਥੇ ਲਿਖ ਕੇ ਦਿੱਤਾ ਸੀ, ਮੇਰੇ ਕੋਲ ਲਿਖਤ ਹੈ। ਸੱਚੇ ਪਾਤਸ਼ਾਹ ਲਿਖਤ ਸਾਂਭੀ, ਵਿਦਾਵੇ ਵਾਲੀ ਵੀ ਸਾਂਭੀ ਰੱਖੀ। ਦੇਖੋ ਮਹਾਰਾਜ ਨੇ ਵਿਦਾਵੇ ਵਾਲੀ ਵੀ ਨਹੀਂ ਜਾਣ ਦਿੱਤੀ। ਭਾਈ ਮਾਨ ਸਿੰਘ ਜਦੋਂ ਪੜਾਇਆ ਮੁਕਤਸਰ ਸਾਹਿਬ ਤੇ ਉਦੋਂ ਉਹ ਕੱਢ ਕੇ ਪਾੜਿਆ, ਤੇ ਜਿਹੜਾ ਤੁਰਕਾਂ ਦਾ ਲਿਖਿਆ ਸੀ ਉਹ ਵੀ ਕੋਲ ਰੱਖਿਆ ਸਾਂਭ ਕੇ, ਬਾਕੀ ਸਭ ਕੁਝ ਚਲਾ ਗਿਆ। ਇਹ 2 ਕਾਗਜ਼ ਨਹੀਂ ਜਾਣ ਦਿੱਤੇ। ਪੁਨ ਅਵ ਰੰਗ ਕੋ ਲਿਖਿਓ ਮੰਗਾਇਓ। ਫਿਰ ਔਰੰਗਜ਼ੇਬ ਦੀ ਲਿਖਤ ਮੰਗਾਈ, ਕਹਿੰਦੇ ਉਹ ਵੀ ਲੈ ਕੇ ਆਓ, ਉਹ ਵੀ ਨਾ ਕਿਤੇ ਗੁੰਮ ਜਾਵੇ। ਲਿਓ ਸੰਭਾਰ ਜੇਬ ਮਹਿ ਪਾਇਓ। ਉਹ ਵੀ ਲੈ ਕੇ ਜੇਬ 'ਚ ਪਾ ਲਈ 10ਵੇਂ ਪਾਤਸ਼ਾਹ ਨੇ। ਸਭ ਕੋ ਕਹਿਓ ਤਿਆਰ ਹੋਏ ਜਾਵੋ। ਕਹਿਣ ਲੱਗੇ ਚੰਗਾ ਬਈ ਸਭ ਤਿਆਰੀ ਕਰੋ, ਹੁਣ ਸਾਰਿਆਂ ਨੂੰ ਤਿਆਰ। ਹੁਣ ਸਾਧ ਸੰਗਤ ਜੀ ਇੱਥੇ ਇਹ ਨਾ ਸੋਚਣਾ ਵੀ ਜਿਹੜੇ ਵਿਦਾਵਾ ਲੈ ਕੇ ਉਹਨਾਂ ਨੂੰ ਧੱਕਾ ਮਾਰ ਦੇਣਾ ਸੀ, ਉਹ ਵੀ ਆਪਣੇ ਹੀ ਸੀਗੇ। ਉਹਨਾਂ ਨੂੰ ਵੀ ਨਾਲ ਸਿੰਘਾਂ ਨੂੰ ਸਾਰਿਆਂ ਨੂੰ ਕਿਹਾ ਤਿਆਰੀ ਕਰੋ। ਇੱਕ ਪ੍ਰੀਖਿਆ ਸੀਗੀ, ਗੁਰੂ ਦੀ ਖੇਡ ਸੀਗੀ, ਉਹ ਗੁਰੂ ਪਾਤਸ਼ਾਹ ਖੇਡ ਕਰ ਰਹੇ ਆ। ਤੇ ਮਹਾਰਾਜ ਹੁਣ ਅਨੰਦਪੁਰ ਸਾਹਿਬ ਤੋਂ ਨਿਕਲਣ ਦੇ ਲਈ ਜਦੋਂ ਦੇਖਿਆ ਨਾ ਮਾਤਾ ਤੁਰਨ ਲੱਗੀ ਹੈ, ਤੇ ਫਿਰ ਪਾਤਸ਼ਾਹ ਕਹਿੰਦੇ ਵੀ ਏਦਾਂ ਮਾਤਾ ਬੁੱਢੀ ਨੂੰ ਅਸੀਂ ਕੱਲੀ ਨੂੰ ਨਹੀਂ ਜਾਣ ਦੇਵਾਂਗੇ, ਸਿੰਘਾਂ ਦੀ ਫੌਜ ਨਾਲ ਜਾਏਗੀ। ਪੂਰੇ ਸਿਸਟਮ ਮਹਾਰਾਜ ਬਣਾ ਰਹੇ ਬਾਹਰ ਨਿਕਲਣ ਦਾ। ਹਾਂਜੀ, ਨਿਕਸਿਓ ਬਹਿਰ ਭਲੇ ਮਗ ਭਾਵੋ। ਰਸਤਾ ਵੀ ਮਹਾਰਾਜ ਕਹਿੰਦੇ ਚੰਗੀ ਤਰ੍ਹਾਂ ਵੇਖ ਕੇ ਭਾਈ ਸਿਆਣੇ ਸਿੰਘਾਂ ਦੀ ਜ਼ਿੰਮੇਵਾਰੀਆਂ ਲਾਣੀਆਂ। ਜਿਹੜੇ ਰਾਹ ਸਭ ਜਾਣਾ, ਪੂਰੀ ਸੁਰੱਖਿਆ ਨਾਲ ਜਾਣਾ, ਪੂਰੇ ਬਚਾਅ ਨਾਲ ਜਾਣਾ, ਦੁਸ਼ਮਣ ਦਾ ਭਰੋਸਾ ਨਹੀਂ ਕਰਨਾ। ਹਾਂਜੀ, ਤੰਬੂ ਦੀਰਘ ਅਲ ਬਨਾਤੀ। ਸਾਧ ਸੰਗਤ ਜੀ ਹੁਣ 2.5 ਲੱਖ ਰੁਪਈਏ ਦਾ ਇੱਕ ਤੰਬੂ ਸੀਗਾ ਗੁਰੂ ਜੀ ਕੋਲ। 1.25 ਲੱਖ ਦਾ ਬਣਾਇਆ ਸੀ ਕਾਬਲ ਦੇ ਵਿੱਚ ਤੰਬੂ ਔਰੰਗਜ਼ੇਬ ਵਾਸਤੇ। ਇੱਕ ਉਧਰ ਦੇ ਸਿੱਖ ਨੇ ਵੇਖ ਲਿਆ, ਕਾਬਲ ਦਾ ਸਿੱਖ ਸੀ ਕੋਈ ਅਮੀਰ, ਉਹਨੇ ਪੁੱਛਿਆ ਇਹ ਤੰਬੂ ਕਿੱਥੇ ਜਾ ਰਿਹਾ? ਤੰਬੂ ਬਣਾਉਣ ਵਾਲੇ ਕਹਿੰਦੇ ਤੰਬੂ ਸ਼ਹਿਨਸ਼ਾਹ ਔਰੰਗਜ਼ੇਬ ਵਾਸਤੇ ਜਾ ਰਿਹਾ। ਪੁੱਛਿਆ ਕਿੰਨਾ ਪੈਸਾ ਲੱਗੇਗਾ? ਉਹਨਾਂ ਕਿਹਾ ਜੀ 2.25 ਲੱਖ ਰੁਪਈਆ। ਉਹ ਸਿੱਖ ਕਹਿੰਦਾ 2.5 ਲੱਖ ਲਾਣਾ, ਇਹਦੇ ਤੋਂ ਵਧੀਆ ਡਬਲ ਸੋਹਣਾ ਤੰਬੂ ਬਣਾ ਦਿਓ। ਉਹ ਉੱਥੋਂ ਆਇਆ ਸੀ ਕਾਬਲ ਤੋਂ। ਉਹ ਤੰਬੂ ਦੇ ਵਿੱਚ ਸਾਧ ਸੰਗਤ ਜੀ ਕਈ ਕਮਰੇ ਬਣ ਜਾਂਦੇ ਸੀ, ਕਈ ਬਹੁਤ ਵੱਡਾ, ਕਈ 1000 ਬੰਦਾ ਉਹ 'ਚ ਬਹਿ ਜਾਂਦਾ ਸੀ। ਉਹਦੇ ਵਿੱਚ ਕਈ ਤਰ੍ਹਾਂ ਦੀ ਰਚਨਾ ਰਚੀ ਜਾਂਦੀ ਸੀ। ਬੜਾ ਸੋਹਣਾ ਤੰਬੂ ਸੀ। 2.5 ਲੱਖ ਰੁਪਈਏ ਦੀ ਲਾਗਤ ਨਾਲ ਉਸ ਜ਼ਮਾਨੇ 'ਚ ਤੰਬੂ ਬਣੇ, ਹਿਸਾਬ ਲਾਓ ਕਿੱਡਾ ਵੱਡਾ ਹੋਏਗਾ ਉਹ ਤੰਬੂ। ਅਤੇ ਬਾਕੀ ਜਿਹੜਾ ਸਮਾਨ ਸੀਗਾ, ਨਾਨਾ ਚਰਿਤ ਬਣੀ ਕਨਾਤੀ, ਜਿਹੜੀਆਂ ਬੜੀਆਂ ਬੜੀਆਂ ਸੋਹਣੀਆਂ ਕਨਾਤਾਂ ਸੀ ਸਾਧ ਸੰਗਤ ਜੀ, ਜਿਹਦੀ ਰਚਨਾ ਦੇਖ ਕੇ ਰਾਜਾ ਭੀਮ ਚੰਦ ਦੰਗ ਰਹਿ ਗਿਆ ਸੀ। ਤੇ ਭੰਗਾਣੀ ਦੇ ਜੰਗ ਤੋਂ ਪਹਿਲਾਂ ਉਹ ਤੰਬੂ ਹੀ ਉਹਨੇ ਮੰਗਿਆ ਸੀਗਾ। ਹਾਂਜੀ, ਇੱਕ ਥਲ ਕਰਕੇ ਆਗ ਲਗਾਈ। ਅੱਜ ਮੇਰੇ ਬਾਜਾਂ ਵਾਲੇ ਪਾਤਸ਼ਾਹ ਨੇ ਉਹ ਇਤਨਾ ਕੀਮਤੀ ਤੰਬੂ ਇਕੱਠਾ ਕਰਕੇ ਆਪਣੇ ਹੱਥੀਂ ਅੱਗ ਲਾ ਦਿੱਤੀ ਹੈ। ਵਸਤਰਾਦਿਕ ਸਭ ਦੀਏ ਜਲਾਈ। ਔਰ ਆਪਣੇ ਖਜ਼ਾਨੇ ਚੋਂ ਮਹਿੰਗੇ ਤੋਂ ਮਹਿੰਗੇ ਕੱਪੜੇ ਕੱਢੇ, ਢੇਰ ਲਾ ਕੇ ਉਹਦਾ ਪਹਾੜ ਜਿੱਡਾ, ਤੇ ਆਪਣੇ ਹੱਥੀਂ ਉਹਨੂੰ ਅੱਗ ਲਾਈ ਹੈ। ਕਰੋੜਾਂ ਰੁਪਏ ਦਾ ਕੱਪੜਾ ਹੀ ਸਾੜ ਦਿੱਤਾ ਹੈ। ਬਚਿਓ ਖਜ਼ਾਨਾ ਜੇਤਕ ਸ਼ੇਖ। ਹੁਣ ਖਜ਼ਾਨਾ ਵੇਖਿਆ, ਖਜ਼ਾਨੇ 'ਚ 9.5 ਕਰੋੜ ਰੁਪਈਆ ਨਗਦ, ਸੋਨੇ ਚਾਂਦੀ ਦਾ ਕੋਈ ਹਿਸਾਬ ਨਹੀਂ ਸੀ। ਪਾਇਓ ਸਤਰਦਰ ਵੇਖੇ ਅਸੇਖ। ਉਹ ਸਾਧ ਸੰਗਤ ਜੀ ਦਰਿਆ ਸਤਲੁਜ ਟੋਆ ਪਟਵਾ ਕੇ ਨਾ ਸਾਰਾ ਦਰਿਆ ਵਿੱਚ ਸੁਟਵਾ ਦਿੱਤਾ। ਹਾਂਜੀ, ਬਾਸਨ ਕੰਚਨ ਰਜਤ ਕੀ ਪੀਤਰ। ਹਾਂ, ਸੋਨੇ ਦੇ ਭਾਂਡੇ, ਚਾਂਦੀ ਦੇ ਭਾਂਡੇ ਤੇ ਪਿੱਤਲ ਦੇ ਭਾਂਡੇ ਜਿੰਨੇ ਸਨ, ਡਾਰ ਦੀਏ ਸਭ ਜਲ ਕੇ ਭੀਤਰ। ਉਹ ਦਰਿਆ ਸਤਲੁਜ ਵਿੱਚ ਸੁੱਟ ਦਿੱਤੇ ਹੈ। ਹਾਂਜੀ, ਕਿਤਕ ਵਸਤ ਗਾਡੀ ਵਿੱਚ ਧਰਨੀ। ਤੇ ਬਹੁਤ ਸਾਰੀਆਂ ਚੀਜ਼ਾਂ ਜ਼ਮੀਨ ਚ ਟੋਆ ਪੱਟ ਕੇ ਗੱਡ ਦਿੱਤੀਆਂ, ਖਤਮ ਕਰ ਦਿੱਤੀਆਂ। ਵਹਿਰ ਨ ਰਾਖੀ ਕਛ ਅਰ ਹਰਨੀ। ਕੋਈ ਵੀ ਚੀਜ਼ ਦੁਸ਼ਮਣ ਦੇ ਹੱਥ ਨਹੀਂ ਆਏਗੀ। ਆਨੰਦਪੁਰ ਸਾਹਿਬ ਨੂੰ ਲੁੱਟਣ ਆਏ ਖਾਲੀ ਹੱਥ ਹੀ ਰਹਿ ਜਾਣਗੇ। ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਮੇਰੇ ਖਾਲਸੇ ਦਾ ਮਾਲ ਸਭ ਸਤਲੁਜ ਜਮ੍ਹਾਂ ਰੱਖੇਗਾ। ਜਦੋਂ 96 ਕਰੋੜ ਸਿੰਘ ਹੋ ਜਾਣਗੇ, ਸਣੇ ਵਿਆਜ ਦੇ ਇਹ ਪੈਸਾ ਖਾਲਸੇ ਨੂੰ ਵਾਪਸ ਮਿਲੇਗਾ। ਇਹ ਵਚਨ 10ਵੇਂ ਪਾਤਸ਼ਾਹ ਮਹਾਰਾਜ ਦੇ ਕੀਤੇ ਹੋਏ ਨੇ। ਸਾਧ ਸੰਗਤ ਜਦੋਂ
ਪਹਾੜੀਆਂ ਨੂੰ ਪਤਾ ਲੱਗਾ ਵੀ ਸਤਲੁਜ ਵਿੱਚ ਟੋਆ ਪੱਟ ਕੇ ਗੁਰੂ ਮਾਲ ਦਬ ਕੇ ਗਿਆ, ਉਹਨਾਂ ਪੂਰਾ ਦਰਿਆ ਖੰਗਾਲ ਮਾਰਿਆ ਸੀ, ਇੱਕ ਕੌਡੀ ਨਹੀਂ ਸੀ ਲੱਭੀ ਉਹਨਾਂ ਨੂੰ, ਕਿਉਂਕਿ ਮਹਾਰਾਜ ਨੇ ਕਿ ਗੁਪਤ ਕਰ ਲੈ ਭਾਈ ਸਤਲੁਜ, ਤੇਰੀ ਡਿਊਟੀ ਹੈ। ਇਹ ਜਿੰਨੇ ਦਰਿਆ ਨੇ ਨਾ ਇਹ ਸਭ ਗੁਰੂ ਦੇ ਭੈ ਵਿੱਚ ਚੱਲਦੇ, ਭੈ ਵਿੱਚ ਚੱਲਣਾ ਲੱਖ ਦਰਿਆਓ। ਹਾਂਜੀ, ਅਗਨ ਕੀ ਜਲ ਕੈ ਧਰਨ ਗਡਾਈ। ਹਾਂ, ਕੁਝ ਸਾੜ ਦਿੱਤੀਆਂ ਚੀਜ਼ਾਂ, ਕੁਝ ਮਹਾਰਾਜ ਨੇ ਧਰਤੀ 'ਚ ਗੱਡ ਦਿੱਤੀਆਂ। ਸਾਧ ਸੰਗਤ ਜੀ, ਅੱਜ ਜਿਹੜੇ ਤੰਬੂ ਲੱਗੇ ਆ ਉਹੀ ਨੇ, ਹੋਰ ਕਿਹੜੇ ਨੇ? ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਿਹੜੀ ਚੀਜ਼ ਦੀ ਕਮੀ ਹੈ ਦੱਸੋ ਖਾਲਸੇ ਕੋਲ, ਹੈ ਨਾ? ਆਪਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਕੋਈ ਕਮੀ ਛੱਡੀ ਹੋਈ? ਆ ਸਾਰਾ ਖਜ਼ਾਨਾ ਖਾਲਸੇ ਕੋਲ ਵੱਧਦਾ ਹੀ ਜਾ ਰਿਹਾ ਤੇ ਵੱਧਦਾ ਹੀ ਜਾਣਾ। ਹਾਂਜੀ, ਸੋ ਸਭ ਦਫ਼ਤਰ ਭਰ ਲਿਖਵਾਈ। ਮਹਾਰਾਜ ਨੇ ਸਾਰੀਆਂ ਚੀਜ਼ਾਂ ਦੀ ਨਾ ਲਿਸਟ ਵੀ ਬਣਵਾ ਲਈ, ਦਫ਼ਤਰ ਦੇ ਸਭ ਲਿਖ ਲਿਆ ਗਿਆ। ਹਾਂਜੀ, ਤਿਨ ਕੇ ਨਾਮ ਲਿਖੀ ਸਭ ਵਸਤੂ। ਹਾਂ, ਉਹ ਸਾਰੀਆਂ ਚੀਜ਼ਾਂ ਦੇ ਵਸਤੂਆਂ ਦੇ ਨਾਮ ਲਿਖੇ, ਕਿਹੜੀ ਕਿਹੜੀ ਚੀਜ਼, ਕਿੰਨਾ ਸੋਨਾ, ਕਿੰਨੇ ਬਰਤਨ, ਕਿੰਨੇ ਭਾਂਡੇ। ਹਾਂਜੀ, ਥਾਨ ਥਾਨ ਪ੍ਰਤ ਸੌਂਪ ਸਮਸਤੂ। ਉਹ ਸਾਰੀਆਂ ਚੀਜ਼ਾਂ ਉਹਨਾਂ ਗੁਪਤ ਸ਼ਕਤੀਆਂ ਨੂੰ ਸੌਂਪ ਦਿੱਤੀਆਂ, ਕੋਈ ਦਰਿਆ ਨੂੰ ਸੌਂਪਤੀਆਂ, ਕੋਈ ਧਰਤੀ ਮਾਤਾ ਨੂੰ ਸੌਂਪਤੀਆਂ, ਅਗਨੀ ਨੂੰ ਦੇਤੀਆਂ। ਅਗਨੀ ਨੂੰ ਕਹਿਤਾ ਤੇਰੇ ਤੋਂ ਲਵਾਂਗੇ, ਕਦੀ ਸਮਾਂ ਆਵੇਗਾ ਫਿਰ ਦੇ ਦੇਵੀਂ ਆ ਕੇ। ਹਾਂਜੀ, ਦੀਸ਼ਨ ਸ਼ਸਤਰ ਸਕਲ ਕਢਵਾਏ। ਹੁਣ ਖਜ਼ਾਨਾ ਖੋਲਿਆ ਜਦ ਸ਼ਸਤਰ ਪਏ ਸੀ, ਬਹੁਤ ਕੀਮਤੀ ਅਸਲਾ ਖਾਨੇ 'ਚ, ਤਿੱਖੇ ਤਿੱਖੇ ਸ਼ਸਤਰ, ਗੰਡਾਸੇ, ਬਰਛੇ, ਤਲਵਾਰਾਂ, ਭਾਲੇ, ਤੀਰ ਕਮਾਨ, ਤਬਰ, ਬਿਛੂਏ, ਜੰਬਰ, ਉਹ ਸਭ ਸ਼ਸਤਰ ਕਢਾਏ ਖਜ਼ਾਨੇ 'ਚੋਂ। ਸਿੰਘਨ ਕੇ ਅਗਨ ਲਗਵਾਏ। ਸਭ ਸਿੰਘਾਂ ਨੂੰ ਵੰਡ ਦਿੱਤੇ, ਕਿਸੇ ਨੂੰ 5, ਕਿਸੇ ਨੂੰ 10 ਸ਼ਸਤਰ। ਲਓ ਵੀ ਸਿੰਘੋ ਅੱਜ ਖੁੱਲੇ ਸ਼ਸਤਰ ਸਜਾਓ। ਤੇ ਫਿਰ ਸਿੰਘਾਂ ਨੇ ਲੋਹੇ ਦੇ ਸ਼ਸਤਰ ਆਪਣੇ ਕਮਰ ਕਸਿਆਂ 'ਚ 2-2 3-3 ਤਲਵਾਰਾਂ ਗਾਤਰੇ ਪਾ ਲਈਆਂ, ਕਿਸੇ ਨੇ 2-2 ਬਰਛੇ ਟੰਗ ਲਏ, ਕਿ ਬੰਦੂਕਾਂ 2-2 ਕੋ ਸੱਜੇ ਖੱਬੇ, ਮਣ ਲੋਹਾ ਸਿੰਘਾਂ ਨੇ ਫਿਰ ਚੁੱਕ ਲਿਆ, ਕਿਉਂਕਿ ਜੰਗ ਵਿੱਚ ਇਹਨਾਂ ਚੀਜ਼ਾਂ ਦੀ ਤਾਂ ਲੋੜ ਪੈਣੀ ਆ, ਸੋਨੇ ਨੇ ਥੋੜਾ ਕੰਮ ਆਉਣਾ। ਸਿੰਘਾਂ ਨੂੰ ਅਸਲਾ ਸਾਰਾ ਹੀ ਮਹਾਰਾਜ ਸੱਚੇ ਪਾਤਸ਼ਾਹ ਨੇ ਵੰਡਾ ਦਿੱਤਾ। ਪੁਨ ਸ੍ਰੀ ਮੁਖ ਸਭ ਕੋ ਫਰਮਾਏ। ਵੇ ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਸਭ ਖਾਲਸੇ ਨੂੰ ਇਕੱਠਾ ਕਰਕੇ, ਜਿੰਨੀ ਫੌਜ ਸੀ, ਉਹ ਵਿਦਾਵਾ ਲਿਖਣ ਵਾਲੇ ਵੀ ਵਿੱਚ ਹੀ ਸੀਗੇ, ਉਹ ਸਾਰਿਆਂ ਨੂੰ ਬੁਲਾ ਕੇ ਕਹਿੰਦੇ ਸੱਚੇ ਪਾਤਸ਼ਾਹ ਨਿਕਸਿਓ ਰਾਤ ਮਹਾ ਤਮਸ਼ਾਏ। ਬਈ ਅੱਜ ਆਪਾਂ ਰਾਤ ਨੂੰ ਹਨੇਰੇ ਪੇ, ਜਦੋਂ ਪੂਰਾ ਹਨੇਰਾ ਛਾਣਾ ਉਦੋਂ ਨਿਕਲਣਾ ਹੈ। ਭੌਰ ਹੋਤਲੋਂ ਪਹੁੰਚੋ ਦੂਰ। ਔਰ ਸਵੇਰ ਆਪਾਂ ਬਹੁਤ ਦੂਰ ਨਿਕਲ ਜਾਣਾ ਰਾਤੋਂ ਰਾਤ। ਹਾਂਜੀ, ਸਾਵਧਾਨ ਹੂ ਜਹੋ ਬਨਸੂ। ਦੁਸ਼ਮਣ ਦੀ ਕਸਮ ਦਾ ਮਾੜਾ ਜਿਹਾ ਵੀ ਭਰੋਸਾ ਨਾ ਰੱਖਿਆ ਜੇ, ਸਾਵਧਾਨ ਹੋ ਕੇ ਨਿਕਲ ਚੱਲਿਆ ਜੇ। 2100 ਕੋਸਨ ਲਗ ਰਾਜੂ। ਮਹਾਰਾਜ ਕਹਿੰਦੇ 2100 ਕੋਹ ਤੱਕ ਰਾਜ। ਅਪਰ ਕਹਾਂ ਲਗ ਗਿਨੈ ਸਮਾਜੂ। ਕਹਿੰਦੇ ਸਾਧ ਸੰਗਤ ਕਵੀ ਜੀ ਲਿਖਦੇ ਆ 21 ਕੋਹ ਜਿਹਦਾ ਰਾਜ ਸੀਗਾ, 22 ਲੱਖ ਜਿਹਦੇ ਕੋਲ ਫੌਜ ਸੀਗੀ। ਸੈਨ ਕੋਸ਼ ਅਨਗਨ ਜਿਸ ਪਾਸੀ। ਫੌਜ ਦੇ ਕਿਲਿਆਂ ਦਾ, ਖਜ਼ਾਨਿਆਂ ਦਾ ਕੋਈ ਹਿਸਾਬ ਨਹੀਂ ਸੀ। ਪਚਹਾਰਿਓ ਅਬਰੰਗ ਬਲ ਰਾਸੀ। ਉਹ ਔਰੰਗਜ਼ੇਬ ਬਾਦਸ਼ਾਹ ਅੱਡੀ ਚੋਟੀ ਦਾ ਜ਼ੋਰ ਲਾ ਬੈਠਾ ਸੀਗਾ। ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਉਹਦੇ ਕੋਲੋਂ ਖਾਲੀ ਨਹੀਂ ਸੀ ਕਰਵਾਇਆ ਗਿਆ। ਆਨੰਦਪੁਰ ਕੇ ਹੇਤ ਛਡਾਵਨ। ਸ੍ਰੀ ਅਨੰਦਪੁਰ ਸਾਹਿਬ ਨੂੰ ਛਡਾਉਣ ਵਾਸਤੇ ਐਡੀਆਂ ਤਾਕਤਾਂ ਦਾ ਮਾਲਕ ਹੰਬ ਗਿਆ, ਗੋਡੇ ਲਾ ਗਿਆ ਜ਼ਮੀਨ ਤੇ। ਹਾਂਜੀ, ਸਭ ਗਿਰਪਤ ਕੋ ਦਲ ਛਡ ਆਵਨ। ਔਰ 22 ਧਾਰ ਦੇ ਰਾਜਿਆਂ ਦਾ ਵੀ ਜ਼ੋਰ ਅੱਡੀ ਚੋਟੀ ਦਾ ਲੱਗਿਆ। ਮੂਰਖ ਲਾਏ ਲਾਏ ਬਲਹਾਰੇ। ਉਹ ਮੂਰਖ ਜ਼ੋਰ ਲਾ ਲਾ ਕੇ ਹੰਬ ਗਏ। ਦੇਸ਼ ਵਿਦੇਸ਼ ਸੂਰਮਾ ਸਾਰੇ। ਉਹ ਦੇਸ਼ ਵਿਦੇਸ਼ ਦੇ ਵੱਡੇ ਵੱਡੇ ਖੱਬੀ ਖਾਨ ਸੂਰਮੇ ਇੱਥੇ ਆਪਣਾ ਟਿੱਲ ਲਾ ਗਏ। ਕਿਸ ਕੋ ਬਲ ਨਹਿ ਚਲਿਓ ਕਢਾਈ। ਕਿਸੇ ਦਾ ਕੋਈ ਬਲ ਨਹੀਂ ਚੱਲਿਆ, ਜ਼ੋਰ ਨਹੀਂ ਚੱਲਿਆ, ਕਿਲਾ ਕਿਸੇ ਕੋਲੋਂ ਨਹੀਂ ਛਡਾਇਆ ਗਿਆ ਗੁਰੂ ਦਾ। ਪਚ ਪਚ ਬੈਠੇ ਰਿਪ ਸਮਧਾਈ। ਹਾਰ ਕੇ ਹੰਬ ਕੇ ਬਹਿ ਗਏ, ਅਖੀਰ ਧਰਮ ਇਮਾਨ ਦੀਆਂ ਕਸਮਾਂ ਤੇ ਆ ਗਏ। ਹਾਂਜੀ, ਨਹੀਂ ਦੂਨ ਸ਼ੋਰੀ ਕਿਸ ਕਾਲ। ਕਲਗੀਧਰ ਨੇ ਜ਼ੋਰ ਲਾ ਲਿਆ ਉਹਨਾਂ ਨੇ, ਪਰ ਕਲਗੀਧਰ ਨੇ ਇਹ ਇਲਾਕਾ ਨਹੀਂ ਛੱਡਿਆ ਸੀ। ਰਾਖਿਓ ਆਪਣੋ ਤੇਜ ਵਿਸਾਰ। ਆਪਣਾ ਤਪ ਤੇਜ ਰੱਖਿਆ ਸੀ। ਕੋਈ ਮਹਾਰਾਜ 10ਵੇਂ ਪਾਤਸ਼ਾਹ ਲੱਖ ਉੱਚੀ ਕਰਕੇ ਵੇਖ ਨਹੀਂ ਸਕਿਆ। ਕਿਸੇ ਕਵੀ ਨੇ ਕਿਹਾ ਬੱਬਰ ਸ਼ੇਰ ਦਸ਼ਮੇਸ਼ ਦਾ ਖੌਫ ਮਾਰੇ, ਕੋਈ ਅੱਖ ਉਠਾ ਵੀ ਸਕਿਆ ਨਾ। ਕੋਈ ਸਾਹਮਣੇ 10ਵੇਂ ਪਾਤਸ਼ਾਹ ਦੀ ਅੱਖ ਉੱਚੀ ਨਹੀਂ ਕਰ ਸਕਿਆ। ਸਿੱਖ ਸਖਾ ਕੋ ਬਾਇਓ ਨ ਤਾਤੀ। ਆਪਣੇ ਸਿੱਖਾਂ ਨੂੰ ਤੱਤੀ ਹਵਾ ਨਹੀਂ ਲੱਗਣ ਦਿੱਤੀ ਉਸ ਕਲਗੀਆਂ ਵਾਲੇ ਨੇ। ਸੁਖ ਸੋ ਸੁਖਤ ਨ ਦੀਏ ਅਰਾਤੀ। ਔਰ ਦੁਸ਼ਮਣ ਨੂੰ ਸੁੱਖ ਨਾਲ ਸੌਣ ਨਹੀਂ ਦਿੱਤਾ। ਦੁਸ਼ਮਣ ਉਹ ਦੱਖਣ 'ਚ ਬੈਠਾ ਵੀ ਧੜਕੂ ਲੱਗੀ ਰਹਿੰਦੀ ਸੀ ਔਰੰਗਜ਼ੇਬ ਨੂੰ। ਹਾਂਜੀ, ਗਿਰ ਕੇ ਜਨ ਰਾਜੇ ਸਮਝਾਈ। ਔਰ ਆ 22 ਧਾਰ ਦੇ ਰਾਜੇ ਤੇ ਰਾਤ ਨੂੰ ਉਬੜਵਾਏ ਉੱਠਿਆ ਕਰਦੇ ਸੀ। ਆ ਗਿਆ ਗੁਰੂ, ਕਹਿੰਦੇ ਆ ਗਿਆ ਗੁਰੂ। ਆਪਣੇ ਤੇਜ ਤਰ ਰਖੇ ਦਬਾਈ। ਦਬਾ ਕੇ ਰੱਖੇ ਸਾਰੇ ਆਪਣੇ ਤੇਜ ਦੇ ਨਾਲ। ਗੁਰੂ ਬਹਾਦਰ ਵੱਡੇ ਵਡੇਰੇ। ਆਹਾ, ਐਡਾ ਬਹਾਦਰ ਯੋਧਾ ਕੋਈ ਮਾਂ ਨੇ ਜੰਮਣਾ ਜਿਹੋ ਜਿਹਾ ਕਲਗੀਆਂ ਵਾਲਾ ਸੀ। ਰਿਪ 10 ਲੱਖ ਨਾ ਢੂਕੇ ਨੇਰੇ। 10 ਲੱਖ ਕੋਈ ਦੁਸ਼ਮਣ ਥੋੜਾ ਨਹੀਂ ਹੁੰਦਾ, ਨੇੜੇ ਨਹੀਂ ਢੁੱਕ ਸਕੇ ਗੁਰੂ ਕਲਗੀਧਰ ਪਾਤਸ਼ਾਹ ਦੇ। ਕੋਸ ਕੋਸ ਲਗ ਦੂਰ ਟਿਕਾਏ। ਕਈ ਕੋਹ ਦੂਰ ਤੀਰ ਮਾਰਿਆ, 7 ਕੋਹ ਦਾ ਹੀ ਮਾਰਿਆ ਸੀ ਮਹਾਰਾਜ ਨੇ ਇੱਕ ਵਾਰੀ ਤੀਰ।
ਤੇ ਡਰ ਕੇ ਉਦੋਂ ਪਿਛਾਂ ਨਿਕਲ ਗਏ ਸੀ ਵੀ ਇੱਥੇ ਤੀਰ ਆਉਂਦੇ ਆ ਤੇ ਬਚ ਜਾਈਏ, ਉਹਦੀ ਰੇਂਜ ਤੋਂ ਬਾਹਰ ਨਿਕਲ ਜਾਈਏ। ਮਾਰ ਹਜ਼ਾरों ਵੀਰ ਤੇ ਖਪਾਏ। ਮਹਾਰਾਜ ਇੱਕ ਇੱਕ ਤੀਰ ਨਾਲ 5-5 7-7 ਉਂਝ ਹੀ ਪਾਰ ਬੁਲਾ ਦਿੰਦੇ ਸੀ ਤੇ ਹਜ਼ਾਰਾਂ ਵੀਰ ਖਪਾ ਦਿੱਤੇ। ਸੋ ਪ੍ਰਭ ਆਪ ਦੁਰਗ ਕੋ ਸ਼ੋਰ। ਅੱਜ ਇਹੋ ਜਿਹੇ ਬਲੀ, ਇਹੋ ਜਿਹੇ ਪ੍ਰਤਾਪੀ ਪਾਤਸ਼ਾਹ ਆਪਣੀ ਮਰਜ਼ੀ ਨਾਲ ਕਿਲਾ ਛੱਡਣ ਲੱਗੇ, ਉਹਨਾਂ ਨੂੰ ਕੋਈ ਛੁਡਾ ਨਹੀਂ ਸਕਿਆ। ਹਾਂ, ਚਾਹੇ ਉਹ ਪਿਆਨਾ ਦਛਨ ਓਰ। ਆ ਦੱਖਣ ਨੂੰ ਜਾਣ ਲੱਗੇ। ਅਹਿਸਾਸ ਹੈ ਜੀ, ਖੇਡ ਹੈ ਉਹਨਾਂ ਦੇ ਹੁਕਮ ਦੀ, ਰਜਾ ਦੀ ਜਿਹੜੀ ਖੇਡ ਵਰਤਾਣੀ ਹੈ ਨਾ, ਉਹ ਵਰਤਾਣੀ ਹੈ। ਹਾਂਜੀ, ਸਭ ਕੇ ਗਰਭ ਵੱਡੇ ਕਰ ਪੰਜਨ। ਹਾਂ, ਵੱਡਿਆਂ ਵੱਡਿਆਂ ਹੰਕਾਰੀਆਂ ਦੀਆਂ ਧੌਣਾ ਨਵਾ ਕੇ, ਉਹਨਾਂ ਦੇ ਗੋਡੇ ਧੌਣ ਤੇ ਟਿਕਾ ਕੇ ਚੱਲੇ ਆ। ਸੰਤਨ ਜਨ ਕੇ ਮਨ ਕਰ ਰੰਜਨ। ਔਰ ਸੰਤਾਂ ਨੂੰ ਖੁਸ਼ੀਆਂ ਦੇਣ ਵਾਲੇ ਤੇ ਦੁਸ਼ਟਾਂ ਦਾ ਨਾਸ਼ ਕਰਨ ਵਾਲੇ ਚੱਲੇ ਆ। ਮਹਾ ਪ੍ਰਤਾਪ ਦਿਖਾਏ ਵਿਚਛਨ। ਮਹਾ ਪ੍ਰਤਾਪੀ ਸਤਿਗੁਰੂ ਆਪਣਾ ਪ੍ਰਤਾਪ ਦਿਖਾ ਕੇ ਚੱਲੇ ਆ ਦੁਸ਼ਮਣਾਂ ਨੂੰ। ਚਾਹਤ ਭਏ ਜਾਨ ਪੁਨ ਦਛਨ। ਹੁਣ ਦੱਖਣ ਦੀਆਂ ਤਿਆਰੀਆਂ ਨੇ ਨਾ, ਦੱਖਣ ਨੂੰ ਭਾਗ ਲਾਣੇ ਸੀ, ਹਜ਼ੂਰ ਸਾਹਿਬ ਦੀ ਧਰਤੀ ਤੇ ਜਾਣਾ ਸੀ, ਤੇ ਇਸ ਕਰਕੇ ਅਨੰਦਪੁਰ ਸਾਹਿਬ ਨੂੰ ਛੱਡਿਆ ਸਾਧ ਸੰਗਤ ਜੀ। ਜਿਮ ਸ੍ਰੀ ਕ੍ਰਿਸ਼ਨ ਕੀਨ ਰਨ ਸੁਥਰਾ। ਜਿਸ ਤਰ੍ਹਾਂ ਮਹਾਰਾਜ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਸੁਥਰਾ ਰਣ ਕੀਤਾ। 24 ਵਾਰ ਕਾਲ ਜਰਾਸੰਧ ਦੀਆਂ ਫੌਜਾਂ ਚੜ੍ਹ ਕੇ ਆਉਂਦੀਆਂ, 24 ਵਾਰ, ਤੇ ਇੱਕ ਵਾਰੀ ਨਹੀਂ 24 ਵਾਰ ਉਹਨੂੰ ਹਰਾ ਕੇ ਨਾ ਭਜਾਉਂਦੇ ਆ ਮੈਦਾਨੇ ਜੰਗ ਵਿੱਚੋਂ ਕ੍ਰਿਸ਼ਨ ਜੀ ਮਹਾਰਾਜ। ਪੁਨ ਦਛਨ ਗਮਨੇ ਤਜ ਮਥਰਾ। ਤੇ ਮਥਰਾ ਨੂੰ ਛੱਡ ਕੇ ਫਿਰ ਆਪ ਦੱਖਣ ਦੁਆਰਕਾ ਚਲੇ ਗਏ ਸਨ। ਇਹ ਤਾਂ ਪ੍ਰਸਿੱਧ ਕਥਾ। ਪਹਿਲਾਂ ਜਦੋਂ ਜੰਗ ਹੁੰਦੇ ਰਹੇ ਮਥਰਾ ਰਹੇ, ਤੇ ਜਦੋਂ ਲੀਲਾ ਕੀਤੀ ਤੇ ਛੱਡ ਕੇ ਮਥਰਾ ਦਾ ਇਲਾਕਾ ਉਹ ਸਮੁੰਦਰ ਦੇ ਕਿਨਾਰੇ ਦੱਖਣ ਦੇ ਵਿੱਚ ਕੋਈ 2000 ਕਿਲੋਮੀਟਰ ਪਰੇ ਦੁਆਰਕਾ ਚਲੇ ਗਏ। ਹਾਂਜੀ, ਸਿੱਖ ਕੁਟੰਬ ਤੇ ਭਏ ਉਦਾਸ। ਆਪਣੇ ਪਰਿਵਾਰ ਤੋਂ, ਆਪਣੇ ਕੁਟੁੰਬ ਤੋਂ ਉਦਾਸ ਹੋ ਗਏ। ਤਜਿਓ ਸਨੇਹ ਜਾਨ ਦੁਖ ਰਾਸ। ਸਾਰਿਆਂ ਦਾ ਮੋਹ ਛੱਡ ਕੇ ਚਲਿਓ ਚਹਿਤ ਤਜ ਕਰ ਤਨ ਤਾਮੂ। ਅੱਜ ਕਲਗੀਧਰ ਪਾਤਸ਼ਾਹ ਵੀ ਸਾਰਾ ਮੋਹ ਛੱਡ ਕੇ ਚੱਲੇ। ਕਦੀ ਅਨੰਦਪੁਰ ਸਾਹਿਬ ਤੋਂ ਰਿਆਓ ਨਾ, ਤੇ ਉੱਥੇ ਕਿਲਾ ਨਿਰਮੋਹਗੜ੍ਹ ਹੈ, ਗੁਰਦੁਆਰਾ ਬਣਿਆ ਨਿਰਮੋਹਗੜ੍ਹ। ਉੱਥੋਂ ਦਾ ਇਤਿਹਾਸ ਹੈ ਵੀ ਗੁਰੂ ਸਾਹਿਬ ਨੇ ਇੱਥੇ ਆ ਕੇ ਸਾਰਾ ਮੋਹ ਛੱਡ ਦਿੱਤਾ, ਪਰਿਵਾਰ ਦਾ, ਸਭ ਤਰ੍ਹਾਂ ਦਾ ਮੋਹ ਛੱਡ ਕੇ ਤੁਰ ਪਏ ਪਾਤਸ਼ਾਹ। ਹਾਂਜੀ, ਜਿਮ ਤਜ ਔਦ ਗਏ ਸ੍ਰੀ ਰਾਮੂ। ਜਿਵੇਂ ਸ੍ਰੀ ਰਾਮਚੰਦਰ ਜੀ ਵੀ ਆਪਣਾ ਮੋਹ ਛੱਡ ਕੇ ਅਯੁੱਧਿਆ ਛੱਡ ਕੇ ਚਲੇ ਗਏ ਸਨ, ਏਦਾਂ ਸ੍ਰੀ ਕਲਗੀਧਰ ਜੀ ਚੱਲੇ ਆ। ਕਹੋ ਕਹਾਂ ਲਗ ਗੁਰੂ ਵਡਾਈ। ਇੱਥੋਂ ਤੱਕ ਇਸ ਪਾਤਸ਼ਾਹ ਬਾਜਾਂ ਵਾਲੇ ਦੀ ਮੈਂ ਤਾਰੀਫ ਕਰਾਂ, ਕਵੀ ਜੀ ਕਹਿੰਦੇ ਆ, ਜਿਨ ਕੈ ਚਲਤ ਲਖੇ ਨਹਿ ਜਾਈ। ਇਹਨਾਂ ਦੇ ਕੌਤਕ ਨਹੀਂ ਲਖੇ ਜਾ ਸਕਦੇ। ਰਹਿਨ ਦੁਰਗਮ ਹੈ ਕਿਨੇ ਨਾ ਮਾਨਿਓ। ਸਾਧ ਸੰਗਤ ਜੀ ਮਹਾਰਾਜ ਕਹਿੰਦੇ ਰਹੇ ਸਿੰਘੋ ਕਿਲੇ 'ਚ ਰਹੋ ਥੋੜੇ ਦਿਨ, ਅਖੀਰ ਇੱਥੋਂ ਤੱਕ ਵੀ ਕਹਿੰਦੇ 3 ਦਿਨ ਹੀ ਮਹਾਰਾਜ ਕਹਿੰਦੇ ਰਹਿ ਜਾਓ, ਤੁਹਾਡਾ ਰਾਜ ਕਰਾ ਦਿਆਂਗੇ। ਤੇ ਸਿਆਣੇ ਕਹਿੰਦੇ ਜੇ ਮਹਾਰਾਜ ਦਾ ਬਚਨ ਮੰਨ ਲੈਂਦੇ ਤੇ ਆ 300 ਸਾਲ ਨਾ ਲੱਗਦੇ, ਰਾਜ ਉਦੋਂ ਹੀ ਹੋ ਜਾਣਾ ਸੀ। ਉਹ 3 ਦਿਨ ਹੀ ਨਹੀਂ ਕੱਟੇਗੇ ਸਾਡੇ ਕੋਲੋਂ। ਹਾਂਜੀ, ਚਲੋ ਤਿਆਰ ਹੋਇਆ ਤਬੈ ਬਖਾਨਿਓ। ਮਹਾਰਾਜ ਕਹਿੰਦੇ ਚਲੋ ਤਿਆਰ ਹੋਵੋ, ਹੁਕਮ ਕਰ ਦਿੱਤਾ ਫਿਰ ਚਾਲਾ ਪਾਣ ਦਾ। ਸ਼ਾਹ ਗਰੇਸ਼ ਵਕੀਲ ਕਨੇਰੇ। ਬਾਦਸ਼ਾਹ ਦੇ ਵਕੀਲ ਤੇ ਪਹਾੜੀ ਰਾਜਿਆਂ ਦੇ ਵਕੀਲ ਭੇਦ ਡੰਡ ਕਰ ਯਤਨ ਵਡੇਰੇ। ਜੋਰ ਲਾ ਰਹੇ ਦੰਡ ਭੇਦ ਕਰ ਕਰਕੇ ਸਾਰੇ। ਗੁਰੂ ਅਭਲ ਮਨਾਏ ਨਿਕਸਨ। ਅਭੁੱਲ ਗੁਰੂ ਨੂੰ ਉਹ ਭੁਲਾਣਾ ਚਾਹੁੰਦੇ ਸੀ, ਪਰ ਗੁਰੂ ਉਹਨਾਂ ਦੇ ਭੁਲੇਵੇ ਚ ਕਦੀ ਨਹੀਂ ਆਇਆ। ਹਾਂਜੀ, ਮਾਤ ਖਾਲਸੇ ਕੋ ਕਹਿ ਬੋ ਮਾਨ। ਮਾਤਾ ਦਾ ਤੇ ਕਹਿਣ ਸਿੰਘਾਂ ਦਾ ਕਹਿਣਾ ਮੰਨ ਕੇ ਨਿਕਲੇ ਸਾਧ ਸੰਗਤ ਜੀ। ਸੋ ਇੱਥੇ ਅਧਿਆਇ ਦੀ ਸਮਾਪਤੀ ਹੈ, ਸਮਾਂ ਵਧੀਕ ਹੋ ਚੁੱਕਾ ਹੈ। ਭੁੱਲਾਂ ਚੁੱਕਾਂ ਦੀ ਖਿਮਾ ਅਗਲੇ ਪ੍ਰਕਰਣਾਂ 'ਚ ਹੁਣ ਤੁਸੀਂ ਸੁਣੋਗੇ ਕਿਵੇਂ ਸਰਸਾ ਦੇ ਕਿਨਾਰਿਆਂ ਤੇ ਯੁੱਧ ਹੋਣੇ ਨੇ, ਸਿੰਘਾਂ ਦੀਆਂ ਸ਼ਹੀਦੀਆਂ ਹੋਣੀਆਂ ਨੇ, ਪਰਿਵਾਰ ਦੇ ਵਿਛੋੜੇ ਹੋਣੇ ਨੇ, ਤੇ ਪਾਤਸ਼ਾਹ ਨੇ ਕਿਵੇਂ ਚਮਕੌਰ ਸਾਹਿਬ ਪਹੁੰਚਣਾ ਹੈ। ਉਹ ਕਥਾ ਅਗਲੇ ਪ੍ਰਕਰਣਾਂ 'ਚ। ਸ੍ਰੀ ਚਮਕੌਰ ਸਾਹਿਬ ਦੇ ਯੁੱਧ ਦੀ ਆਪ ਜੀ ਹਾਜ਼ਰੀਆਂ ਭਰਿਆ ਕਰੋ ਭਾਈ, ਰੋਜ਼ ਹਾਜ਼ਰੀਆਂ ਭਰ ਕੇ ਖੁਸ਼ੀਆਂ ਬਖਸ਼ਿਆ ਕਰੋ। ਤੇ ਕੱਲ ਨੂੰ ਵੀ ਅੱਜ ਜਿਵੇਂ ਕੈਂਪ ਚੱਲਿਆ ਸਾਰਾ ਦਿਨ ਗੁਰਮਤਿ ਦਾ, ਕੱਲ ਨੂੰ ਵੀ ਫੈਮਿਲੀ ਕੈਂਪ ਲੱਗਣਗੇ। ਹਾਜ਼ਰੀਆਂ ਭਰ ਕੇ 11 ਤੋਂ 3 ਵਜੇ ਤੱਕ ਜੀਵਨ ਸਫਲਾ ਬਣਾਓ। ਸ਼ਾਹ ਗਰੇਸ਼ ਵਕੀਲ ਕਨੇਰੇ। ਭੇਦ ਡੰਡ ਕਰ ਯਤਨ ਵਡੇਰੇ। ਗੁਰੂ ਅਭੁੱਲ ਮਨਾਏ ਨਿਕਸਨ। ਮਾਤ ਖਾਲਸੇ ਕੋ ਕਹਿ ਬੋ ਮਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।